हाँ जी। सो देखो ਆਪਾਂ ਸਭ ਤੋਂ ਪਹਿਲਾਂ ਬਾਇਓਡਾਇਵਰਸਿਟੀ ਵਾਲਾ ਟੌਪਿਕ ਆਪਣਾ ਚੱਲ ਰਿਹਾ ਸੀਗਾ, ਠੀਕ ਆ। ਆਪਾਂ ਇਹ ਉਤੋਂ ਜਦੋਂ ਆਪਾਂ ਸ਼ੁਰੂ ਕੀਤਾ ਸੀ ਆਰਗੇਨਿਜ਼ਮਸ ਐਂਡ ਪੋਪੂਲੇਸ਼ਨ, ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ 12ਵੀਂ ਕਲਾਸ ਦਾ ਬਾਇਓ ਦਾ ਟੌਪਿਕ ਆ। ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਸਮਝਿਆ, ਫਿਰ ਉਸ ਤੋਂ ਬਾਅਦ ਅਸੀਂ ਬਾਇਓਡਾਇਵਰਸਿਟੀ ਸਮਝੀ, ਫਿਰ ਉਸ ਤੋਂ ਬਾਅਦ ਅਸੀਂ ਬਾਇਓਡਾਇਵਰਸਿਟੀ ਦਾ ਜਿਹੜਾ ਕੌਨਸੈਪਟ ਆ, ਠੀਕ ਆ, ਕਿ ਇਹਨੂੰ ਕੀ ਥ੍ਰੈਟ ਆ ਅਤੇ ਇੰਡੀਆ ਦੀ ਬਾਇਓਡਾਇਵਰਸਿਟੀ ਕੀ ਆ। ਅੱਜ ਦਾ ਸਾਡਾ ਲੈਕਚਰ ਬਿਲਕੁਲ ਇੱਕ ਨੋਰਮਲ ਜਿਹਾ ਲੈਕਚਰ ਰਹਿ ਜਾਂਦਾ ਲਾਸਟ 'ਚ ਬਾਇਓਡਾਇਵਰਸਿਟੀ ਦਾ, ਪਰ ਫਿਰ ਵੀ ਇਹ ਟੈਕਨੀਕਲੀ ਬਹੁਤ ਇੰਪੋਰਟੈਂਟ ਆ। ਬਾਇਓਡਾਇਵਰਸਿਟੀ ਕੰਜ਼ਰਵੇਸ਼ਨ, ਕਿ ਇਹਦੀ ਸੁਰੱਖਿਆ ਕਿਵੇਂ ਕਰਨੀ ਆ, ਠੀਕ ਆ। ਇਹਦੇ ਨਾਲ ਹੀ ਇਸੇ ਲੈਕਚਰ ਦੀ ਐਕਸਟੈਂਸ਼ਨ 'ਚ ਹੀ ਮੈਂ ਪੰਜਾਬ ਦੀ ਬਾਇਓਡਾਇਵਰਸਿਟੀ, ਪੰਜਾਬ 'ਚ ਕੀ ਕੁਛ ਆ, ਉਹ ਸਾਰਾ ਕਲੀਅਰ ਕਰੂੰਗਾ। ਮੀਨਸ ਅੱਜ ਦਾ ਲੈਕਚਰ ਜਿਹੜਾ ਹੈ ਉਹ ਬਿਲਕੁਲ ਅੱਧਾ ਵੰਡਿਆ ਗਿਆ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬੇਸਿਕਲੀ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਹੁੰਦੀ ਕੀ ਹੈ। ਫਿਰ ਆਪਾਂ ਕਿ ਪੰਜਾਬ 'ਚ ਬਾਇਓਡਾਇਵਰਸਿਟੀ ਨੂੰ ਕੰਜ਼ਰਵ ਕਰਨ ਵਾਸਤੇ ਕੀ ਉਪਰਾਲੇ ਸਰਕਾਰ ਨੇ ਕੀਤੇ ਆ। ਫਿਰ ਉਸ ਤੋਂ ਬਾਅਦ ਕੁਛ ਚੀਜ਼ਾਂ ਜਿਹੜੀਆਂ ਬਹੁਤ ਹੱਦ ਤੱਕ ਮੈਂ ਸਟੈਟਿਕ ਪੋਰਸ਼ਨ ਦੇ ਵਿੱਚ ਕਦੀ ਕਵਰ ਕਰਾਂਗੇ ਆਪਾਂ, ਜਿਹਦੇ 'ਚ ਕਿ ਆਪਾਂ ਜੋਗਰਾਫੀ ਦੇ ਐਂਗਲ ਤੋਂ ਆਪਾਂ ਕਵਰ ਕਰਾਂਗੇ ਉਹ ਕਿ ਕਿਹੜੇ ਇਲਾਕੇ 'ਚ ਕਿਹੜੇ ਬਾਇਓਸਫੀਅਰ ਰਿਜ਼ਰਵ ਨੇ, ਕਿਹੜੇ ਨੈਸ਼ਨਲ ਪਾਰਕ ਨੇ, ਅਤੇ ਬਹੁਤ ਸਾਰਾ ਕੁਛ ਜੋ ਤੁਹਾਨੂੰ ਪ੍ਰੀਲਿਮਸ ਦੇ ਕਰੰਟ ਅਫੇਅਰ ਮਿਲ ਰਹੇ ਆ ਉਹਨਾਂ 'ਚ ਕਦੀ ਨਾ ਕਦੀ ਕਿਸੇ ਨੈਸ਼ਨਲ ਪਾਰਕ ਦਾ, ਕਦੀ ਨਾ ਕਦੀ ਜਿਹੜੇ PCS ਵਾਲੇ ਬੱਚੇ ਆ ਤਾਂ ਉਹਦੇ 'ਚ ਜਿਹੜੇ ਨੈਸ਼ਨਲ ਪਾਰਕ ਦਾ ਜ਼ਿਕਰ ਆ ਗਿਆ, ਕਦੀ ਕਿਸੇ ਦਾ ਜ਼ਿਕਰ ਆ ਗਿਆ, ਉਹ ਸਾਰੀਆਂ ਚੀਜ਼ਾਂ ਉਹਦੇ 'ਚ ਕਵਰ ਹੁੰਦੀਆਂ ਰਹਿਣਗੀਆਂ, ਠੀਕ ਆ। ਕੋਈ ਵੀ ਚੀਜ਼ ਆਊਗੀ ਤਾਂ ਅੱਜ ਆਪਾਂ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਦੀ ਗੱਲ ਕਰਨੀ ਆ। ਤਾਂ ਦੇਖੋ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਦਾ ਮਤਲਬ ਇਹੀ ਆ ਕਿ ਤੁਸੀਂ ਕਿਸੇ ਜੰਗਲੀ ਜੀਵ ਨੂੰ ਜਾਂ ਜੰਗਲੀ ਪੌਦਿਆਂ ਨੂੰ ਉਹਨਾਂ ਦੇ ਆਪਣੇ ਇਲਾਕੇ 'ਚ ਸੁਰੱਖਿਆ ਦੇ ਸਕਦੇ ਹੋ। ਉਹਨੂੰ ਕਹਿੰਦੇ ਆ ਨਿਵਾਸ ਵਿੱਚ ਸੁਰੱਖਿਆ, ਠੀਕ ਆ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿ ਦਿੰਦੇ ਹਾਂ ਇਨ ਸਿਟੂ। ਇੱਕ ਹੁੰਦੀ ਆ ਐਕਸ ਸਿਟੂ ਕੰਜ਼ਰਵੇਸ਼ਨ, ਠੀਕ ਆ, ਕਿ ਬਾਹਰਲੀ ਸੁਰੱਖਿਆ, ਬਾਹਰ ਲਿਜਾ ਕੇ ਸੁਰੱਖਿਆ। ਮਤਲਬ ਕਿ ਤੁਸੀਂ ਕਿਸੇ ਮਤਲਬ ਕਿ ਕਹਿ ਲਓ ਕਿ ਉਹਨੂੰ ਜੀਵ ਜੰਤੂ ਨੂੰ ਜਾਂ ਪਲਾਂਟ ਨੂੰ ਉਹਦੀ ਜਗ੍ਹਾ ਪੱਟ ਕੇ ਕਿਸੇ ਜ਼ੂ 'ਚ ਜਾਂ ਕਿਸੇ ਬੋਟੈਨੀਕਲ ਗਾਰਡਨ 'ਚ ਜਾਂ ਤੁਸੀਂ ਉਹਨੂੰ ਕਿਸੇ ਸੀਡ ਪਲਾਂਟ ਉਹਦੇ 'ਚ ਜਿਹੜੇ ਹੁੰਦੇ ਆਪਣੇ ਸੀਡ ਬੈਂਕ, ਉੱਥੇ ਜਾ ਕੇ ਕਿਸੇ ਪਲਾਂਟ ਨੂੰ ਵੱਖਰੇ ਤੌਰ 'ਤੇ ਸੁਰੱਖਿਆ ਦਿਓਗੇ, ਉਹ ਐਕਸ ਸਿਟੂ ਸੁਰੱਖਿਆ 'ਚ ਆਊਗੀ। ਉਹਦਾ ਇੱਕ ਫਾਇਦਾ ਹੈ ਕਿ ਤੁਹਾਨੂੰ ਨਹੀਂ ਪਤਾ ਕਿ ਜਿਸ ਇਲਾਕੇ 'ਚੋਂ ਰਹਿ ਰਿਹਾ ਉੱਥੇ ਅਗਲੇ 5 ਸਾਲਾਂ 'ਚ, 2 ਸਾਲਾਂ 'ਚ, 6 ਮਹੀਨਿਆਂ 'ਚੋਂ ਬਚੇ ਕਿ ਨਾ ਬਚੇ, ਪਰ ਉਹਨੂੰ ਜੇ ਤੁਸੀਂ ਬਾਹਰ ਕਿਤੇ ਹੋਰ ਸੁਰੱਖਿਆ ਮੁਹੱਈਆ ਕਰਵਾ ਦੋਗੇ ਤਾਂ ਉਹਦੇ ਬਚੇ ਰਹਿਣ ਦੇ ਚਾਂਸ ਬਹੁਤ ਵੱਧ ਜਾਣਗੇ। ਪੱਲੇ ਪੈ ਗਈ ਗੱਲ। ਇੰਸਟੀਟਿਊਟ 'ਚ ਇਹ ਆ ਕਿ ਉਹਦਾ ਇੱਕ ਫਾਇਦਾ ਇਹ ਵੀ ਆ ਇੰਸਟੀਟਿਊਟ ਦਾ ਕਿ ਉਹ ਆਪਣੇ ਮਾਹੌਲ 'ਚ ਹੀ ਸੁਰੱਖਿਅਤ ਰਹਿ ਸਕਦਾ ਜੇ ਤੁਸੀਂ ਉਹਦੀ ਇੰਸਟੀਟਿਊਟ ਕੰਜ਼ਰਵੇਸ਼ਨ ਦਾ ਪ੍ਰਬੰਧ ਹੀ ਕਰ ਦਿਓ ਤਾਂ। ਭਾਰਤ ਦੇ ਵਿੱਚ ਵੱਖਰੇ ਕਾਨੂੰਨ ਨੇ, ਭਾਰਤ ਸਰਕਾਰ ਦੇ ਵੱਖਰੇ ਕਾਨੂੰਨ ਨੇ ਜਿਹੜੇ ਭਾਰਤ 'ਚ ਇੰਸਟੀਟਿਊਟ ਕੰਜ਼ਰਵੇਸ਼ਨ ਨੂੰ, ਨਿਵਾਸ ਵਿੱਚ ਸੁਰੱਖਿਆ ਨੂੰ ਵੀ ਪ੍ਰਮੋਟ ਕਰਦੇ ਆ, ਬਾਹਰਲੀ ਸੁਰੱਖਿਆ ਨੂੰ ਵੀ ਪ੍ਰਮੋਟ ਕਰਦੇ ਆ। ਇੰਸਟੀਟਿਊਟ ਕੰਜ਼ਰਵੇਸ਼ਨ ਵੀ ਬਹੁਤ ਜਗ੍ਹਾ 'ਤੇ ਉਤਸ਼ਾਹਿਤ ਕਰਦੀ ਹੈ ਭਾਰਤ ਦੀ ਸਰਕਾਰ, ਅਤੇ ਐਕਸ-ਸਿਟੂ ਵੀ। ਇੰਸਟੀਟਿਊਟ ਇਸ ਕਰਕੇ ਕਿ ਇਹਦੇ ਨਾਲ ਘੱਟੋ ਘੱਟ ਸਾਡੇ ਜੰਗਲਾਂ ਨੂੰ ਵੀ ਸੁਰੱਖਿਅਤ ਕਰ ਲਓ, ਉਹਦੇ ਵਿਚਲੇ ਜੀਵ ਜੰਤੂ ਆਪੇ ਬਚ ਜਾਣਗੇ। ਸੋ ਮੈਂ ਗੱਲ ਕਰਨ ਜਾ ਰਿਹਾ ਸਭ ਤੋਂ ਪਹਿਲਾਂ ਇੰਸਟੀਟਿਊਟ ਕੰਜ਼ਰਵੇਸ਼ਨ ਦੀ। ਤਾਂ ਇੰਸਟੀਟਿਊਟ ਕੰਜ਼ਰਵੇਸ਼ਨ 'ਚ ਭਾਰਤ ਸਰਕਾਰ ਨੇ ਕੁਛ ਕਾਨੂੰਨ ਬਣਾਏ ਨੇ ਜਿਨ੍ਹਾਂ ਦੇ ਤਹਿਤ ਭਾਰਤ ਦੇ ਵਿੱਚ ਜਾਂ ਤਾਂ ਸੁਰੱਖਿਅਤ ਜੰਗਲ, ਜਿਨ੍ਹਾਂ ਨੂੰ ਆਪਾਂ ਬਾਇਓਸਫੀਅਰ ਰਿਜ਼ਰਵ ਵੀ ਕਹਿ ਦਿੰਦੇ ਹਾਂ, ਠੀਕ ਆ, ਤਾਂ ਬਾਇਓਸਫੀਅਰ ਰਿਜ਼ਰਵ ਬਿਲਕੁਲ ਇੱਕ ਅਜਿਹੇ ਰਿਜ਼ਰਵ ਏਰੀਆ ਨੇ ਜਿਨ੍ਹਾਂ ਨੂੰ ਆਪਾਂ ਜੈਵਿਕ ਰਿਜ਼ਰਵ ਏਰੀਆਜ਼ ਦੇ ਨਾਂ 'ਤੇ ਵੀ ਜਾਣਦੇ ਹਾਂ। ਨੈਸ਼ਨਲ ਪਾਰਕ, ਰਾਸ਼ਟਰੀ ਪਾਰਕ ਵੀ ਨੇ ਸਾਡੇ ਕੋਲ, ਵਾਈਲਡ ਲਾਈਫ ਸੈਂਚਰੀਜ਼ ਨੇ, ਜੀਵ ਜੰਤੂ ਸੈਂਚਰੀਆਂ ਜਿਹੜੀਆਂ ਸਾਡੀਆਂ, ਠੀਕ ਆ, ਜਾਨੀ ਕਿ ਜਾਂ ਇਹ ਕਹਿ ਲਓ ਜੰਗਲੀ ਜੀਵ ਸੈਂਚਰੀਜ਼ ਜਿਹੜੀਆਂ ਨੇ। ਇਸ ਤੋਂ ਬਿਨਾਂ ਸਾਡੇ ਕੋਲ ਹੋਰ ਸੁਰੱਖਿਅਤ ਜੰਗਲ ਵੀ ਨੇ, ਰਿਜ਼ਰਵ ਜੰਗਲ ਵੀ ਨੇ, ਸੁਰੱਖਿਅਤ ਪ੍ਰੋਟੈਕਟਡ ਏਰੀਆਜ਼ ਵੀ ਨੇ। ਇਹ ਸਭ ਕੁਝ ਸਾਡਾ ਇੰਸਟੀਟਿਊਟ ਕੰਜ਼ਰਵੇਸ਼ਨ 'ਚ ਆਉਂਦਾ ਹੈ। ਤੁਸੀਂ ਕੀ ਕਰਦੇ ਹੋ, ਇੱਕ ਪਰਟੀਕੂਲਰ ਏਰੀਏ 'ਚੋਂ ਪਲਾਂਟਸ ਜਾਂ ਐਨੀਮਲ ਦੀਆਂ ਸਪੀਸ਼ੀਜ਼ ਨਹੀਂ ਚੱਕ ਕੇ ਲੈ ਕੇ ਆਉਂਦੇ, ਉਸੇ ਪਰਟੀਕੂਲਰ ਏਰੀਏ 'ਚ ਉਹਨਾਂ ਨੂੰ ਸੁਰੱਖਿਆ ਪ੍ਰੋਵਾਈਡ ਕਰਾ ਦਿੰਦੇ ਹੋ। ਦਿਸ ਇਜ਼ ਨਿਵਾਸ ਵਿੱਚ ਸੁਰੱਖਿਆ, ਇਨ ਸਿਟੂ ਕੰਜ਼ਰਵੇਸ਼ਨ। ਆ ਗੱਲ ਸਮਝ ਆ ਗਈ। ਸੋ ਇਹਨਾਂ ਨੂੰ ਲੈ ਕੇ ਭਾਰਤ 'ਚ ਕਿਹੜੇ ਕਾਨੂੰਨ ਨੇ ਅਤੇ ਕੀ ਹਿਸਾਬ ਕਿਤਾਬ ਆ, ਹੁਣ ਆਪਾਂ ਗੱਲ ਕਰਦੇ ਹਾਂ। ਫਿਲਹਾਲ ਦੀ ਘੜੀ ਜੇ ਸਟੇਟਸ ਦੇਖਿਆ ਜਾਵੇ ਤਾਂ ਜੀਵ ਮੰਡਲ ਸੁਰੱਖਿਆ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਬਾਇਓਸਫੀਅਰ ਰਿਜ਼ਰਵ, ਇਹਨਾਂ ਦੀ ਗਿਣਤੀ ਭਾਰਤ 'ਚ ਹੈਗੀ ਆ 18। 100 ਤੋਂ ਉੱਪਰ ਸਾਡੇ ਦੇਸ਼ 'ਚ ਨੈਸ਼ਨਲ ਪਾਰਕ ਨੇ, ਰਾਸ਼ਟਰੀ ਪਾਰਕ ਨੇ, ਅਤੇ ਜੰਗਲੀ ਜੀਵ ਸੈਂਚਰੀਆਂ, ਰੱਖਾਂ ਛੱਡੋ, ਜੰਗਲੀ ਜੀਵ ਸੈਂਚਰੀਆਂ ਭਾਰਤ ਦੇ ਵਿੱਚ 500 ਦੇ ਕਰੀਬ ਨੇ। ਸੋ ਇਹ ਇਸ ਟਾਈਮ ਦਾ ਡਾਟਾ ਹੈ। ਅਤੇ ਭਾਰਤ 'ਚ ਵੱਖਰੇ ਐਕਟ ਨੇ। ਫੋਰੈਸਟ ਕੰਜ਼ਰਵੇਸ਼ਨ ਐਕਟ 1980, ਫੋਰੈਸਟ ਐਕਟ 1928, ਠੀਕ ਆ। ਅਤੇ ਇਸ ਤੋਂ ਬਿਨਾਂ ਹੋਰ ਅਣਗਿਣਤ ਐਕਟ। ਤੁਸੀਂ ਕਹੋਗੇ ਐਕਟ ਨੇ, ਕਾਨੂੰਨ ਨੇ, ਪੜ੍ਹਾ ਕਿਉਂ ਨਹੀਂ ਰਹੇ? ਅੱਗੇ ਜਾ ਕੇ ਪੜ੍ਹਾਊਂਗਾ ਜਦੋਂ ਮੈਂ ਲਿਖੂੰਗਾ ਐਕਟ ਐਂਡ ਲਾਜ਼ ਰਿਲੇਟਡ ਟੂ ਇਨਵਾਇਰਮੈਂਟ।
कि वातावरण नाल संबंधित भारत च किहड़े नियम कानून ते अधीनियम ने, उत्थे पढ़ाऊँगा मैं कि किहड़े किहड़े एक्ट ने। फिलहाल दी घड़ी मैं तुहानूं दसदा कि वाइल्ड लाइफ नूं बचाउण वास्ते जां जंगली रुखां नूं, जंगली जीवां नूं बचाउण वास्ते फॉरेस्ट एक्ट 1927, वाइल्ड लाइफ प्रोटैक्शन एक्ट 1972, फॉरेस्ट कंजरवेशन एक्ट 1980 ਤੇ ਇਸ ਤੋਂ ਬਿਨਾ ਫੋਰੈਸਟ ਰਾਈਟਸ ਐਕਟ 2006 ਤੇ ਇਸ ਤੋਂ ਬਿਨਾ ਛੋਟੇ ਛੋਟੇ ਕਈ ਐਕਟ ਨੇ ਜਿਹੜੇ ਸਾਡੇ ਦੇਸ਼ 'ਚ ਬਾਇਓਡਾਇਵਰਸਿਟੀ ਨੂੰ ਬਚਾਉਂਦੇ ਆ। ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਐਕਟ 1986 86 ਇਹਦਾ ਥੋੜੇ ਜਿਹੇ ਐਗਜ਼ਾਮਪਲ ਦੱਸੇ ਆ, ਇਹਨਾਂ ਸਾਰਿਆਂ ਨੂੰ ਐਲੈਬੋਰੇਟ ਕਰਨਾ ਮੈਂ ਅੱਗੇ ਜਾ ਕੇ ਲੈਕਚਰਸ ਦੇ ਵਿੱਚ, ਠੀਕ ਆ। ਸੋ ਖੈਰ ਇਹਨਾਂ ਐਕਟਸ ਦੇ ਤਹਿਤ ਭਾਰਤ ਦੇ ਵਿੱਚ ਪ੍ਰੋਟੈਕਟਡ ਏਰੀਆਜ਼ ਡਿਕਲੇਅਰ ਕੀਤੇ ਗਏ ਆ। वैसे मैं तुहाडी जानकारी लिए दसदा कि इत्थे एक शब्द लिखिया है नैशनल बोर्ड फॉर वाइल्ड लाइफ। ये शब्द की है, इस शब्द का मतलब समझो भारत च जंगली जीवां नूं बचाउण वास्ते जिहड़े 3-4 मशहूर एक्ट ने ना, उन्हां च सब तो वध मशहूर एक्ट आ वाइल्ड लाइफ प्रोटैक्शन एक्ट। किहड़ा है जी? वाइल्ड लाइफ प्रोटैक्शन एक्ट 1972, ठीक आ। जंगली जीव सुरक्षा अधिनियम 1972, वाइल्ड लाइफ प्रोटैक्शन एक्ट 1972। तुसीं कहोगे इहदा जिक्र क्यों करता जद कि तुसीं तां कह रहे हो कि अगे जाके पढ़ाउने आ, क्योंकि आ शब्द जिहड़ा है ना राष्ट्री जंगली जीव बोर्ड, ठीक है, ये जिहड़ा राष्ट्री जंगली जीव बोर्ड आ साडा, इस शब्द का जिक्र वाइल्ड लाइफ प्रोटैक्शन एक्ट दे विच आउंदा ही आउंदा है, ठीक है। ਇਹਦਾ ਜ਼ਿਕਰ ਜਿਹੜਾ ਹੈ ਜੰਗਲੀ ਜੀਵ ਸੁਰੱਖਿਆ ਅਧੀਨੀਅਮ 1972 ਦੇ ਵਿੱਚ ਆਉਂਦਾ ਹੀ ਆਉਂਦਾ ਹੈ। ਸੋ ਇਹ ਨੈਸ਼ਨਲ ਬੋਰਡ ਫॉर ਵਾਈਲਡ ਲਾਈਫ ਕਿਉਂ ਇੰਨਾ ਇੰਪੋਰਟੈਂਟ ਆ? ਉਹ ਅੱਜ ਕੱਲ੍ਹ ਨਾ ਪੋਲਿਟੀ 'ਚ ਪੇਪਰ 'ਚ ਸਵਾਲ ਪਤਾ ਕੀ ਆਉਂਦੇ ਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੇਠ ਲਿਖਿਆਂ 'ਚੋਂ ਕਿਹੜੇ ਦਫ਼ਤਰ ਦਾ ਚੇਅਰਮੈਨ ਹੁੰਦਾ ਹੈ। ਪਹਿਲਾ ਰਾਜ ਸਭਾ ਦਾ ਚੇਅਰਮੈਨ, ਦੇਸ਼ ਦਾ ਪ੍ਰਧਾਨ ਮੰਤਰੀ ਰਾਜ ਸਭਾ ਦਾ ਚੇਅਰਮੈਨ ਨਹੀਂ ਹੁੰਦਾ। ਜਿਹੜੇ ਪੋਲਿਟੀ ਨਹੀਂ ਪੜ੍ਹੇ ਕੋਈ ਪ੍ਰੋਬਲਮ ਨਹੀਂ। ਦੂਜੀ ਆਪਸ਼ਨ ਹੁੰਦੀ ਨੀਤੀ ਆਯੋਗ, ਜਿਹੜੇ ਇਕੋਨਮੀ ਪੜ੍ਹੇ ਆ ਉਹਨਾਂ ਨੂੰ ਪਤਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨੀਤੀ ਆਯੋਗ ਦਾ ਚੇਅਰਮੈਨ ਵੀ ਹੁੰਦਾ ਹੈ। ਤੀਸਰੀ ਗੱਲ ਨੈਸ਼ਨਲ ਬੋਰਡ ਫॉर ਵਾਈਲਡ ਲਾਈਫ, ਜਿਹੜਾ ਸਾਡੇ ਦੇਸ਼ ਦਾ ਨੈਸ਼ਨਲ ਬੋਰਡ ਫॉर ਵਾਈਲਡ ਲਾਈਫ ਆ ਨਾ, ਉਹਦਾ ਚੇਅਰਮੈਨ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ। ਇਹ ਮੈਂ ਨਹੀਂ ਕਹਿ ਰਿਹਾ, ਇਹ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਵਿੱਚ ਲਿਖਿਆ ਹੀ ਹੋਇਆ ਹੈ ਕਿ ਇਹਦਾ ਪ੍ਰਧਾਨ ਹਮੇਸ਼ਾ ਦੇਸ਼ ਦਾ ਪ੍ਰਧਾਨ ਮੰਤਰੀ ਹੀ ਹੋਊਗਾ। ਜਿਹੜਾ ਵੀ ਮੌਕੇ ਦਾ ਪ੍ਰਧਾਨ ਆ, ਦੇਸ਼ ਦਾ ਪ੍ਰਧਾਨ ਮੰਤਰੀ ਆ, ਉਹ ਐਕਸ ਆਫਿਸ਼ੋ, ਪੰਜਾਬੀ 'ਚ ਕਹਿ ਲਓ ਆਟੋਮੈਟਿਕਲੀ ਹੀ ਇਸ ਪੋਸਟ 'ਤੇ ਬੈਠ ਜੂਗਾ ਜਾ ਕੇ, ਉਹ ਆਟੋਮੈਟਿਕਲੀ ਹੀ ਇਸ ਪੋਸਟ 'ਤੇ ਬੈਠ ਜੂਗਾ ਜਾ ਕੇ। ਇਹ ਗੱਲ ਆਪਣੇ ਪੱਲੇ ਬੰਨ੍ਹ ਲਓ, ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਕਲੀਅਰ ਹੈ ਕਨਸੈਪਟ? ਸੋ ਇਹ ਚੀਜ਼ ਸਾਨੂੰ ਸਾਡੇ ਵਾਸਤੇ ਜਾਂ ਸਾਡੀ ਸਮਝ ਵਾਸਤੇ ਬਹੁਤ ਜ਼ਰੂਰੀ ਚਾਹੀਦੀ ਹੈ। ਸੋ ਇਹਦੇ 'ਚ ਕਿਸੇ ਨੂੰ ਕੋਈ ਦੋ ਰਾਏ ਨਹੀਂ ਹੋਣੀ ਚਾਹੀਦੀ, ਠੀਕ ਆ। ਕਿਸੇ ਨੂੰ ਇਹਦੇ 'ਚ ਕੋਈ ਵੀ ਡਾਊਟ ਕ੍ਰੀਏਟ ਨਹੀਂ ਹੋਣੀ ਚਾਹੀਦੀ। ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਆ, ਠੀਕ ਆ। ਸੋ ਨੈਕਸਟ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਆ ਗਿਆ ਅਗਲਾ ਮੇਨ ਪੁਆਇੰਟ, ਠੀਕ ਆ। ਅਗਲਾ ਮੇਨ ਪੁਆਇੰਟ ਸਾਨੂੰ ਕੀ ਕਹਿੰਦਾ ਹੈ? ਅਗਲਾ ਮੇਨ ਪੁਆਇੰਟ ਸਾਨੂੰ ਇਹ ਕਹਿੰਦਾ ਹੈ, ਆ ਸਮਝ ਆ ਗਈ ਇੱਥੋਂ ਤੱਕ ਗੱਲ? ਇੱਥੋਂ ਤੱਕ ਗੱਲ ਸਮਝਣ ਤੋਂ ਬਾਅਦ ਅਸੀਂ ਅਗਲੇ ਲੈਵਲ 'ਤੇ ਪਹੁੰਚ ਗਏ ਹਾਂ। ਅਗਲਾ ਲੈਵਲ ਸਾਨੂੰ ਕੀ ਕਹਿੰਦਾ ਹੈ ਕਿ ਇਸ ਤੋਂ ਮੇਨ ਪੁਆਇੰਟ ਸਾਨੂੰ ਇਹ ਕਹਿੰਦਾ ਹੈ ਕਿ ਇਸ ਐਕਟ ਦੇ ਤਹਿਤ ਇਹ ਨੈਸ਼ਨਲ ਬੋਰਡ ਫॉर ਵਾਈਲਡ ਲਾਈਫ ਬਣਿਆ ਹੋਇਆ ਹੈ। ਸੋ ਇਹਦੇ 'ਚ ਵੀ ਸਾਨੂੰ ਭਾਰਤ ਦੇ ਵਿੱਚ ਨਾ ਜਿੰਨੇ ਵੀ ਨੈਸ਼ਨਲ ਪਾਰਕ ਨੇ, ਵਾਈਲਡ ਲਾਈਫ ਸੈਂਚਰੀਜ਼ ਨੇ, ਇਹੀ ਬੋਰਡ ਡਿਕਲੇਅਰ ਕਰਦਾ ਹੈ। ਆ ਗੱਲ ਸਮਝ ਆ ਗਈ? ਅਗਲੀ ਗੱਲ ਕਹਿੰਦੇ ਭਾਰਤ 'ਚ ਇੱਕ ਨੈਸ਼ਨਲ ਵਾਈਲਡ ਲਾਈਫ ਐਕਸ਼ਨ ਪਲਾਨ ਵੀ ਬਣਿਆ ਹੈ, ਠੀਕ ਆ। ਰਾਸ਼ਟਰੀ ਜੰਗਲੀ ਜੀਵ ਐਕਸ਼ਨ ਪਲਾਨ ਜਿਹੜਾ ਹੈ ਇਹ ਵੀ ਬਣਿਆ ਹੋਇਆ ਹੈ। ਇਸ ਪਲਾਨ 'ਚ ਵੀ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀ ਕਿ ਅਸੀਂ ਆਪਣੇ ਜੰਗਲੀ ਜੀਵਾਂ ਨੂੰ ਸੁਰੱਖਿਆ ਮੁਹੱਈਆ ਕਰਾਉਣੀ ਆ। ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੰਡੀਆ ਆਜ਼ਾਦ ਤਾਂ 1947 'ਚ ਹੋਇਆ ਸੀ, ਪਰ ਭਾਰਤ ਕਦੇ ਵੀ ਜੰਗਲੀ ਜੀਵਾਂ ਦੀ ਤੇ ਜੰਗਲਾਂ ਦੀ ਸੁਰੱਖਿਆ ਨੂੰ ਲੈ ਕੇ ਸੀਰੀਅਸ ਨਹੀਂ ਹੋਇਆ। ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ 1950 ਤੋਂ ਬਾਅਦ ਵੀ ਇਸ ਦੇਸ਼ 'ਚ ਰਾਜੇ ਰਜਵਾੜਿਆਂ ਦਾ ਦਬਦਬਾ ਕਾਇਮ ਸੀਗਾ ਤੇ ਰਾਜੇ ਰਜਵਾੜੇ ਜੰਗਲਾਂ ਦੇ ਵਿੱਚ ਸ਼ਿਕਾਰ ਸ਼ੌਂਕ ਨਾਲ ਕਰਦੇ ਸੀ। 1950 ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੋਈ ਇਹੋ ਜਿਹਾ ਸਖਤ ਕਾਨੂੰਨ ਨਹੀਂ ਬਣਾਇਆ ਜਿਹਦੇ ਨਾਲ ਕਿ ਜੰਗਲੀ ਜੀਵਾਂ ਦੇ ਸ਼ਿਕਾਰ ਨੂੰ ਰੋਕਿਆ ਜਾ ਸਕੇ। ਦੇਸ਼ 'ਚ ਉਦੋਂ ਤੱਕ ਇਹ ਕੁਛ ਨਹੀਂ ਹੋਇਆ ਜਦੋਂ ਤੱਕ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਹੀਂ ਬਣੀ। 1970 ਤੋਂ ਬਾਅਦ ਇੰਟਰਨੈਸ਼ਨਲ ਪ੍ਰੈਸ਼ਰ ਪਿਆ, ਇੰਟਰਨੈਸ਼ਨਲ ਲੈਵਲ ਦੀਆਂ ਏਜੰਸੀਜ਼ ਦੇ ਦਬਾਅ 'ਚ ਆ ਕੇ ਸਾਨੂੰ ਵਾਈਲਡ ਲਾਈਫ ਨੂੰ ਸੈਂਟਰ ਸਰਕਾਰ ਨੂੰ ਆਪਣੇ ਹੱਥ 'ਚ ਲੈਣਾ ਪਿਆ। ਫਿਰ ਅੱਗੇ ਦਿੱਕਤ ਆ ਗਈ, ਸਾਡਾ ਜਿਹੜਾ ਕੌਨਸਟੀਟਿਊਸ਼ਨ ਆ ਉਹਦੇ 'ਚ 3 ਵਿਸ਼ੇ ਨੇ, 3 ਲਿਸਟਾਂ ਨੇ। ਇੱਕ ਸੈਂਟਰ ਦੀ ਲਿਸਟ ਆ, ਇੱਕ ਸਟੇਟ ਲਿਸਟ ਆ, ਇੱਕ ਕੌਨਕਰੈਂਟ ਲਿਸਟ ਆ। ਸੈਂਟਰ ਲਿਸਟ ਜਿਹੜੀ ਆ ਉਹਦਾ ਮਤਲਬ ਇਹ ਆ ਕਿ ਇਸ ਲਿਸਟ ਦੇ ਵਿੱਚ ਜਿਹੜੇ ਵੀ ਸਬਜੈਕਟ ਨੇ ਉਹਨਾਂ 'ਤੇ ਲਾਅ ਮੇਕਿੰਗ ਪਾਵਰ, ਕਾਨੂੰਨ ਬਣਾਉਣ ਦੀ ਸ਼ਕਤੀ ਸਿਰਫ ਕੇਂਦਰ ਸਰਕਾਰ ਕੋਲ ਆ। ਤੇ ਸਟੇਟ ਲਿਸਟ ਦੇ ਵਿੱਚ ਜਿਹੜੇ ਵਿਸ਼ੇ ਨੇ, ਸਬਜੈਕਟ ਨੇ, ਉਹਨਾਂ 'ਤੇ ਲਾਅ ਮੇਕਿੰਗ ਪਾਵਰ ਸਿਰਫ ਕਿਹਦੇ ਕੋਲ ਆ? ਸਟੇਟ ਗੌਰਮੈਂਟ ਕੋਲ ਆ। ਤੇ ਕੌਨਕਰੈਂਟ ਦੇ ਵਿੱਚ ਦੋਵਾਂ ਕੋਲ ਪਾਵਰ ਆ। ਇਨਵਾਇਰਮੈਂਟ ਤੇ ਵਾਈਲਡ ਲਾਈਫ ਉਹਨਾਂ ਸਮਿਆਂ 'ਚ 1970-71 ਦੀ ਗੱਲ ਆ, ਸਟੇਟ ਲਿਸਟ 'ਚ ਆਉਂਦਾ ਸੀਗਾ। ਸੈਂਟਰ ਇਹਦੇ 'ਤੇ ਕਾਨੂੰਨ ਵੀ ਨਹੀਂ ਬਣਾ ਸਕਦੀ ਸੀ।
ਤੇ ਪੋਲਿਟੀ ਪੜ੍ਹਾਉਂਦੇ ਹੋਏ ਬਹੁਤ ਡੈਪਥ 'ਚ ਜਾ ਕੇ ਮੈਂ ਦੱਸੂਗਾ ਇੱਕ ਬੜੀ ਖਾਸ ਗੱਲ ਕਿ ਜੇ ਕਦੀ ਸਟੇਟ ਲਿਸਟ ਤੇ ਸੈਂਟਰ ਨੇ ਕਾਨੂੰਨ ਬਣਾਉਣਾ ਵੀ ਹੋਵੇ ਨਾ, ਜੇ ਸਟੇਟ ਲਿਸਟ ਤੇ ਸੈਂਟਰ ਨੇ ਕਾਨੂੰਨ ਬਣਾਉਣਾ ਵੀ ਹੋਵੇ ਤਾਂ ਸੈਂਟਰ ਦੇ ਵਿੱਚ ਇੱਕ ਹਾਊਸ ਆ ਜਿੱਥੇ ਸਟੇਟਾਂ ਦੀ ਵੱਧ ਚੱਲਦੀ ਆ, ਰਾਜ ਸਭਾ ਦੇ ਵਿੱਚ 60% ਲੋਕ 66% ਲੋਕਾਂ ਦੀ ਮੈਜੋਰਟੀ ਨਾਲ ਪਰਮਿਸ਼ਨ ਲੈਣੀ ਪੈਂਦੀ ਹੈ। ਬੜਾ ਟਿਪੀਕਲ ਜਿਹਾ ਤਰੀਕਾ ਹੈ। ਇੱਕ ਵਧੀਆ ਤਰੀਕਾ ਹੋਰ ਆ ਕਿ ਚੱਕ ਕੇ ਉਸ ਸਬਜੈਕਟ ਨੂੰ ਵਾਈਲਡ ਲਾਈਫ ਤੇ ਇਨਵਾਇਰਨਮੈਂਟ ਨੂੰ ਚੱਕ ਕੇ ਕਿਹੜੀ ਲਿਸਟ 'ਚ ਪਾ ਲਓ, ਯੂਨੀਅਨ ਸੈਂਟਰ ਦੀ ਲਿਸਟ 'ਚ ਪਾ ਲਓ ਤਾਂ ਸੈਂਟਰ ਵਾਲੇ ਲਾਅ ਬਣਾ ਸਕਣਗੇ, ਤੇ ਜਾਂ ਚੱਕ ਕੇ ਕਿਹੜੀ ਲਿਸਟ 'ਚ ਪਾ ਲਓ, ਕੌਨਕਰੈਂਟ 'ਚ। ਉੱਥੇ ਵੀ ਤੁਸੀਂ ਵੀ ਬਣਾ ਸਕਦੇ ਹੋ, ਸਟੇਟ ਵਾਲੇ ਵੀ ਬਣਾ ਸਕਦੇ ਆ, ਪਰ ਜੇ ਸਟੇਟ ਤੇ ਸੈਂਟਰ ਇਕੱਠੇ ਬਣਾ ਦੇਣ ਫਿਰ ਸੈਂਟਰ ਦੀ ਵੀ ਚੱਲਦੀ ਆ। ਕੁੱਲ ਮਿਲਾ ਕੇ ਸੈਂਟਰ ਉਹਨੂੰ ਕੌਨਕਰੈਂਟ ਲਿਸਟ 'ਚ ਪਾ ਕੇ ਵਧੀਆ ਸਿਸਟਮ ਚਲਾ ਸਕਦਾ ਹੈ ਆਪਣਾ, ਜੇ ਚਲਾਉਣਾ ਚਾਹੇ ਤਾਂ। ਪਰ ਇੱਥੇ ਇੱਕ ਗੜਬੜ ਹੋ ਗਈ। ਸਟੇਟਾਂ ਨੂੰ ਵਿਸ਼ਵਾਸ 'ਚ ਲਏ ਬਿਨਾਂ ਹੀ ਇਹਦੇ ਵਾਸਤੇ ਇੱਕ ਲਿਸਟ 'ਚੋਂ ਵਿਸ਼ੇ ਨੂੰ ਕੱਢ ਕੇ ਦੂਜੀ ਲਿਸਟ 'ਚ ਪਾ ਦੇਣਾ, ਇਹਦੇ ਵਾਸਤੇ ਕੌਨਸਟੀਟਿਊਸ਼ਨ ਨੂੰ ਅਮੈਂਡ ਕਰਨ ਦੀ ਲੋੜ ਆ, ਕਿਉਂਕਿ ਇਹ ਗੱਲ ਕਿੱਥੇ ਲਿਖੀ ਆ ਭਲਾ, ਕੌਨਸਟੀਟਿਊਸ਼ਨ 'ਚ। ਤੇ ਯਾਦ ਰੱਖਿਓ, ਵੈਸੇ ਤਾਂ ਕੋਈ ਮੈਨੂੰ ਕਹਿ ਦੇ ਕਿ ਕੌਨਸਟੀਟਿਊਸ਼ਨ ਨੂੰ ਅਮੈਂਡ ਕਰਨਾ ਸੌਖਾ ਹੈ ਕਿ ਔਖਾ ਹੈ, ਮੈਂ ਕਹੂੰਗਾ ਕੌਨਸਟੀਟਿਊਸ਼ਨ ਨੂੰ ਅਮੈਂਡ ਕਰਨਾ ਬਹੁਤ ਔਖਾ ਹੈ। ਪਹਿਲਾਂ ਪਾਰਲੀਮੈਂਟ ਦੇ 2 ਹਾਊਸ ਹੁੰਦੇ ਆ, ਇੱਕ ਲੋਕ ਸਭਾ, ਇੱਕ ਕਿਹੜਾ, ਰਾਜ ਸਭਾ। ਪਹਿਲਾਂ ਇੱਕ ਹਾਊਸ 'ਚੋਂ 2/3 2/3 ਇੰਗਲਿਸ਼ 'ਚ ਕਹਿ ਲਓ 66.6% ਲੋਕਾਂ ਦੀ ਹਾਂ ਚਾਹੀਦੀ ਆ, ਫਿਰ ਦੂਜੇ ਹਾਊਸ 'ਚੋਂ ਫਿਰ ਜਾ ਕੇ ਕੌਨਸਟੀਟਿਊਸ਼ਨ ਅਮੈਂਡ ਹੁੰਦਾ ਹੈ। ਪਰ ਇੱਥੇ ਤਾਂ ਇੱਕ ਟਵਿਸਟ ਹੋਰ ਵੀ ਹੈ। ਇਹ ਜਿਹੜਾ ਇਹ ਚੇਂਜ ਦੇਖਣ ਨੂੰ ਮਿਲ ਰਿਹਾ ਹੈ ਕਿ ਸਟੇਟ ਲਿਸਟ 'ਚੋਂ ਸਬਜੈਕਟ ਨੂੰ ਕੱਢ ਕੇ ਕੌਨਕਰੈਂਟ ਲਿਸਟ 'ਚ ਪਾ ਦੇਣਾ, ਕੀ ਇਹਦੇ ਨਾਲ ਸਟੇਟਾਂ ਦੀ ਪਾਵਰ ਰਿਡਿਊਸ ਹੋ ਰਹੀ ਆ ਕਿ ਕੁਝ ਸਟੇਟਸ ਦੀ ਪਾਵਰ 'ਤੇ ਕੋਈ ਫਰਕ ਪੈ ਰਿਹਾ ਕਿ ਨਹੀਂ ਪੈ ਰਿਹਾ? ਪੈ ਰਿਹਾ, ਕਿਉਂਕਿ ਸਟੇਟਸ ਦੀ ਪਾਵਰ ਵੱਧ ਰਹੀ ਹੈ ਕਿ ਪਹਿਲਾਂ ਨਾਲੋਂ ਘਟ ਰਹੀ ਆ। ਜੇ ਕੋਈ ਚੀਜ਼ ਕੌਨਸਟੀਟਿਊਸ਼ਨ 'ਚ ਅਮੈਂਡਮੈਂਟ ਅਜਿਹੀ ਹੋਵੇ ਜਿਹੜੀ ਸਟੇਟਾਂ ਦੇ ਇੰਟਰਸਟ ਨੂੰ ਅਫੈਕਟ ਕਰੇ, ਜੇ ਕੋਈ ਇਹੋ ਜਿਹੀ ਚੇਂਜ ਹੋਵੇ ਜਿਹੜੀ ਸਟੇਟਾਂ ਦੇ ਹਿੱਤਾਂ ਦਾ ਨੁਕਸਾਨ ਜਾਂ ਫਾਇਦਾ ਕਰੇ, ਉਹਦੇ ਵਾਸਤੇ ਪਾਰਲੀਮੈਂਟ ਦੇ ਇਕੱਲੇ ਦੋਵਾਂ ਹਾਊਸ 'ਚੋਂ ਗੱਲ ਨਹੀਂ ਬਣਦੀ, ਨਾਲ ਸਾਰੀਆਂ ਸਟੇਟਾਂ ਨੂੰ ਵੀ ਪੁੱਛਣਾ ਪੈਂਦਾ ਹੈ। ਹੋਰ ਦੇਖੋ, ਕੌਨਸਟੀਟਿਊਸ਼ਨ ਨੂੰ ਅਮੈਂਡ ਕਰਨਾ ਹੋਰ ਔਖਾ ਹੈ, ਸਪੈਸ਼ਲੀ ਉਹਨਾਂ ਪ੍ਰੋਵੀਜ਼ਨਸ ਨੂੰ ਜਿਹੜੀ ਕਿਹਨਾਂ ਨਾਲ ਰਿਲੇਟਡ ਹੋਵੇ ਭਲਾ, ਸਟੇਟਸ ਨਾਲ ਰਿਲੇਟਡ। ਸਾਰੀਆਂ ਸਟੇਟਾਂ ਨੂੰ ਪੁੱਛ ਕੇ ਹਾਂ ਕਰਾਉਣੀ ਪੈਂਦੀ ਆ, ਕਿੰਨੀਆਂ ਸਟੇਟਾਂ ਦੀ, 50% ਦੀ। ਤਾਂ ਇਹ ਉਸ ਪ੍ਰਕਾਰ ਦਾ ਬਿੱਲ ਸੀਗਾ, ਇੰਦਰਾ ਗਾਂਧੀ ਨੇ ਹਾਂ ਕਰਵਾ ਲਈ ਸਾਰੀਆਂ ਸਟੇਟਾਂ ਦੀ, 50% ਸਟੇਟਾਂ ਦੀ। ਉਸ ਤੋਂ ਬਾਅਦ 1976 ਦੇ ਵਿੱਚ ਇੰਦਰਾ ਗਾਂਧੀ ਨੇ ਕੌਨਸਟੀਟਿਊਸ਼ਨ ਨੂੰ ਅਮੈਂਡ ਕੀਤਾ ਤੇ ਇਨਵਾਇਰਨਮੈਂਟ ਤੇ ਵਾਈਲਡ ਲਾਈਫ ਕਿਹੜੀ ਲਿਸਟ 'ਚ ਲਿਆਂਦੇ, ਦੋਵੇਂ ਕੌਨਕਰੈਂਟ ਲਿਸਟ 'ਚ। ਤੇ ਅੱਜ ਤੱਕ ਇਹ ਕੌਨਕਰੈਂਟ ਲਿਸਟ 'ਚ ਆ। ਤੇ 3 ਸਬਜੈਕਟ ਉਹਦੇ ਨਾਲ ਹੋਰ ਵੀ ਕੌਨਕਰੈਂਟ ਲਿਸਟ 'ਚ ਆਏ ਸੀ ਉਦੋਂ। ਇੱਕ ਐਜੂਕੇਸ਼ਨ ਆਇਆ ਸੀ, ਇੱਕ ਮਾਪ ਤੋਲ ਵੇਟ ਐਂਡ ਮੇਜਰਸ, ਤੇ ਇੱਕ ਐਡਮਿਨਿਸਟ੍ਰੇਸ਼ਨ ਆਫ ਕੋਰਟਸ ਅਦਾਲਤਾਂ ਦਾ ਪ੍ਰਸ਼ਾਸਨ। ਇਹ 5 ਸਬਜੈਕਟ ਇਕੱਠੇ ਹੀ ਚੱਕ ਕੇ ਸਟੇਟ ਲਿਸਟਾਂ 'ਚੋਂ ਕਿੱਧਰ ਪਾਤੇ ਸੀਗੇ, ਕੌਨਕਰੈਂਟ ਲਿਸਟ 'ਚ ਪਾਤੇ ਸੀ। ਪਰ ਹਾਂ, ਕੀ ਇੰਦਰਾ ਗਾਂਧੀ ਨੇ 1976 ਤੱਕ ਦਾ ਵੇਟ ਕੀਤਾ? ਇੰਦਰਾ ਗਾਂਧੀ ਬੜੀ ਚਲਾਕ ਸੀ, ਉਹਨੇ 1972 'ਚ ਹੀ ਉਹਨੂੰ ਪਤਾ ਸੀ ਕਿ ਸਟੇਟ ਲਿਸਟ ਤੇ ਸੈਂਟਰ ਕਦੇ ਵੀ ਲਾਅ ਨਹੀਂ ਬਣਾ ਸਕਦਾ। 1972 ਦੇ ਵਿੱਚ ਇੰਦਰਾ ਗਾਂਧੀ ਵਾਈਲਡ ਲਾਈਫ ਦੀ ਪ੍ਰੋਟੈਕਸ਼ਨ ਵਾਸਤੇ ਕਾਨੂੰਨ ਬਣਾਉਣਾ ਚਾਹੁੰਦੀ ਸੀ, ਤੇ ਉਸ ਟਾਈਮ ਇਹ ਸਬਜੈਕਟ ਕਿਹਨਾਂ ਦੇ ਦਾਇਰੇ 'ਚ ਸੀ, ਸਟੇਟਾਂ ਦੇ ਕਿ ਸੈਂਟਰ ਦੇ? ਸਟੇਟਸ ਦੇ ਦਾਇਰੇ 'ਚ। ਇੱਕੋ ਤਰੀਕੇ ਨਾਲ ਲਾਅ ਬਣ ਸਕਦਾ ਸੀ, ਜਾਂ ਤਾਂ ਰਾਜ ਸਭਾ ਦੀ ਮਨਜ਼ੂਰੀ ਲਈ ਜਾਵੇ ਪਹਿਲਾਂ 2/3 ਮੈਜੋਰਟੀ ਨਾਲ, ਪਰ ਉਹਦੇ 'ਚ ਇੱਕ ਪ੍ਰੋਬਲਮ ਆ, ਉਹਦੇ 'ਚ ਇੱਕ ਬਹੁਤ ਵੱਡੀ ਪ੍ਰੋਬਲਮ ਆ ਰਾਜ ਸਭਾ ਦੀ ਮਨਜ਼ੂਰੀ ਲੈਣ 'ਚ। ਜੇ ਤੁਸੀਂ ਰਾਜ ਸਭਾ ਦੀ ਪਰਮਿਸ਼ਨ ਲੈ ਕੇ ਕੋਈ ਸਟੇਟ ਲਿਸਟ ਤੇ ਲਾਅ ਬਣਾ ਵੀ ਦਿੱਤਾ ਨਾ, ਉਹ 1 ਸਾਲ ਹੀ ਚੱਲੂਗਾ, ਫੇਰ ਬਣਾਉਣਾ ਪੈਣਾ ਸੀ। ਇੱਕ ਤਰੀਕਾ ਹੋਰ ਆ, ਸਾਰੀਆਂ ਸਟੇਟਾਂ ਦੀ ਕੰਸੈਂਟ ਲੈ ਲਓ, ਜੇ ਸਾਡੇ ਦੇਸ਼ 'ਚ 28 ਸਟੇਟਾਂ ਹੈ ਤੇ 26 ਨੇ ਕੰਸੈਂਟ ਦੇਤੀ, ਤਾਂ ਪਾਰਲੀਮੈਂਟ ਜਾਂ ਸੈਂਟਰ ਦੀ ਸਰਕਾਰ ਇੱਕ ਲਾਅ ਬਣਾਊਗੀ ਸਟੇਟ ਸਬਜੈਕਟ ਤੇ ਹੀ, ਸੂਬਿਆਂ ਦੇ ਵਿਸ਼ੇ ਤੇ ਹੀ, ਪਰ ਉਹ ਚੱਲੂਗਾ 26 ਸਟੇਟਾਂ 'ਚ, ਪਰ ਚੱਲੂਗਾ ਸਾਰੀ ਉਮਰ। ਉਹਦੇ 'ਚ 1 ਸਾਲ ਦੀ ਵੈਲਿਡਿਟੀ ਦਾ ਕੋਈ ਚੱਕਰ ਨਹੀਂ। ਤੁਸੀਂ ਇਦਾਂ ਕਿਉਂ ਨਹੀਂ ਕਰ ਲੈਂਦੇ? ਤੁਸੀਂ ਸਾਰੀਆਂ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਬੁਲਾਓ ਤੇ ਕਹੋ ਅਸੀਂ ਤੁਹਾਡੇ ਤੇ ਧੱਕਾ ਕਰਕੇ, ਪ੍ਰੈਜ਼ੀਡੈਂਟ ਰੂਲ ਲਾ ਕੇ, ਤੁਹਾਡੀ ਸਰਕਾਰ ਭੰਗ ਕਰਕੇ, ਤੁਹਾਡੇ ਬੰਦਿਆਂ ਤੋਂ ਈਡੀ ਤੋਂ ਚਕਵਾ ਕੇ, CBI ਦੇ ਛਾਪੇ ਮਰਾ ਕੇ ਬਹੁਤ ਤੰਗ ਕਰਾਂਗੇ। ਉਹ ਕਹਿਣਗੇ ਜਨਾਬ ਕੰਮ ਦੱਸੋ ਕੀ ਆ? ਬਸ ਇੰਨਾ ਕੁ ਕੰਮ ਆ ਕਿ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਤੇ ਤੁਸੀਂ ਸਾਨੂੰ ਕੰਸੈਂਟ ਦੇ ਦਿਓ ਕਿ ਅਸੀਂ ਇਸ ਸਟੇਟ ਸਬਜੈਕਟ ਤੇ ਉਧਰੋਂ ਸਟੇਟ ਦਾ ਮੁੱਖ ਮੰਤਰੀ ਕਹੂਗਾ ਯਾਰ ਖਸਮਾਂ ਨੂੰ ਖਾਵੇ ਵਾਈਲਡ ਲਾਈਫ, ਖਸਮਾਂ ਨੂੰ ਖਾਵੇ ਜੰਗਲ, ਅਸੀਂ ਕੀ ਲੈਣਾ, ਮਰੀਏ, ਸਾਨੂੰ ਤਾਂ ਇਹ ਹੈ ਕਿ ਸਾਡੇ ਤੇ ਕੋਈ ਛਾਪਾ ਨਹੀਂ ਪੈਣਾ ਚਾਹੀਦਾ। ਸਾਰੀਆਂ ਸਟੇਟਾਂ ਨੇ ਇੰਦਰਾ ਗਾਂਧੀ ਨੂੰ ਲਿਖ ਕੇ ਦੇਤਾ ਤੇ 1972 'ਚ ਇੰਦਰਾ ਗਾਂਧੀ ਨੇ ਕਾਨੂੰਨ ਬਣਾਤਾ।
पर उस तो बाद अज तो बाद अगले बंदिਆਂ ਨੂੰ दिक्कत ना आवे वाइल्ड लाइफ प्रोटैक्शन ते लॉ बनाउण लगे। इस करके 1976 च उन्हें फिर 5 कॉमन जे सबजैक्ट जिहड़े कि अगे जाके सेंटर ते स्टेट दे विच रौला पैदा कर सकदे सी, इंदिरा गांधी ने वो सबजैक्ट किहड़ी लिस्ट चों कढ के किहड़ी लिस्ट च पाते, स्टेट लिस्ट चों कढ के किहड़ी लिस्ट च पाते, कॉन्करेंट लिस्ट च। 1976 च मोदी जी छोटे जे हुंदे सीगे, जे मोदी जी थोड़े जे वड्डे हुंदे तां इंदिरा गांधी नूं कह के आउंदे कि इंदिरा गांधी जी इदां करो अगे जाके ना 2020 च मेरे सिर च भी सवाह पाउणगे, ठीक आ। उदों कहणगे कि एग्रीकल्चर इज ए स्टेट सबजैक्ट, इदां करो एग्रीकल्चर नूं भी कॉन्करेंट लिस्ट च पा ही दो, नहीं तां कल नूं मेरे ते बहुत औखा होऊगा कि लोग। ते इंदिरा गांधी नूं जे मिले हुंदे तां इंदिरा गांधी एग्रीकल्चर नूं भी कित्थे पा दिंदी, कॉन्करेंट लिस्ट च पा दिंदी। पर फिलहाल एग्रीकल्चर हजे भी किहड़ी लिस्ट च आ, स्टेट लिस्ट च आ। असीं जदों धरनिਆਂ ते बैठे सी तां साडे स्टेजां तो जिहड़े लीडर बोले आ वो इक्को ही तां गल कहिंदे सी कि एग्रीकल्चर स्टेट सबजैक्ट आ, सेंटर ने उहदे ते कानून बनाई क्यों, चंगे जां माड़े दा बड़ी दूर दी गल आ, बस ये दसो कि बनाए क्यों। चंगे माड़े दी ते गल ही नहीं हैगी, हो कि चंगे सी कि माड़े सी, आ गल पल्ले पै गई अपने। आ जाओ आपां अपने मुद्दे ते चलदे हां। वाइल्ड लाइफ प्रोटैक्शन एक्ट 1972 ਤੇ ਉਸ ਤੋਂ ਬਾਅਦ ਬਣੇ ਫੋਰੈਸਟ ਕੰਜ਼ਰਵੇਸ਼ਨ ਐਕਟ, ਬਾਇਓਡਾਇਵਰਸਿਟੀ ਐਕਟ 1986 ਤੇ ਉਸ ਤੋਂ ਬਾਅਦ ਬਣਿਆ ਆਪਣਾ ਇਹੋ ਜਿਹੇ ਇਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ 1986 ਇਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ 1986, ਵਾਤਾਵਰਨ ਸੁਰੱਖਿਆ ਅਧੀਨਿਯਮ 1986, ਬਾਇਓਡਾਇਵਰਸਿਟੀ ਐਕਟ 2002, ਠੀਕ ਆ, ਜੈਵਿਕ ਵਿਭਿੰਨਤਾ ਅਧੀਨਿਯਮ 2002, उस तो पहला फॉरेस्ट कंजरवेशन एक्ट 1980, ठीक है, जंगल सुरक्षा अधिनियम 1980 तो उस तो पहला वाइल्ड लाइफ प्रोटैक्शन एक्ट 1972। 1972 वाला तो सारिया स्टेटां नूं पुछ के बन गया, पर जेड़े उस तो बाद 80 च 86 च 2000 च 2006 च एक्ट बने आ उन्हां वास्ते स्टेटां नूं पुछण दी कोई लोड़ हैगी आ हुण ना। हुण ये सबजैक्ट किहदी लिस्ट च भला, कॉन्करेंट लिस्ट च। तो इंदिरा गांधी गांह दी सोच के ते इंदिरा गांधी इत्थे सही सी कि गलत सी, 100% सही सी। स्टेटां ने जो वाइल्ड लाइफ का तो इन्वायरमेंट का नाश मारिया सी ना 1975 तक, तुसीं सोच भी नहीं सकते। जलूस कढ़ता सी साडियां स्टेटां ने। स्टेट सरकारां 'च हिम्मत ही नहीं हुंदी कि अपने जिहड़े टॉप के राजे महाराजे टाइप लोग आ उन्हां नूं जंगलां 'च जाण तो जां शिकार करन तो रोको, क्योंकि स्टेट सरकारां उन्हां दे दम ते ही इलैक्शन लड़दियां है। सेंटर सरकार जिहड़ी हुंदी आ ना वो फिर भी हिम्मत रख सकदी आ, क्योंकि उन्हां नूं स्टेट लैवल के जिहड़े तगड़े तगड़े बंदे हुंदे आ इन्हां नाल कोई बहुता इंटरस्ट नहीं हुंदा, उन्हां ने नैशनल मुद्दिआं ते इलैक्शन लड़ने हुंदे आ। इस करके सेंटर सरकार हिम्मत करे तां करे, स्टेट सरकारां कदी भी अपने जिहड़े स्टेट दे वड्डे वड्डे लोग हुंदे आ यार, स्टेट दीआं सरकारां जिहड़ियां हुंदियां ना वो तां 26-27 पिंडां दा एक बाबा होवे ना ਉਹਦੇ ਦਰਬਾਰ 'ਚ ਜਾ ਕੇ ਵੀ ਆਪਣਾ ਜਹਾਜ਼ ਲੈਂਡ ਕਰਾ ਲੈਂਦੇ ਆ ਕਿ ਬਈ ਆ 25-26 ਪਿੰਡਾਂ ਦੀਆਂ ਵੋਟਾਂ ਨਾਲ ਸਾਡੇ ਆ 2 ਅਸੈਂਬਲੀ ਦੇ ਹਲਕੇ ਜਿੱਤੇ ਜਾਣਗੇ। ਤਾਂ ਸਟੇਟ ਸਰਕਾਰਾਂ ਦੀ ਗਲਤੀ ਨਹੀਂ ਹੁੰਦੀ, ਉਹਨਾਂ ਤੇ ਦਬਾਅ ਹੀ ਇਦਾਂ ਦਾ ਹੁੰਦਾ ਹੈ। ਸਟੇਟ ਸਰਕਾਰਾਂ ਦੀ ਗਲਤੀ ਨਹੀਂ ਹੁੰਦੀ, ਉਹਨਾਂ ਤੇ ਦਬਾਅ ਹੀ ਇਦਾਂ ਦਾ ਹੁੰਦਾ ਹੈ। ਇਹ ਗੱਲ ਬਹੁਤ ਕਲੀਅਰ ਹੋਣੀ ਚਾਹੀਦੀ ਹੈ। ਭਾਰਤ 'ਚ ਕਿਹੜੇ-ਕਿਹੜੇ ਰਿਜ਼ਰਵ ਤੇ ਸੁਰੱਖਿਅਤ ਜੰਗਲ ਨੇ, ਹੁਣ ਉਹਨਾਂ ਦੀ ਗੱਲ ਕਰਦੇ ਹਾਂ। ਹੁਣ ਤੁਸੀਂ ਸੋਚ ਕੇ ਦੇਖੋ, ਆ ਜਿਹੜਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਮੈਂ ਤੁਹਾਨੂੰ ਇੰਨਾ ਸਿਰ ਖਪਾਇਆ ਹੈ, इस एक्ट नूं इन्ना ज़्यादा हजे पढ़ाया नहीं मैं, पर फिर भी इहदी एड्डी बैकग्राउंड च स्टोरी दसनी पई वजह, क्योंकि इसे एक्ट दे विच असीं 4 शब्द लिखे सीगे, 2 शब्द कि भारत दे विच होणगे नैशनल पार्क, भारत दे विच होणगे वाइल्ड लाइफ सेंचुरीज, राष्ट्री पार्क ते जीव जंगली जीव सेंचुरियां। ये 2 प्रकार के जंगल, जे जंगल दायरे च वड्डा है, एरिए च वड्डा है तो नैशनल पार्क कहलाऊगा, तो जे वो छोटा है तो की कहाऊगा, वाइल्ड लाइफ सेंचुरी। इन्हां दोवां च थोड़ा थोड़ा कानून च लिखिया गया वाइल्ड लाइफ प्रोटैक्शन एक्ट च कि इत्थे तुसीं आह कार्रवाई नहीं कर सकते, एवें भी नहीं कर सकते, घूम नहीं सकते, सड़कां नहीं बना सकते। हाँ, जिहड़े जंगलों च रहने वाले डिवेलरस ने वो माड़ी मोटी माइनर फॉरेस्ट प्रोड्यूस, छोटा मोटा जिहड़ा वाधू दा गैर लकड़ी वाले पत्ते पुत्ते आ वो चुग सकते हैं, ठीक है। इत्थे आ नहीं हो सकता, जे करूगा तो वाइल्ड लाइफ प्रोटैक्शन एक्ट सज़ा का प्रावधान भी करता है। देयर इज़ प्रोविजन ऑफ पनिशमेंट पेनल्टी इन वाइल्ड लाइफ प्रोटैक्शन एक्ट, जेकर तुसी किसी भी तरीके की उलंघना करते हो किहड़े एक्ट च, वाइल्ड लाइफ प्रोटैक्शन एक्ट च, यानी कि नैशनल पार्क या वाइल्ड लाइफ सेंचुरीज च। तो वाइल्ड लाइफ सेंचुरी ते नैशनल पार्क 2 शब्द ने जिहड़े वाइल्ड लाइफ प्रोटैक्शन एक्ट 1972 दे विचों निकल के बाहर आए। हुण तीसरे शब्द ते आ जाओ, बायोस्फेयर रिजर्व, जीव मंडल रिजर्व की हुंदा है, ठीक है ना। ये बायोस्फेयर रिजर्व्स की ने, उन्हां समयां 1970 दे विच ही एक यूनैस्को नाम की संस्था सीगी, इंटरनैशनल लैवल ते यूनाइटेड नेशनस की एक ऑर्गेनाइजेशन जिसका की नाम हैगा यूनैस्को। यूनैस्को वाले जिहड़े सीगे वो भी जीव मंडल बायोस्फेयर नूं बचाउण दीयां गल्लां करदे सीगे।
ਇਹ ਪੂਰੀ ਦੁਨੀਆ ਦੇ ਵਿੱਚ ਜਿਹੜਾ ਜੀਵ ਮੰਡਲ ਆ, ਬਾਇਓਸਫੇਅਰ ਆ, ਉਹਨੂੰ ਬਚਾਉਣ ਦੀ ਗੱਲ ਕਰਦੇ ਸੀ। ਮੈਂ ਤੁਹਾਨੂੰ ਬੜੀ ਵਾਰ ਦੱਸ ਚੁੱਕਿਆ ਕਿ ਜੀਵ ਮੰਡਲ ਦਾ ਮਤਲਬ ਕੀ ਹੁੰਦਾ, ਕਿ ਜਿੱਥੇ ਹਵਾ ਵੀ ਹੋਵੇ, ਧਰਤੀ ਵੀ ਹੋਵੇ, ਪਾਣੀ ਵੀ ਹੋਵੇ, ਤਿੰਨਾਂ ਦਾ ਫਿਊਜ਼ਨ ਹੋਵੇ, ਉਹਨੂੰ ਜੀਵ ਮੰਡਲ ਕਹਿੰਦੇ ਆ। ਵਾਯੂਮੰਡਲ, ਠੀਕ ਆ, ਇੱਕ ਪਾਸੇ ਵਾਯੂਮੰਡਲ ਦੀ ਗੱਲ ਕਰ ਲਓ, ਇੱਕ ਪਾਸੇ ਧਰਾਤਲ ਦੀ ਗੱਲ ਕਰ ਲਓ, ਇੱਕ ਪਾਸੇ ਆਪਣੇ ਕੋਲ ਜਲ ਮੰਡਲ ਦੀ ਗੱਲ ਕਰ ਲਓ। ਤਿੰਨਾਂ ਦੇ ਮੇਲ ਨੂੰ ਆਪਾਂ ਕੀ ਕਹਿੰਦੇ ਆ ਭਲਾ? ਜੀਵ ਮੰਡਲ, ਬਾਇਓਸਫੇਅਰ ਰਿਜ਼ਰਵ, ਬਾਇਓਸਫੇਅਰ। ਤਾਂ ਕਹਿੰਦੇ ਕਿ ਬਾਇਓਸਫੇਅਰਸ ਜਿਹੜੇ ਆ ਨਾ, ਇਹ ਸ਼ਬਦ ਬੜਾ ਇੰਪੋਰਟੈਂਟ ਆ। ਯੂਨੈਸਕੋ ਵਾਲਿਆਂ ਨੇ ਉਹਨਾਂ ਜੰਗਲਾਂ ਨੂੰ ਬਾਇਓਸਫੇਅਰ ਦਾ ਨਾਮ ਦਿੱਤਾ ਜਿਹੜੇ ਜੰਗਲਾਂ 'ਚ ਸਭ ਕੁਝ ਹੈਗਾ ਹੈ, ਹਵਾ, ਪਾਣੀ, ਸਭ ਕੁਝ ਸਾਫ਼ ਆ। ਉਹਨਾਂ ਨੇ ਦੁਨੀਆ ਨੂੰ ਕਿਹਾ ਕਿ ਇੱਕ ਇਨਸਾਨ ਨੂੰ ਜੰਗਲਾਂ ਦੇ ਨਾਲ ਜੀਣਾ ਚਾਹੀਦਾ ਹੈ। ਉਹਨਾਂ ਨੇ ਇੱਕ ਪ੍ਰੋਗਰਾਮ ਲਾਂਚ ਕੀਤਾ 1972-73 'ਚ, ਮੈਬ ਪ੍ਰੋਗਰਾਮ। ਕਿਹੜਾ ਭਲਾ? ਮੈਬ, ਮੈਨ ਐਂਡ ਬਾਇਓਸਫੇਅਰ। ਕਿਹੜਾ ਪ੍ਰੋਗਰਾਮ? ਮੈਨ ਐਂਡ ਬਾਇਓਸਫੇਅਰ। ਤੇ ਕਿਹਾ ਲੋਕਾਂ ਨੂੰ ਜੰਗਲਾਂ ਦੇ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ। ਤਾਂ ਉਹਨਾਂ ਦਾ ਜਿਹੜਾ ਮੈਬ ਪ੍ਰੋਗਰਾਮ ਸੀ, ਉਹਨਾਂ ਨੇ ਪੂਰੀ ਦੁਨੀਆ ਨਾਲ ਡਿਸਕਸ ਕੀਤਾ। ਭਾਰਤ ਸਰਕਾਰ ਵੀ ਗਈ ਹੋਊਗੀ ਉੱਥੇ ਡਿਸਕਸ ਕਰਨ, ਸਟਾਕਹੋਮ 'ਚ ਮੀਟਿੰਗ ਹੋਈ। ਤਾਂ ਮੈਬ ਵਾਲਿਆਂ ਦਾ ਪ੍ਰੋਗਰਾਮ ਜਿਹੜਾ ਸੀ ਭਾਰਤ ਨੂੰ ਵੀ ਜਚਿਆ। ਇਹਨਾਂ ਨੇ ਕਿਹਾ ਅਸੀਂ ਵੀ ਆਪਣੇ ਦੇਸ਼ ਦੇ ਵਿੱਚ ਬਾਇਓਸਫੇਅਰ ਡਿਕਲੇਅਰ ਕਰਾਂਗੇ। ਬਹੁਤ ਵੱਡਾ ਏਰੀਆ, ਕੋਈ ਪੂਰਾ ਦਾ ਪੂਰਾ ਪਹਾੜ, ਉਹਨੂੰ ਵੀ ਬਾਇਓਸਫੇਅਰ ਡਿਕਲੇਅਰ ਕੀਤਾ ਜਾ ਸਕਦਾ ਹੈ। ਭਾਰਤ ਦੇ ਵਿੱਚ ਭਾਰਤ ਸਰਕਾਰ ਨੂੰ ਭਾਰਤ ਦੇ ਲੋਕਾਂ ਨੇ ਪੁੱਛਿਆ ਕਿ ਤੁਸੀਂ ਇਹਨਾਂ ਦੇ ਅੰਦਰ ਵੀ ਕਾਨੂੰਨ ਬਣਾਓਗੇ? ਕਹਿੰਦੇ ਬਾਇਓਸਫੇਅਰ ਤਾਂ ਬਹੁਤ ਵੱਡਾ ਜੰਗਲ ਹੁੰਦਾ ਹੈ, ਉੱਥੇ ਅਸੀਂ ਕਾਨੂੰਨ ਨਹੀਂ ਬਣਾਵਾਂਗੇ, ਬਸ ਲੋਕਾਂ ਨੂੰ ਇੰਸਪਾਇਰ ਹੀ ਕਰਾਂਗੇ ਕਿ ਤੁਸੀਂ ਜੀਵਾਂ ਦੀ ਸੁਰੱਖਿਆ ਕਰਨੀ ਆ। ਹਾਂ, ਇੱਕ ਬਹੁਤ ਵੱਡਾ ਜੰਗਲ ਬਾਇਓਸਫੇਅਰ ਆ, ਕੀ ਪਤਾ ਉਹਦੇ ਅੰਦਰ ਇੱਕ ਛੋਟਾ ਜਿਹਾ ਏਰੀਆ 8 ਤੋਂ 10 ਸਕੁਅਰ ਕਿਲੋਮੀਟਰ ਦਾ ਏਰੀਆ ਨੈਸ਼ਨਲ ਪਾਰਕ ਹੋਵੇ, ਉੱਥੇ ਸਾਡੇ ਕਾਨੂੰਨ ਲੱਗਣਗੇ। ਬਾਇਓਸਫੇਅਰ ਵੀ ਇੱਕ ਅਜਿਹਾ ਇਲਾਕਾ ਹੈ ਜਿਹੜਾ ਜੰਗਲ ਹੀ ਆ। ਨੈਸ਼ਨਲ ਪਾਰਕ ਵੀ ਇੱਕ ਜੰਗਲ ਆ, ਪਰ ਨੈਸ਼ਨਲ ਪਾਰਕ ਦਾ ਜ਼ਿਕਰ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 'ਚ ਹੋਣ ਕਰਕੇ ਉਹ ਕਾਨੂੰਨ ਦੇ ਦਾਇਰੇ 'ਚ ਆ ਗਿਆ। ਤੇ ਬਾਇਓਸਫੇਅਰ ਰਿਜ਼ਰਵ ਕਾਨੂੰਨ ਦੇ ਦਾਇਰੇ 'ਚ ਨਹੀਂਗਾ, ਸਿਰਫ ਭਾਰਤ ਸਰਕਾਰ ਦੀ ਪਾਲਿਸੀ ਯਾਨੀ ਕਿ ਨੀਤੀਆਂ ਦੇ ਦਾਇਰੇ 'ਚ ਹੀ ਆ ਕਿ ਹਾਂ ਇੱਥੇ ਸੁਰੱਖਿਆ ਦੀ ਅਸੀਂ ਕੋਸ਼ਿਸ਼ ਕਰਾਂਗੇ, ਲੋਕਾਂ ਨੂੰ ਜਾਗਰੂਕ ਕਰਾਂਗੇ, ਰਿਸਰਚ ਕਰਨ ਤੋਂ ਕਦੀ ਨਹੀਂ ਰੋਕਾਂਗੇ। ਪਰ ਨੈਸ਼ਨਲ ਪਾਰਕ 'ਚ ਸਾਨੂੰ ਜੀਵ ਜੰਤੂਆਂ ਨੂੰ ਬਚਾਉਣ ਦੀ ਲੋੜ ਆ। ਉੱਥੇ ਬੜੀਆਂ ਗਤੀਵਿਧੀਆਂ, ਬੜੀਆਂ ਐਕਟੀਵਿਟੀਜ਼ ਨੂੰ ਰੋਕਣ ਦੀ, ਉਹਨਾਂ ਦੇ ਰੋਕਥਾਮ ਦੀ ਲੋੜ ਆ ਸਾਨੂੰ। ਆਹ ਗੱਲ ਦੱਸੋ, ਸਮਝ ਆਈ ਆ ਚੀਜ਼? ਚੰਗੀ ਤਰ੍ਹਾਂ ਪਤਾ ਲੱਗਿਆ ਕਿ ਉੱਥੇ ਸਾਨੂੰ ਉਹਨਾਂ ਦੀ ਰੋਕਥਾਮ ਦੀ ਬਹੁਤ ਜ਼ਬਰਦਸਤ ਲੋੜ ਆ। ਹਾਂ, ਨੋਰਮਲ ਜੰਗਲਾਂ ਦੇ ਵਿੱਚ ਸ਼ਾਇਦ ਸਾਡਾ ਕੰਮ ਚੱਲਦਾ ਹੋ ਜੇ। ਇੱਥੋਂ ਤੱਕ ਗੱਲ ਸਮਝ ਆ ਗਈ? ਸੋ ਆਹ ਕਹਾਣੀ ਤਾਂ ਤੁਹਾਨੂੰ ਸਾਰਿਆਂ ਤੋਂ ਵੱਧ ਪਤਾ ਹੋਣੀ ਚਾਹੀਦੀ ਆ ਕਿ ਜੇ ਮੈਂ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਜੰਗਲੀ ਜੀਵ ਸੈਂਚਰੀਜ਼ ਜਿਹੜੀਆਂ ਨੇ, ਵਾਈਲਡ ਲਾਈਫ ਸੈਂਚਰੀਜ਼ ਨੇ, ਇਹਨਾਂ ਦੀ ਗੱਲ ਕਰਾਂ ਤਾਂ ਇੱਥੇ ਹੰਟਿੰਗ, ਪ੍ਰੀਡੇਸ਼ਨ, ਸ਼ਿਕਾਰ ਵਗੈਰਾ ਤੋਂ ਰੋਕ ਟਾਕ ਹੁੰਦੀ ਆ। ਇੱਥੇ ਜੰਗਲੀ ਜੀਵ ਆਪਣੇ ਹੀ ਨੈਚੁਰਲ ਹੈਬੀਟੇਟ 'ਚ ਰਹਿ ਸਕਦੇ ਆ। ਲੋਕਾਂ ਨੂੰ ਕੁਛ ਕੁ ਹੱਕ ਦਿੱਤੇ ਹੁੰਦੇ ਆ ਅੰਦਰ ਜਾਣ ਦੇ, ਗਰੇਜ਼ਿੰਗ, ਫਾਇਰਵੁੱਡ ਕਲੈਕਟ ਕਰਨ ਦੇ। ਪਰ ਨੈਸ਼ਨਲ ਪਾਰਕ ਨਾਲੋਂ ਇੱਥੇ ਕਾਨੂੰਨ ਥੋੜ੍ਹੇ ਜਿਹੇ ਰਿਲੈਕਸ ਹੁੰਦੇ ਆ, ਏਰੀਆ ਥੋੜ੍ਹਾ ਜਿਹਾ ਘੱਟ ਹੁੰਦਾ ਹੈ, ਸਟੇਟ ਸਰਕਾਰਾਂ ਦੇ ਕੰਟਰੋਲ 'ਚ ਹੁੰਦਾ ਹੈ। ਨੈਸ਼ਨਲ ਪਾਰਕ ਜ਼ਿਆਦਾ ਕੰਟਰੋਲ ਸੈਂਟਰ ਸਰਕਾਰ ਆਪਣੇ ਅੰਡਰ ਰੱਖਦੀ ਆ, ਹੁੰਦਾ ਵੀ ਸਟੇਟਾਂ ਦਾ ਹੀ ਆ। ਪਰ ਇਹਦੇ 'ਚ ਤੇ ਇਹਦੇ 'ਚ ਸਿਰਫ ਦਾਇਰੇ ਦਾ ਤੇ ਥੋੜ੍ਹਾ ਜਿਹਾ ਫਰਕ ਹੁੰਦਾ ਹੈ ਆਪਾਂ ਨੂੰ ਕਿ ਨੈਸ਼ਨਲ ਪਾਰਕ 'ਚ ਕਾਨੂੰਨ ਥੋੜ੍ਹੇ ਜਿਹੇ ਜ਼ਿਆਦਾ ਸਟ੍ਰਿਕਟ ਨੇ, ਵਾਈਲਡ ਲਾਈਫ ਸੈਂਚਰੀ 'ਚ ਕਾਨੂੰਨ ਜਿਹੜੇ ਆ ਥੋੜ੍ਹੇ ਜਿਹੇ ਘੱਟ ਸਟ੍ਰਿਕਟ ਨੇ, ਸਾਈਜ਼ ਵੀ ਥੋੜ੍ਹਾ ਹੁੰਦਾ ਹੈ। ਪਰ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਦਾਇਰੇ 'ਚ ਆਉਂਦੀ ਆ। ਪੰਜਾਬ 'ਚ ਵੀ 12-13 ਵਾਈਲਡ ਲਾਈਫ ਸੈਂਚਰੀਜ਼ ਨੇ। ਗੱਲ ਕਰੀਏ ਨੈਸ਼ਨਲ ਪਾਰਕ ਦੀ, ਇਹ ਬਿਲਕੁਲ ਵਾਈਲਡ ਲਾਈਫ ਵਾਸਤੇ ਰਿਜ਼ਰਵ ਏਰੀਆ ਹੈ, ਠੀਕ ਆ, ਜਿਹੜਾ ਕਿ ਉਹਨਾਂ ਵਾਸਤੇ ਵਰਤਿਆ ਜਾ ਸਕਦਾ ਹੈ। ਮੁੱਖ ਦੀ ਗੱਲ ਸਿਰਫ ਇਹ ਆ ਕਿ ਦਾ ਡਿਫਰੈਂਸ ਬਿਟਵੀਨ ਸੈਂਚਰੀ ਐਂਡ ਕਿ ਨੈਸ਼ਨਲ ਪਾਰਕ ਤੇ ਵਾਈਲਡ ਲਾਈਫ ਸੈਂਚਰੀ 'ਚ ਸਿਰਫ ਇੰਨਾ ਕੁ ਫਰਕ ਆ, ਇੱਕ ਤਾਂ ਏਰੀਏ ਦਾ ਕਿ ਨੈਸ਼ਨਲ ਪਾਰਕ ਏਰੀਆ ਵਾਈਜ਼ ਜ਼ਿਆਦਾ ਹੁੰਦਾ ਹੈ, ਸੈਂਚਰੀ 'ਚ ਕੁਛ ਕੁ ਹੱਕ ਲੋਕਾਂ ਨੂੰ ਮਿਲੇ ਹੁੰਦੇ ਆ। ਨੈਸ਼ਨਲ ਪਾਰਕ 'ਚ ਜਿੱਥੋਂ ਨੈਸ਼ਨਲ ਪਾਰਕ ਦਾ ਏਰੀਆ ਸ਼ੁਰੂ ਹੋ ਜੇ, ਮੰਨ ਲਓ ਆ ਭਾਰਤ ਦਾ ਬਹੁਤ ਵੱਡਾ ਪਹਾੜੀ ਜੰਗਲ ਆ, ਇਹ ਬਾਇਓਸਫੀਅਰ ਰਿਜ਼ਰਵ ਡਿਕਲੇਅਰ ਕਰ ਰੱਖਿਆ ਭਾਰਤ ਸਰਕਾਰ ਨੇ ਕਿ ਇਹਦੇ ਅੰਦਰ ਅਸੀਂ ਰਿਸਰਚ ਵਗੈਰਾ ਨੂੰ ਰੋਕ ਨਹੀਂ ਸਕਦੇ, ਲੋਕਾਂ ਨੂੰ ਘੁੰਮਣ ਤੋਂ ਨਹੀਂ ਰੋਕ ਸਕਦੇ। ਪਰ ਇਸ ਬਾਇਓਸਫੀਅਰ ਰਿਜ਼ਰਵ ਦੇ ਅੰਦਰ ਆਹ ਏਰੀਆ ਨੈਸ਼ਨਲ ਪਾਰਕ ਆ, ਇਹ ਫਲਾਣਾ ਨੈਸ਼ਨਲ ਪਾਰਕ ਆ, ਇਹਦੇ ਅੰਦਰ ਦਾ ਸਾਰਾ ਸਟ੍ਰਿਕਟ ਆ। ਇੱਕ ਛੋਟਾ ਜਿਹਾ ਜੰਗਲ ਹੋਰ ਆ ਇੱਥੇ, ਉਹ ਛੋਟਾ ਜਿਹਾ ਏਰੀਆ ਹੈ, ਉਹਨੂੰ ਕੀ ਡਿਕਲੇਅਰ ਕਰਤਾ? ਵਾਈਲਡ ਲਾਈਫ ਸੈਂਚਰੀ। ਇੱਕ ਹੋਰ ਇੱਥੇ ਇੱਕ ਹੋਰ ਜੰਗਲ ਆ, ਇੱਥੇ ਟਾਈਗਰ ਬਹੁਤ ਨੇ, ਇਹ ਨੈਸ਼ਨਲ ਪਾਰਕ ਆ ਕਿਉਂਕਿ ਇਸ ਨੈਸ਼ਨਲ ਪਾਰਕ 'ਚ ਟਾਈਗਰ ਬਹੁਤ ਨੇ। ਤੇ ਭਾਰਤ 'ਚ ਇੱਕ ਗੱਲ ਇਹ ਵੀ ਹੈ ਕਿ ਜਿਹੜੇ ਨੈਸ਼ਨਲ ਪਾਰਕ 'ਚ ਜਾਂ ਜਿਹੜੀ ਜਗ੍ਹਾ 'ਤੇ ਟਾਈਗਰ ਬਹੁਤ ਨੇ, ਬੇਸ਼ੱਕ ਉਹ ਨੈਸ਼ਨਲ ਪਾਰਕ ਹੈਗਾ ਕਿ ਨਹੀਂ ਹੈਗਾ, ਉਹਨੂੰ ਨਾਲ ਹੀ ਟਾਈਗਰ ਰਿਜ਼ਰਵ ਵੀ ਡਿਕਲੇਅਰ ਕਰ ਦਿਓ। ਉਹਨੂੰ ਕੀ ਡਿਕਲੇਅਰ ਕਰ ਦਿਓ? ਨਾਲ ਹੀ ਟਾਈਗਰ ਰਿਜ਼ਰਵ ਵੀ ਡਿਕਲੇਅਰ ਕਰ ਦਿਓ। ਜੇ ਉੱਥੇ ਐਲੀਫੈਂਟ ਵੀ ਜ਼ਿਆਦਾ, ਉਹਨੂੰ ਐਲੀਫੈਂਟ ਰਿਜ਼ਰਵ ਵੀ ਡਿਕਲੇਅਰ ਕਰ ਦਿਓ। ਇਸ ਕਰਕੇ ਬਹੁਤ ਓਵਰਲੈਪਿੰਗ ਆ। ਇੱਕ ਬਾਇਓਸਫੀਅਰ ਰਿਜ਼ਰਵ ਦੇ ਅੰਦਰ ਨੈਸ਼ਨਲ ਪਾਰਕ ਵੀ ਹੋ ਸਕਦਾ ਹੈ, ਟਾਈਗਰ ਰਿਜ਼ਰਵ ਵੀ ਹੋ ਸਕਦਾ, ਵਾਈਲਡ ਲਾਈਫ ਸੈਂਚਰੀਜ਼ ਵੀ ਹੋ ਸਕਦੀਆਂ 2-2 3-3, ਤੇ ਇੱਕ ਨੈਸ਼ਨਲ ਪਾਰਕ ਹੋਣ ਦੇ ਨਾਲ ਨਾਲ ਟਾਈਗਰ ਰਿਜ਼ਰਵ ਵੀ ਹੋ ਸਕਦਾ ਹੈ। ਤੁਸੀਂ ਕਹੋਗੇ ਟਾਈਗਰ ਰਿਜ਼ਰਵ ਦਾ ਜ਼ਿਕਰ ਤਾਂ ਤੁਸੀਂ ਕੀਤਾ ਨਹੀਂ, ਕਿ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਅੰਦਰ ਤੁਸੀਂ ਕਹਿਤਾ 2 ਚੀਜ਼ਾਂ ਹੁੰਦੀਆਂ ਨੇ, ਕਿਹੜੀਆਂ ਭਲਾ? ਜਾਂ ਨੈਸ਼ਨਲ ਪਾਰਕ ਤੇ ਜਾਂ ਕੀ ਹੁੰਦਾ ਹੈ? ਵਾਈਲਡ ਲਾਈਫ ਸੈਂਚਰੀ। ਇਹ ਟਾਈਗਰ ਰਿਜ਼ਰਵ ਤਾਂ ਤੁਸੀਂ ਸ਼ਬਦ ਬੋਲਿਆ ਨਹੀਂ ਕਦੀ।
टाइगर रिजर्व जिहड़ा है वो कित्थे आउंदा है, ਉਹਦਾ शब्द ਉਹਦਾ ਜ਼ਿਕਰ कित्थे आया है ਉਹ ਅੱਡ ਦੱਸੂਗਾ। ਉਹ ਵੀ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਵਿੱਚ ਹੀ ਲਿਖਿਆ ਹੋਇਆ ਹੈ ਟਾਈਗਰ ਰਿਜ਼ਰਵ ਸ਼ਬਦ। ਤੇ ਇੱਕ ਐਲੀਫੈਂਟ ਰਿਜ਼ਰਵ, ਜੇ ਕੋਈ ਜੰਗਲ ਜਿੱਥੇ ਐਲੀਫੈਂਟਸ ਜ਼ਿਆਦੇ ਨੇ ਤੇ ਉਹਨੂੰ ਬਚਾਉਣ ਦੀ ਗੱਲ ਹੈ ਐਲੀਫੈਂਟਸ ਨੂੰ, ਤਾਂ ਉਸ ਏਰੀਏ ਨੂੰ ਐਲੀਫੈਂਟ ਰਿਜ਼ਰਵ ਵੀ ਡਿਕਲੇਅਰ ਕਰਿਆ ਜਾ ਸਕਦਾ ਹੈ। ਇਹ ਵੀ ਗੱਲ ਬਹੁਤ ਖਾਸ ਆ। ਪਰ ਬਾਇਓਸਫੇਅਰ ਵਾਸਤੇ ਭਾਰਤ 'ਚ ਕੋਈ ਕਾਨੂੰਨ ਨਹੀਂ ਹੈਗਾ। ਬਾਇਓਸਫੇਅਰ ਕਿਹਨਾਂ ਦੇ ਪ੍ਰੋਗਰਾਮ ਹੈ? ਬਾਇਓਸਫੇਅਰ ਕਿਹਨਾਂ ਦੇ ਪ੍ਰੋਗਰਾਮ ਨਾਲ ਬਣੀ ਹੋਈ ਚੀਜ਼ ਆ? ਯੂਨੈਸਕੋ ਦੇ। ਕਿਹੜੇ ਪ੍ਰੋਗਰਾਮ ਨਾਲ? ਮੈਬ, ਮੈਨ ਐਂਡ ਬਾਇਓਸਫੇਅਰ। ਤੇ ਪ੍ਰੋਗਰਾਮ ਕਦੋਂ ਚਲਾਇਆ ਸੀ ਉਹਨਾਂ ਨੇ? 1973 ਚ। ਉਹਦੇ ਤਹਿਤ ਭਾਰਤ 'ਚ ਕਿੰਨੇ ਜੰਗਲਾਂ ਨੂੰ ਬਾਇਓਸਫੇਅਰ ਰਿਜ਼ਰਵ ਡਿਕਲੇਅਰ ਕਰ ਰੱਖਿਆ? 18। ਜੇ ਤੁਹਾਡੇ 'ਚ ਕੋਈ ਹੇਮਕੁੰਡ ਮੱਥਾ ਟੇਕਣ ਗਿਆ ਨਾ ਤਾਂ ਤੁਸੀਂ ਸਮਝ ਲਓ ਕਿ ਹੇਮਕੁੰਡ ਜਿਹੜੀ ਪਹਾੜੀ ਤੇ ਹੈ ਨਾ, ਪੂਰੀ ਦੀ ਪੂਰੀ ਬਦਰੀਨਾਥ ਤੋਂ ਲੈ ਕੇ ਕੇਦਾਰਨਾਥ ਤੋਂ ਪੂਰੀ ਦੀ ਪੂਰੀ ਪਹਾੜੀ ਹੀ ਬਾਇਓਸਫੇਅਰ ਰਿਜ਼ਰਵ ਆ। ਤੇ ਉਸ ਰਿਜ਼ਰਵ ਦੇ ਅੰਦਰ ਘੱਟੋ ਘੱਟ 20 10 5 3 4 20 25 ਜ਼ਿਆਦਾ ਹੋ ਗਏ, 2-3 ਤਾਂ ਨੈਸ਼ਨਲ ਪਾਰਕ ਲੱਭ ਜਾਣੇ ਆ ਤੇ ਵਿੱਚ 5-6 ਵਾਈਲਡ ਲਾਈਫ ਸੈਂਚਰੀਜ਼ ਲੱਭ ਜਾਣੀਆਂ। ਤਾਂ ਇੱਕ ਨੈਸ਼ਨਲ ਪਾਰਕ ਦੇ ਅੰਦਰ, ਇੱਕ ਬਾਇਓਸਫੇਅਰ ਰਿਜ਼ਰਵ ਦੇ ਅੰਦਰ 2 ਜਾਂ 3 ਨੈਸ਼ਨਲ ਪਾਰਕ ਵੀ ਹੋ ਸਕਦੇ ਆ। ਨੈਸ਼ਨਲ ਪਾਰਕ ਦਾ ਟਿਪੀਕਲ ਉਹ ਏਰੀਆ ਜਿੱਥੇ ਤੁਸੀਂ ਕਾਨੂੰਨ ਬਣਾਉਣਾ ਚਾਹੁੰਦੇ ਹੋ। ਬਾਇਓਸਫੇਅਰ ਰਿਜ਼ਰਵ ਦਾ ਬਹੁਤ ਵੱਡਾ ਏਰੀਆ ਹੋ ਗਿਆ ਨਾ, ਪੂਰੇ ਦਾ ਪੂਰਾ ਪਹਾੜੀ ਬਾਇਓਸਫੇਅਰ ਰਿਜ਼ਰਵ ਡਿਕਲੇਅਰ ਹੋ ਜਾਂਦਾ ਹੈ। ਇਹ ਗੱਲ ਪੱਲੇ ਪੈ ਗਈ ਨਾ। ਸਾਊਥ ਇੰਡੀਆ 'ਚ ਨੀਲਗਿਰੀ ਦੇ ਪੂਰੇ ਦੇ ਪੂਰੀ ਪਹਾੜਾਂ ਦੀ ਸ਼ੰਖਲਾ ਜਿਹੜੀ ਆ, ਰੇਂਜ ਆ ਜਿਹੜੀ, ਉਹ ਪੂਰੀ ਦੀ ਪੂਰੀ ਰੇਂਜ ਹੀ ਬਾਇਓਸਫੇਅਰ ਰਿਜ਼ਰਵ ਆ। ਉਹਦੇ ਅੰਦਰ ਅਗਸਥਿਆ ਮਲਾਈ ਫਲਾਂ ਕਈ ਵਿੱਚ ਵਿੱਚ ਆ ਜਾਣਗੇ। ਕੀ ਭਲਾ? ਨੈਸ਼ਨਲ ਪਾਰਕ। ਠੀਕ ਆ, ਅਗਸਥਿਆ ਮਲਾਈ ਚਲੋ ਮੰਨਿਆ ਕਿ ਇੱਕ ਪੂਰੀ ਬਾਇਓਸਫੇਅਰ ਆ, ਉਹਦੇ ਅੰਦਰ ਵੀ ਛੋਟੇ ਛੋਟੇ 1-2 ਜੰਗਲ ਨੇ ਜਿਹੜੇ ਨੈਸ਼ਨਲ ਪਾਰਕ ਨੇ ਜਾਂ ਕੀ ਨੇ? ਵਾਈਲਡ ਲਾਈਫ ਸੈਂਚਰੀ। ਉਹ ਨੈਸ਼ਨਲ ਪਾਰਕ ਨੇ ਜਾਂ ਵਾਈਲਡ ਲਾਈਫ ਸੈਂਚਰੀ ਨੇ, ਇਹ ਡਿਪੈਂਡ ਕਰਦਾ ਉਹਨਾਂ ਦੇ ਸਾਈਜ਼ ਤੇ ਕਿ ਉਹਨਾਂ ਦਾ ਸਾਈਜ਼ ਕਿੰਨਾ ਕੁ। ਆਹ ਗੱਲ ਦੱਸੋ, ਸਮਝ ਆ ਗਈ ਆ ਚੀਜ਼? ਨੈਕਸਟ ਕਹਿੰਦਾ ਕਿ ਇਹਨਾਂ ਦੇ ਅੰਦਰ ਕੋਈ ਗਰੇਜ਼ਿੰਗ ਐਕਟੀਵਿਟੀ ਨਹੀਂ ਹੁੰਦੀ ਨੈਸ਼ਨਲ ਪਾਰਕ ਦੇ ਅੰਦਰ। ਪਰ ਜਿਹੜਾ ਉਹ ਹੁੰਦਾ ਹੈ ਵਾਈਲਡ ਲਾਈਫ ਸੈਂਚਰੀ ਆ, ਉਹ ਛੋਟੇ ਹੁੰਦੇ ਸਾਈਜ਼ 'ਚ, ਦਾਇਰਾ ਥੋੜਾ ਹੁੰਦਾ ਹੈ। ਉੱਥੋਂ ਦਾ ਜਿਹੜਾ ਚੀਫ ਵਾਈਲਡ ਲਾਈਫ ਵਾਰਡਨ ਹੁੰਦਾ ਨਾ, ਉਹਦੀ ਪਰਮਿਸ਼ਨ ਨਾਲ ਉੱਥੇ ਕੁਛ ਹੱਦ ਤੱਕ ਗਰੇਜ਼ਿੰਗ ਦੀਆਂ ਐਕਟੀਵਿਟੀਜ਼ ਨੂੰ ਰੈਗੂਲੇਟ ਕੀਤਾ ਜਾ ਸਕਦਾ ਹੈ। ਠੀਕ ਆ, ਆਹੀ ਇੱਕ ਚੀਫ ਵਾਈਲਡ ਲਾਈਫ ਵਾਰਡਨ, ਇਹਨੂੰ ਆਪਾਂ ਨਾ ਉਸ ਵਾਈਲਡ ਲਾਈਫ ਸੈਂਚਰੀ ਦਾ ਕੰਜ਼ਰਵੇਟਰ ਕਹਿ ਦਿੰਦੇ ਆ ਜਾਂ ਐਕਸਟਰਾ ਕੰਜ਼ਰਵੇਟਰ ਕਹਿ ਦਿੰਦੇ ਆ। ਇਹ ਪੋਸਟਾਂ ਜਿਹੜੀਆਂ ਨੇ ਇਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੀ ਕੱਢਦਾ ਹੈ, PPSC ਵੀ ਕੱਢਦਾ ਹੈ ਤੇ UPSC ਵੀ। ਇਹਨਾਂ ਸਾਰਿਆਂ ਦਾ ਜਿਹੜਾ ਚੀਫ ਹੁੰਦਾ ਹੈ, ਜਿਹੜਾ ਚੀਫ ਕੰਜ਼ਰਵੇਟਰ ਹੁੰਦਾ ਹੈ, ਉਹ IFS ਹੁੰਦਾ ਹੈ, ਇੰਡੀਅਨ ਫੋਰੈਸਟ ਸਰਵਿਸਿਜ਼। ਉਹ IS ਦੇ ਪੇਪਰ ਦੇ ਥਰੂ ਭਰਤੀ ਹੁੰਦਾ ਹੈ। ਉਹਦੇ ਵਰਗਾ ਹੀ ਇੱਕ ਹੋਰ ਪੇਪਰ ਹੁੰਦਾ ਹੈ। ਉਸ ਤੋਂ ਥੱਲੜੇ ਜਿਹੜੇ ਹੁੰਦੇ ਆ ਉਹਨਾਂ ਨੂੰ PPSC ਭਰਤੀ ਕਰਦੀ ਹੈ ਆਪਣੇ ਪੇਪਰ ਦੇ ਥਰੂ। ਠੀਕ ਆ ਨਾ? ਤਾਂ ਉਹ PCS ਦਾ ਪੇਪਰ ਨਹੀਂ ਹੁੰਦਾ। PPSC ਆਪਣਾ ਹੀ ਇੱਕ ਆਬਜੈਕਟਿਵ ਟਾਈਪ ਪੇਪਰ ਲੈਂਦੀ ਹੈ। ਬਸ ਉਹਦੇ 'ਚ ਕੁਛ ਲਿਮਿਟੇਸ਼ਨਸ ਹੁੰਦੀਆਂ ਹੈ ਕਿ ਪੇਪਰ ਸਿਰਫ ਉਹੀ ਬੱਚੇ ਭਰ ਸਕਦੇ ਆ ਜਿਨ੍ਹਾਂ ਦਾ ਬੈਕਗਰਾਊਂਡ ਸਾਇੰਸ ਦਾ ਹੈ, BTech ਟਾਈਪ ਦਾ ਹੈ। ਠੀਕ ਆ, ਪਰ ਉਹੀ ਬੱਚਿਆਂ ਵਾਸਤੇ ਉਹ ਪੇਪਰ ਆਉਂਦਾ ਤੇ ਉਹ ਪੇਪਰ ਆਉਣਾ ਹੈ। PCS ਲੈਵਲ ਦੀ ਪੋਸਟ ਹੁੰਦੀ ਹੈ, ਪਰ PCS ਦਾ ਪੇਪਰ ਨਹੀਂ ਹੁੰਦਾ, ਇਕੱਲਾ ਆਬਜੈਕਟਿਵ ਪੇਪਰ ਹੀ ਹੁੰਦਾ ਉਹ। ਤੇ ਉਸ ਪੇਪਰ ਦੀ ਖਾਸੀਅਤ ਉਹੀ ਆ, ਨੈਬ ਤਹਿਸੀਲਦਾਰ ਗਰੁੱਪ B ਦੀ ਪੋਸਟ ਆ ਤੇ ਉਹ ਪੇਪਰ ਜਿਹੜਾ ਹੈ ਉਹ ਗਰੁੱਪ A ਦੀ ਪੋਸਟ ਆ। ਤਾਂ ਪੇਪਰ ਬਹੁਤ ਅਲਟੀਮੇਟ ਆ। ਉਹ ਪੇਪਰ 2019 'ਚ ਹੋਇਆ ਸੀ, ਵਿਵਾਦਾਂ 'ਚ ਪੈਣ ਕਰਕੇ ਕੈਂਸਲ ਹੋ ਗਿਆ। ਠੀਕ ਆ, ਜਿਵੇਂ ਦੇ ਵਿਵਾਦ ਨੈਬ ਤਹਿਸੀਲਦਾਰ ਨਾਲ ਜੁੜੇ ਆ ਉਵੇਂ ਦੀ ਉਹਦੇ ਨਾਲ ਜੁੜੇ ਸੀ, ਉਹ ਤਾਂ ਕੈਂਸਲ ਹੋ ਗਿਆ। ਹੁਣ ਉਸੇ ਲਾਈਨ 'ਚ ਅੱਗੇ ਇਹ ਖੜਾ ਹੋਇਆ ਹੈ। ਠੀਕ ਆ, ਤਾਂ PPSC ਦਾ ਉਹ ਪੇਪਰ ਕਦੇ ਵੀ ਸਿਰੇ ਨਹੀਂ ਚੜ੍ਹਦਾ ਜਿੱਥੇ ਇਹ ਸੋਚਦੇ ਆ ਕਿ ਅਸੀਂ ਆਪਣੇ ਰੂਲਸ ਦੇ ਮੁਤਾਬਕ ਪੇਪਰ ਲੈ ਲਾਂਗੇ, ਕੋਈ ਚੱਕਰ ਹੀ ਨਹੀਂ, ਸਾਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ ਹੈ। ਠੀਕ ਆ, ਤਾਂ ਦੇਖੋ ਓਬਵੀਅਸ ਜੀ ਗੱਲ ਆ, ਜਿਹੜਾ ਬੰਦਾ ਤੁਹਾਡੇ ਤੋਂ ਖਫਾ ਹੋਇਆ ਹੈ, ਜੇ ਤਾਂ ਉਹਦਾ ਪੇਪਰ ਕਲੀਅਰ ਹੋ ਜਾਏ ਫਿਰ ਤਾਂ ਕੋਈ ਚੱਕਰ ਨਹੀਂ, ਪਰ ਜਿਹਦਾ ਪੇਪਰ ਨਾ ਕਲੀਅਰ ਹੋਏ, ਇਹੋ ਜਿਹੇ 4-5 ਤਾਂ ਲੱਭ ਹੀ ਜਾਂਦੇ ਆ। ਤੇ ਲੂਪ ਹੋਲਸ ਤੁਸੀਂ ਇੰਨੇ ਛੱਡ ਜਾਂਦੇ ਹੋ ਪੇਪਰ ਲੈਣ 'ਚ ਕਈ ਵਾਰ, ਤਾਂ ਕਿ ਫਿਰ ਉਸ ਚੀਜ਼ ਤੁਸੀਂ ਆਪਣੇ ਆਪ ਨੂੰ ਆਪੇ ਹੀ ਕਰਵਾ ਲੈਂਦੇ ਹੋ, ਘੇਰੇ ਜਾਂਦੇ ਹੋ। ਸੋ ਉੱਥੇ ਤੁਸੀਂ ਫਸ ਜਾਂਦੇ ਹੋ। ਖੈਰ, ਆਪਾਂ ਆਪਣੇ ਮੁੱਦੇ 'ਤੇ ਵਾਪਸ ਚੱਲਦੇ ਹਾਂ। ਨੈਸ਼ਨਲ ਪਾਰਕ ਤੇ ਵਾਈਲਡ ਲਾਈਫ ਦੇ ਵਿੱਚ ਫਰਕ ਕੀ ਆ? ਇੱਕ ਤਾਂ ਇਹਦੇ ਅੰਦਰ ਜਿਹੜੇ ਰਿਸੋਰਸਿਸ ਨੇ, ਨੈਸ਼ਨਲ ਪਾਰਕ 'ਚ ਤਾਂ ਬਹੁਤ ਰਿਸਟ੍ਰਿਕਸ਼ਨਸ ਨੇ, ਆਲਮੋਸਟ ਰਿਸਟ੍ਰਿਕਟਡ ਆ। ਵਾਈਲਡ ਲਾਈਫ ਸੈਂਚਰੀ 'ਤੇ ਰਿਸਟ੍ਰਿਕਸ਼ਨਸ ਘੱਟ ਨੇ। ਨੈਸ਼ਨਲ ਪਾਰਕ ਜਿਹੜਾ ਹੈ ਉਹ ਬਹੁਤ ਜ਼ਿਆਦਾ ਵੱਡਾ ਏਰੀਆ ਹੁੰਦਾ ਹੈ ਐਜ਼ ਕੰਪੇਅਰ ਟੂ ਵਾਈਲਡ ਲਾਈਫ ਸੈਂਚਰੀਜ਼। ਨੈਸ਼ਨਲ ਪਾਰਕ ਜਿਹੜਾ ਹੈ ਉਹ ਜਿਹੜਾ ਏਰੀਆ ਹੈ ਉਹਨੂੰ ਕੋਈ ਵੀ ਸਟੇਟ ਗੌਰਮੈਂਟ ਰਿਕਮੈਂਡ ਕਰਵਾ ਸਕਦੀ ਆ ਤੇ ਵਾਈਲਡ ਲਾਈਫ ਸੈਂਚਰੀ ਨੂੰ ਵੀ, ਕਿ ਸਾਡੇ ਇਸ ਏਰੀਏ ਨੂੰ ਵਾਈਲਡ ਲਾਈਫ ਸੈਂਚਰੀ ਡਿਕਲੇਅਰ ਕਰ ਦਿਓ। ਚਾਹੇ ਵਾਈਲਡ ਲਾਈਫ ਸੈਂਚਰੀ ਡਿਕਲੇਅਰ ਕਰਾਉਣੀ ਹੈ, ਚਾਹੇ ਨੈਸ਼ਨਲ ਪਾਰਕ ਡਿਕਲੇਅਰ ਕਰਾਉਣਾ ਹੈ, ਤਾਂ ਤੁਹਾਨੂੰ ਨੈਸ਼ਨਲ ਬੋਰਡ ਫੋਰ ਵਾਈਲਡ ਲਾਈਫ, ਜਿਹੜਾ ਕਿ ਪ੍ਰਧਾਨ ਮੰਤਰੀ ਦੇ ਅੰਡਰ ਦਾ ਇੱਕ ਬੋਰਡ ਆ, ਉਹ ਫਾਈਨਲ ਕਰ ਦਿੰਦਾ ਹੈ। ਇੱਕ ਵਾਰੀ ਤੁਸੀਂ ਵਾਈਲਡ ਲਾਈਫ ਸੈਂਚਰੀ ਜਾਂ ਨੈਸ਼ਨਲ ਪਾਰਕ ਡਿਕਲੇਅਰ ਕਰਵਾ ਲਿਆ ਆਪਣੀ ਸਟੇਟ 'ਚ, ਉਸ ਤੋਂ ਬਾਅਦ ਉਹਦਾ ਏਰੀਆ ਨੈਸ਼ਨਲ ਬੋਰਡ ਫੋਰ ਵਾਈਲਡ ਲਾਈਫ ਵਾਲਿਆਂ ਨੂੰ ਪੁੱਛੇ ਬਿਨਾਂ, ਜਾਣੀ ਕਿ ਪ੍ਰਧਾਨ ਮੰਤਰੀ ਦੀ ਅਧਿਕਸ਼ਤਾ 'ਚ ਜਿਹੜੀ ਉਹਦੀ ਮੀਟਿੰਗ ਹੁੰਦੀ ਹੈ, ਉਹਨੂੰ ਪੁੱਛੇ ਬਿਨਾਂ ਬਾਅਦ ਤੁਸੀਂ ਉਹਦਾ ਏਰੀਆ ਚੇਂਜ ਨਹੀਂ ਕਰ ਸਕਦੇ। ਬਸ ਵੱਡੇ ਛੋਟੇ ਤੇ ਜੋ ਇਹਦੇ ਅੰਦਰ ਫੈਸਿਲਿਟੀਜ਼ ਮਿਲੀਆਂ ਨੇ ਉਹਨਾਂ ਦੇ ਵਿੱਚ ਲੈ ਕੇ ਥੋੜ੍ਹਾ ਜਿਹਾ ਫਰਕ ਹੁੰਦਾ ਹੈ।
ਤਾਂ ਇੱਕ ਗੱਲ ਬੜੀ ਕਲੀਅਰ ਆ ਕਿ ਵਾਈਲਡ ਲਾਈਫ ਸੈਂਚਰੀਜ਼ ਜਿਹੜੀਆਂ ਨੇ ਨਾ, ਇਹਨਾਂ ਦੀ ਬਾਉਂਡਰੀਜ਼ ਨੂੰ ਲੈ ਕੇ ਇੱਕ ਗੱਲ ਬੜੀ ਕਲੀਅਰ ਆ। ਤੁਸੀਂ ਇਹ ਮੋਤੀ ਬਾਗ ਵਾਈਲਡ ਲਾਈਫ ਸੈਂਚਰੀ ਆ ਪਟਿਆਲੇ ਵਾਲੀ, ਠੀਕ ਆ, ਇਹਦੀਆਂ ਬਾਉਂਡਰੀਜ਼ ਦਾ ਕਿਸੇ ਨੂੰ ਵੀ ਨਹੀਂ ਪਤਾ। ਇਹਦੀਆਂ ਬਾਉਂਡਰੀਜ਼ ਨੂੰ ਲੈ ਕੇ ਇਹਦੇ ਨਾਲ ਅੱਗੇ ਮੋਤੀ ਬਾਗ ਵਾਈਲਡ ਲਾਈਫ ਸੈਂਚਰੀ ਪਟਿਆਲਾ, ਇਹ ਮੋਤੀ ਬਾਗ ਗੁਰਦੁਆਰੇ ਜੇ ਤੁਹਾਡੇ 'ਚ ਕੋਈ ਗਿਆ ਹੋਵੇ ਤਾਂ ਤੁਸੀਂ ਇਹ ਸਮਝ ਲਓ ਕਿ ਅੱਗੇ ਜਿਹੜਾ ਘੱਟੋ ਘੱਟ 50-60 ਕਿੱਲੇ ਜ਼ਮੀਨ ਆ ਨਾ, ਉਹ ਵਾਈਲਡ ਲਾਈਫ ਸੈਂਚਰੀ ਦੀ ਆ। ਤਾਂ ਵਾਈਲਡ ਲਾਈਫ ਸੈਂਚਰੀ ਦੀਆਂ ਬਾਉਂਡਰੀਜ਼ ਨੂੰ ਲੈ ਕੇ ਹਜੇ ਤੱਕ ਵੀ ਕੋਈ ਫਿਕਸ ਗਾਈਡਲਾਈਨਸ ਨਹੀਂ ਹੈਗੀਆਂ, ਕਿਉਂਕਿ ਇਹ ਜ਼ਿਆਦਾ ਸਟੇਟ ਕੰਟਰੋਲ ਕਰਦੀਆਂ। ਨੈਸ਼ਨਲ ਪਾਰਕ ਤੇ ਪੂਰਾ ਕੰਟਰੋਲ ਹੁੰਦਾ ਸੈਂਟਰ ਸਰਕਾਰ ਦਾ, ਇਸ ਕਰਕੇ ਉਹਨਾਂ ਦੀਆਂ ਬਾਉਂਡਰੀਜ਼ ਬਿਲਕੁਲ ਪੂਰੇ ਤਰੀਕੇ ਨਾਲ ਫਿਕਸ ਹੁੰਦੀਆਂ ਹੈ। ਇਹ ਯਾਦ ਰੱਖਿਓ ਕਿ ਨੈਸ਼ਨਲ ਪਾਰਕ ਤੇ ਉਹਨਾਂ ਦਾ ਬਹੁਤ ਕੰਟਰੋਲ ਹੁੰਦਾ ਹੈ। ਸੋ ਆਹ ਚੀਜ਼ ਤਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਉਣੀ ਚਾਹੀਦੀ ਹੈ। ਪਰ ਕੁੱਲ ਮਿਲਾ ਕੇ ਇਹ ਦੋਵੇਂ ਸ਼ਬਦ ਨੇ ਜਿਹੜੇ, ਨੈਸ਼ਨਲ ਪਾਰਕ ਤੇ ਦੂਜੀ ਕੀ ਹੈ ਚੀਜ਼ ਭਲਾ, ਵਾਈਲਡ ਲਾਈਫ ਸੈਂਚਰੀਜ਼, ਇਹ ਦੋਵੇਂ ਸ਼ਬਦ ਜਿਹੜੇ ਆ ਉਹ ਕਿੱਥੇ ਦਿੱਤੇ ਹੋਏ ਆਪਾਂ ਨੂੰ, ਇਹ ਦੋਵੇਂ ਸ਼ਬਦਾਂ ਦਾ ਜ਼ਿਕਰ ਜਿਹੜਾ ਹੈ ਉਹ ਕਿੱਥੇ ਆਇਆ ਹੋਇਆ ਹੈ, ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 'ਚ। ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਹੁਣ ਅੱਗੇ ਆ ਜਾਓ। ਤੇ ਜੇ ਕੋਈ ਮੈਨੂੰ ਪੁੱਛੇ ਪੰਜਾਬ ਦੇ ਕੇਸ 'ਚ, ਹੁਣ ਮੈਨੂੰ ਕੋਈ ਕਿਸੇ ਨੇ ਪੁੱਛ ਲਿਆ ਕਿ ਨਾਲ ਲੱਗਦਾ ਇਹ ਵੀ ਦੱਸ ਦਿਓ ਕਿ ਪੰਜਾਬ ਦੇ ਕੇਸ 'ਚ ਕਿੰਨੀਆਂ ਵਾਈਲਡ ਲਾਈਫ ਸੈਂਚਰੀਜ਼ ਨੇ ਤੇ ਕਿੰਨੀਆਂ ਨੈਸ਼ਨਲ ਪਾਰਕ ਨੇ, ਤਾਂ ਮੈਂ ਤੁਹਾਡੀ ਜਾਣਕਾਰੀ ਦੀ ਨਾਲ ਇਹ ਵੀ ਲੈਕਚਰ ਖੋਲ ਕੇ ਦੇਖਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਨੈਸ਼ਨਲ ਪਾਰਕ ਨਹੀਂ ਹੈਗਾ। ਟੈਨਸ਼ਨ ਖਤਮ, ਪੰਜਾਬ 'ਚ ਕੋਈ ਵੀ ਨੈਸ਼ਨਲ ਪਾਰਕ ਨਹੀਂ ਹੈਗਾ, ਪਰ ਪੰਜਾਬ ਦੇ ਵਿੱਚ 13 ਵਾਈਲਡ ਲਾਈਫ ਸੈਂਚਰੀਜ਼ ਨੇ। ਹੁਣ ਪੰਜਾਬ ਦੀਆਂ ਉਹ 13 ਵਾਈਲਡ ਲਾਈਫ ਸੈਂਚਰੀਜ਼ ਪੇਪਰ 'ਚ ਆਉਣਗੀਆਂ, ਕਿਉਂਕਿ ਫੈਕਟ ਬੇਸਡ ਕੁਐਸਚਨ ਪੰਜਾਬ 'ਚੋਂ ਤਾਂ ਆਉਣੇ ਹੀ ਆਉਣੇ ਆ, ਇਹਦੇ ਨੂੰ ਤਾਂ ਇਗਨੋਰ ਕਰ ਹੀ ਨਹੀਂ ਸਕਦੇ। ਸੰਗਰੂਰ ਵਾਲੀ ਇਸ਼ਵੀਨ ਆ ਜਿਹੜੀ, ਉਹ ਸਭ ਤੋਂ ਪੁਰਾਣੀ ਬੀੜਾਂ ਵੀ ਕਹਿ ਦਿੰਦੇ ਇਹਨਾਂ ਨੂੰ, ਜੀਵ ਸੁਰੱਖਿਆ ਸੈਂਚਰੀਜ਼ ਵੀ ਕਹਿ ਦਿੰਦੇ ਆ। ਸੋ ਵਾਈਲਡ ਲਾਈਫ ਸੈਂਚਰੀਜ਼ ਬੀੜ ਮੋਤੀ ਬਾਗ ਪਟਿਆਲੇ 'ਚ, ਠੀਕ ਆ। ਇੱਥੇ ਡੀਅਰ ਪਾਰਕ ਵੀ ਮਸ਼ਹੂਰ ਆ, ਬੀੜ ਗੁਰਦਿਆਲਪੁਰਾ, ਬੀੜ ਭੁੰਨਰਹੇੜੀ, ਠੀਕ ਆ, ਬੀੜ ਮਹੇਸ਼ਵਾਲਾ, ਬੀੜ ਦੋਸਾਂਝ, ਇਹ ਸਾਰੀਆਂ ਨਾਭੇ ਵਾਲੀ ਆ, ਇਹ ਸਾਰੀਆਂ ਪਟਿਆਲੇ 'ਚ ਆ। ਬੀੜ ਭਾਦਸੋਂ, ਇਹ ਵੀ ਪਟਿਆਲੇ 'ਚ ਆ। ਅਸ਼ਵਿਨ ਵਾਲੀ ਸਭ ਤੋਂ ਪੁਰਾਣੀ ਆ, ਸਭ ਤੋਂ ਓਲਡੈਸਟ ਆ, ਜਿਹਨੂੰ 1952 'ਚ ਸਭ ਤੋਂ ਪਹਿਲਾਂ ਬੀੜ ਡਿਕਲੇਅਰ ਕਰਿਆ ਗਿਆ ਸੀਗਾ। ਇਸ ਤੋਂ ਬਾਅਦ ਅਬੋਹਰ ਵਾਲੀ ਦਾ ਰੌਲਾ ਤਾਂ ਤੁਹਾਨੂੰ ਪਤਾ ਹੀ ਆ ਕਿ ਸਭ ਤੋਂ ਵੱਡਾ ਕੀ ਆ, ਉੱਥੇ ਬਲੈਕ ਬੱਕ ਆ, ਠੀਕ ਆ। ਉੱਥੇ ਉਹਦੀ ਜਿਹੜੀ ਬਿਸ਼ਨੋਈ ਬਰਾਦਰੀ ਆ ਨਾ, ਉਹਨਾਂ ਨੇ ਸਲਮਾਨ ਖਾਨ ਨਾਲ ਪੰਗਾ ਉਹੀ ਲਈ ਬੈਠੇ ਆ, ਦੋ ਹੱਥ ਉਹੀ ਕਰੀ ਬੈਠੇ ਆ ਕਿ ਬਈ ਅਸੀਂ ਇਸ ਕਰਕੇ ਮਾਰਾਂਗੇ ਤੈਨੂੰ, ਕਿਉਂਕਿ 1997-98 'ਚ ਉਹ ਇੱਕ ਨਾ ਮੂਵੀ ਬਣਾਉਣ ਆਇਆ ਸੀਗਾ ਰਾਜਸਥਾਨ, ਹਮ ਸਾਥ ਸਾਥ ਹੈ। ਉਹਨਾਂ ਟਾਈਮਾਂ 'ਚ ਅਗਲਾ ਜਵਾਨ ਸੀਗਾ, ਠੀਕ ਆ, ਤੇ ਜਵਾਨੀ ਦਾ ਜੋਸ਼ ਕੁਛ ਵੀ ਕਰਾ ਸਕਦਾ ਹੈ। ਅਗਲੇ ਨੇ ਸ਼ਿਕਾਰ ਖੇਡਣ ਗਿਆ ਤੇ ਕਾਲਾ ਹਿਰਨ ਮਾਰਤਾ, ਤੇ ਕਾਲਾ ਹਿਰਨ ਜਿਹੜਾ ਹੈ ਉਹ ਇੱਕ ਸੈਕਰੇਟ ਪਲੇਸ ਰੱਖਦਾ ਹੈ ਬਿਸ਼ਨੋਈ ਕਮਿਊਨਿਟੀ 'ਚ, ਸਮੁਦਾਇ 'ਚ। ਤਾਂ ਓਬਵੀਅਸ ਜੀ ਗੱਲ ਆ, ਸੈਂਟੀਮੈਂਟਸ ਹਰਟ ਹੋਏ। ਫਿਰ ਜਦੋਂ ਜਿਵੇਂ ਸਰਕਾਰਾਂ ਨੇ ਤੇ ਅਦਾਲਤਾਂ ਦੇ ਵਿੱਚ ਮਿਲ ਕੇ ਕੇਸ ਮੈਨੂਪਲੇਟ ਹੋਇਆ, ਤਾਂ ਬਰਾਦਰੀ ਦਾ ਜਿਹੜਾ ਉਸ ਸਮੁਦਾਇ ਦੇ ਜਿਹੜੇ ਉਹ ਸੀਗੇ ਫੀਲਿੰਗ ਸੀਗੀਆਂ, ਉਹ ਹਰਟ ਹੋਈਆਂ ਤੇ ਉਹ ਦੁਸ਼ਮਣੀ ਵੱਧਦੀ ਗਈ। ਸੋ ਉੱਥੋਂ ਹੀ ਇੱਕ ਨਾਮ, ਜਿਵੇਂ ਮਤਲਬ ਕਿ ਹੁਣ ਦੇਖੋ, ਮੈਨੂੰ ਨਹੀਂ ਪਤਾ ਕਿ ਜਿਹੜਾ ਉਹਨਾਂ ਦੀ ਕਮਿਊਨਿਟੀ 'ਚੋਂ ਮੁੰਡਾ ਹੈ ਜਿਹੜਾ ਲਾਰੈਂਸ ਬਿਸ਼ਨੋਈ, ਠੀਕ ਆ, ਕਿ ਉਹ ਕੀ ਕੰਟੈਕਸਟ ਆ, ਉਹਦਾ ਕੀ ਹਿਸਾਬ ਕਿਤਾਬ ਆ, ਪਰ ਕਹਾਣੀ ਬਿਸ਼ਨੋਈ ਸਮੁਦਾਇ ਦੀ ਇਹ ਆ ਜਿਹੜੀ ਕਿ ਉਹਨਾਂ ਨਾਲ। ਤੇ ਅਬੋਹਰ ਦੀ ਬੀੜ ਜਿਹੜੀ ਆ, ਪੰਜਾਬ ਦੀ ਇੱਕੋ ਇੱਕ ਪ੍ਰਾਈਵੇਟ ਬੀੜ ਆ, ਪੰਜਾਬ ਦੀ ਇੱਕੋ ਇੱਕ ਵਾਈਲਡ ਲਾਈਫ ਸੈਂਚਰੀ ਆ, ਜਿਹਨੂੰ ਪੰਜਾਬ ਸਰਕਾਰ ਨਹੀਂ, ਇੱਕ ਕਮਿਊਨਿਟੀ ਜਿਹੜੀ ਆ ਉਹਨੇ ਪ੍ਰੋਟੈਕਟ ਕਰਕੇ ਰੱਖਿਆ ਹੋਇਆ ਹੈ। ਸੋ ਇਹ ਗੱਲ ਬਸ ਮੈਨੂੰ ਇੰਪੋਰਟੈਂਟ ਲੱਗੀ ਸੀ ਕਿ ਜਿਹੜੀ ਮੈਂ ਤੁਹਾਨੂੰ ਦੱਸਣੀ ਸੀ, ਓਨਲੀ ਪ੍ਰਾਈਵੇਟ ਵਾਈਲਡ ਲਾਈਫ ਸੈਂਚਰੀ ਮੈਨੇਜਡ ਬਾਈ ਪੀਪਲ ਆਫ ਬਿਸ਼ਨੋਈ ਕਮਿਊਨਿਟੀ। ਸੋ ਇਹ ਚੀਜ਼ਾਂ ਇੰਪੋਰਟੈਂਟ ਨੇ ਸਾਡੇ ਵਾਸਤੇ। ਗੱਲ ਕਰਦੇ ਹਾਂ ਹਰੀਕੇ ਪੱਤਣ, ਫਿਰੋਜ਼ਪੁਰ ਤਰਨਤਾਰਨ ਦੇ ਬਾਰਡਰ ਤੇ ਆ, ਠੀਕ ਆ, ਜਿੱਥੇ ਆ ਕੇ ਸਤਲੁਜ ਦੇ ਵਿੱਚ ਬਿਆਸ ਕੌਨਫਲੈਂਸ ਹੁੰਦੀ ਆ, ਠੀਕ ਆ। ਇਹ ਵੀ ਆਪਣੇ ਆਪ 'ਚ ਉਹਦੇ ਨੇੜੇ ਲੱਗਿਆ ਹੋਇਆ ਜੰਗਲ ਆਪਣੇ ਆਪ 'ਚ ਇੱਕ ਵਾਈਲਡ ਲਾਈਫ ਸੈਂਚਰੀ ਆ, ਠੀਕ ਆ। ਅੱਗੇ ਤਖਣੀ ਰਹਿਮਪੁਰ, ਝੱਜਰ ਬਛਲੌਚੀ, ਨੰਗਲ ਤੇ ਕਥਲੌਰ ਪੁਲਸੀਆਂ। ਸੋ ਇਹ ਕੁਛ ਵਾਈਲਡ ਲਾਈਫ ਸੈਂਚਰੀਜ਼ ਨੇ ਜਿਹੜੀਆਂ ਪੰਜਾਬ ਦੇ ਵੱਖਰੇ ਜ਼ਿਲ੍ਹਿਆਂ 'ਚ ਨੇ। ਕਿਹੜੇ ਜ਼ਿਲ੍ਹੇ 'ਚ ਆ, ਕਿਹੜੀ ਸਭ ਤੋਂ ਲੇਟੈਸਟ ਬਣੀ, ਸੈਕਿੰਡ ਲਾਸਟ ਕਿਹੜੀ ਬਣੀ ਆ, ਇਹ ਚੀਜ਼ਾਂ ਪੇਪਰ 'ਚ ਆ ਸਕਦੀਆਂ। ਸਭ ਤੋਂ ਪਹਿਲਾਂ ਕਿਹੜੀ ਬਣੀ ਆ, ਇਹ ਪੰਚਾਇਤ ਸੈਕਟਰੀ ਦਾ 2016 ਦਾ ਪੇਪਰ ਹੋਇਆ ਸੀ, PSSB ਨੇ ਲਿਆ ਸੀ। ਇਹ ਗੱਲ ਭੁੱਲ ਜਾਓ ਕਿ PPSC ਫੈਕਟ ਨਹੀਂ ਪੁੱਛਦੀ ਹੁਣ, PPSC ਹੁਣ PSSB ਤੋਂ ਵੀ ਭੈੜੇ ਪੱਧਰ ਤੇ ਫੈਕਟ ਪੁੱਛਣ ਲੱਗ ਪਈ ਆ। ਤਾਂ ਤੁਸੀਂ ਫੈਕਚੁਅਲ GK ਤਾਂ PPSC ਵਾਸਤੇ ਵੀ ਨਹੀਂ ਛੱਡ ਕੇ ਜਾ ਸਕਦੇ। ਬਸ PPSC ਦੀ ਫੈਕਚੁਅਲ GK 'ਚ ਹੁਣ ਪੱਧਰ ਪਤਾ ਕੀ ਹੋ ਗਿਆ, PSSB ਪੁੱਛ ਲੈਂਦੀ ਆ ਨਾ ਕਿ ਸਭ ਤੋਂ ਓਲਡੈਸਟ ਕਿਹੜੀ ਆ, ਤੇ PPSC ਕੀ ਪੁੱਛੂਗੀ, ਕੰਸੀਡਰ ਦੀ ਫੋਲੋਇੰਗ ਸਟੇਟਮੈਂਟਸ। ਅਬੋਹਰ ਵਾਈਲਡ ਲਾਈਫ ਸੈਂਚਰੀ ਇਜ਼ ਦੀ ਲੇਟੈਸਟ ਟੂ ਬੀ ਨੋਟੀਫਾਈਡ ਐਜ਼ ਵਾਈਲਡ ਲਾਈਫ ਸੈਂਚਰੀ। Ishwin was the first wild life sanctuary to be notified by government of Punjab. Which of the following are correct option? Only one is correct, only two is correct, both. ਉਹ ਵੀ ਫੈਕਟ ਪੁੱਛਦੇ ਆ ਹੁਣ, ਪਰ ਉਹ 3-3 4-4 ਫੈਕਟ ਇਕੱਠੇ ਕਰਕੇ ਪੁੱਛਦੇ ਆ। ਇਸ ਕਰਕੇ PSSB ਦੇ ਲੈਵਲ ਤੋਂ ਉੱਠ ਕੇ PCS ਦੇ ਲੈਵਲ ਤੱਕ ਸਾਰੇ ਨੂੰ
ਝਾੜੂ ਫੇਰਨਾ ਪਊਗਾ, ਫੇਰ ਜਾ ਕੇ ਪੀਪੀਐਸਸੀ ਦੀ ਤਿਆਰੀ ਹੋਊਗੀ। ਸੋ ਇਸ ਚੀਜ਼ ਤੇ ਆਪਾਂ ਨੂੰ ਬਹੁਤ ਜ਼ਿਆਦਾ ਸਟ੍ਰੈਸ ਦੇਣ ਦੀ ਲੋੜ ਆ। ਫੈਕਟਸ ਜਿਹੜੇ ਆ 13 ਦੀਆਂ 13 ਵਾਈਲਡ ਲਾਈਫ ਸੈਂਚਰੀਜ਼ ਯਾਦ ਕਰ ਲੋਗੇ, ਨੈਸ਼ਨਲ ਪਾਰਕ ਨਹੀਂ ਯਾਦ ਕਰਨੇ। ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਨੈਸ਼ਨਲ ਪਾਰਕ ਤਾਂ ਮੈਂ ਤੁਹਾਨੂੰ ਖੁਦ ਕਰਾਊਂਗਾ, ਠੀਕ ਆ। ਸਪੈਸ਼ਲੀ ਆਪਾਂ ਇੰਡੀਆ ਦੇ ਸਾਰੇ ਨੈਸ਼ਨਲ ਪਾਰਕਸ ਨੂੰ ਲੋਕੇਟ ਕਰਾਂਗੇ ਤੇ ਉਹਨਾਂ ਚੋਂ ਸਪੈਸ਼ਲੀ ਉਹ 10 ਤੋਂ 15 ਯਾਦ ਕਰਾਂਗੇ, ਉਹਨਾਂ 10 ਬਾਰੇ 15 ਬਾਰੇ ਯਾਦ ਕਰਾਂਗੇ। ਉਹ ਵੀ ਪਤਾ ਕਦੋਂ? ਜੋਗਰਾਫੀ 'ਚ ਜਾ ਕੇ, ਇਨਵਾਇਰਮੈਂਟ 'ਚ ਨਹੀਂ। ਉਹਦੀ ਵਜ੍ਹਾ ਹੈ ਕਿਉਂਕਿ ਮੈਂ ਉਹਨਾਂ ਨੈਸ਼ਨਲ ਪਾਰਕਸ ਜਿਹੜੇ 15 ਕਿ ਇੰਪੋਰਟੈਂਟ ਨੈਸ਼ਨਲ ਪਾਰਕ ਹੋਣਗੇ ਨਾ, ਜਿਹੜੇ ਪਿਛਲੇ 6 ਮਹੀਨਿਆਂ 'ਚ ਖਬਰਾਂ 'ਚ ਹੋਣਗੇ, ਇਕੱਠੇ ਕਰਾ ਦੂੰਗਾ। ਫਿਰ 6 ਮਹੀਨਿਆਂ ਬਾਅਦ ਜਾਂ 4 ਮਹੀਨਿਆਂ ਬਾਅਦ ਇੱਕ ਵੀਡੀਓ ਫਿਰ ਬਣਾ ਦੂੰਗਾ ਉਹਦੇ 'ਚ। ਉਹ ਨੈਸ਼ਨਲ ਪਾਰਕ ਜਿਹੜੇ ਖਬਰਾਂ 'ਚ ਨੇ, ਫਿਰ ਉਹਨਾਂ ਦਾ ਕਲਾਈਮੇਟ ਕਿਵੇਂ ਦਾ ਹੈ, ਠੀਕ ਆ, ਉੱਥੇ ਟ੍ਰੋਪੀਕਲ ਕਿਹੜੇ ਟਾਈਪ ਦੇ ਰੁੱਖ ਨੇ, ਇਹ ਸਾਰਾ ਕੁਝ ਹੀ ਕਵਰ ਕਰਨਾ ਪੈਂਦਾ ਉਹਨਾਂ ਨੈਸ਼ਨਲ ਪਾਰਕਸ ਦਾ, ਕਿਉਂਕਿ ਵੱਡੇ ਪੇਪਰ ਦੇ ਵਿੱਚ ਇਕੱਲੇ ਨਾਮ ਥੋੜਾ ਆਉਂਦੇ ਆ, ਠੀਕ ਆ। ਖੈਰ ਆਹ ਦੱਸੋ ਜੀ, ਸਾਡੇ ਵਾਈਲਡ ਲਾਈਫ ਸੈਂਚਰੀਜ਼ ਪੰਜਾਬ ਦੀਆਂ ਪਤਾ ਲੱਗ ਗਈਆਂ। ਆ ਜਾਓ ਹੁਣ ਗੱਲ ਕਰਦੇ ਆ ਬਾਇਓਸਫੇਅਰ ਰਿਜ਼ਰਵ ਦੀ। ਕਹਿੰਦਾ ਬਾਇਓਸਫੇਅਰ ਰਿਜ਼ਰਵ ਕੀ ਨੇ? ਜੀਵ ਮੰਡਲ ਰਿਜ਼ਰਵਸ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ, ਇਹ ਕੀ ਨੇ? ਇਹ ਕਿਸੇ ਵੀ ਕਾਨੂੰਨ ਦੇ ਦਾਇਰੇ 'ਚ ਨਹੀਂ ਆਉਂਦੇ। ਪਹਿਲੀ ਗੱਲ ਪੱਲੇ ਪੈ ਗਈ, ਇਹ ਕਿਸੇ ਵੀ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਆਉਂਦੇ। ਇਹ ਮੈਪ ਪ੍ਰੋਗਰਾਮ ਦੇ ਵਿੱਚ ਲਾਂਚ ਕੀਤੇ ਗਏ ਸੀਗੇ ਯੂਨੈਸਕੋ ਦੇ 1973 ਦੇ। ਉਹਨਾਂ ਨੇ ਪੂਰੀ ਦੁਨੀਆ ਨੂੰ ਇਨਸਪਾਇਰ ਕੀਤਾ ਸੀ ਕਿ ਤੁਸੀਂ ਆਪੋ ਆਪਣੇ ਏਰੀਏ, ਆਪੋ ਆਪਣੇ ਦੇਸ਼ਾਂ ਦੇ ਵਿੱਚ, ਆਪੋ ਆਪਣੇ ਦੇਸ਼ਾਂ 'ਚ ਬਾਇਓਸਫੇਅਰ ਰਿਜ਼ਰਵਸ ਦਾ ਕਨਸੈਪਟ ਲੈ ਕੇ ਆਓ। ਉੱਥੇ ਲੋਕਾਂ ਤੇ ਪਾਬੰਦੀਆਂ ਲਾ ਕੇ, ਲੋਕਾਂ ਨੂੰ ਕਾਨੂੰਨਾਂ 'ਚ ਫਸਾ ਕੇ ਡਰਾਓ ਨਾ, ਲੋਕਾਂ ਨੂੰ ਸਮਝਾਓ ਕਿ ਇਹਨਾਂ ਜੰਗਲਾਂ ਦੀ ਕੀ ਅਹਿਮੀਅਤ ਆ। ਅਵੇਅਰਨੈਸ ਵਾਸਤੇ ਬਾਇਓਸਫੇਅਰਸ ਬਣਾਓ। ਤਾਂ ਭਾਰਤ ਨੇ ਆਪਣੇ ਫਿਲਹਾਲ ਅੱਜ 18 ਬਾਇਓਸਫੇਅਰ ਰਿਜ਼ਰਵ ਡਿਕਲੇਅਰ ਕਰ ਰੱਖੇ ਆ। ਬਾਇਓਸਫੇਅਰ ਰਿਜ਼ਰਵ ਦੇ ਵਿੱਚ 3 ਏਰੀਏ ਹੁੰਦੇ ਆ। ਸਭ ਤੋਂ ਅੰਦਰ ਵਾਲੇ ਏਰੀਏ ਨੂੰ ਕਿਹਾ ਜਾਂਦਾ ਹੈ ਕੋਰ ਏਰੀਆ, ਮੋਸਟ ਪ੍ਰੋਟੈਕਟਡ ਏਰੀਆ ਆਫ ਬਾਇਓਸਫੇਅਰ, ਸਭ ਤੋਂ ਅੰਦਰਲਾ। ਤੇ ਯਾਦ ਰੱਖਿਓ, ਬਾਇਓਸਫੇਅਰ ਦਾ ਜ਼ਿਆਦਾਤਰ ਸਭ ਤੋਂ ਅੰਦਰਲਾ ਏਰੀਆ ਭਲਾ ਕੀ ਹੁੰਦਾ ਹੈ? ਜਾਂ ਨੈਸ਼ਨਲ ਪਾਰਕ ਹੁੰਦਾ ਹੈ, ਤੇ ਜਾਂ ਕੀ ਹੁੰਦਾ ਭਲਾ? ਵਾਈਲਡ ਲਾਈਫ ਸੈਂਚਰੀ। ਜ਼ਿਆਦਾਤਰ ਤੇ ਉਹ ਨੈਸ਼ਨਲ ਪਾਰਕ ਹੀ ਹੁੰਦਾ ਹੈ, ਬਿਕੋਜ਼ ਉਹ ਇੰਨਾ ਪ੍ਰੋਟੈਕਟਡ ਹੁੰਦਾ ਕਿ ਉੱਥੇ ਸਰਕਾਰ ਉਹਨੂੰ ਨੈਸ਼ਨਲ ਪਾਰਕ ਹੀ ਡਿਕਲੇਅਰ ਕਰ ਦਿੰਦੀ ਕਿ ਇੱਥੇ ਦਾ ਕੋਈ ਜਾ ਹੀ ਨਹੀਂ ਸਕਦਾ। ਉਸ ਤੋਂ ਬਾਹਰਲਾ ਏਰੀਆ ਹੁੰਦਾ ਹੈ ਬਫਰ ਜ਼ੋਨ, ਠੀਕ ਆ। ਬਫਰ ਜ਼ੋਨ ਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਜ਼ ਜਿਵੇਂ ਟੂਰਿਜ਼ਮ, ਫਿਸ਼ਿੰਗ, ਗ੍ਰੇਜ਼ਿੰਗ ਕੁਝ ਹੱਦ ਤੱਕ ਪਰਮਿਟ ਕਰ ਦਿੱਤੀਆਂ ਜਾਂਦੀਆਂ ਤਾਂ ਕਿ ਉੱਥੋਂ ਤੱਕ ਲੋਕ ਜਾਣ, ਰਿਸਰਚ ਕਰਨ, ਜੀਵ ਬਾਇਓਡਾਇਵਰਸਿਟੀ ਬਾਰੇ ਸਮਝਣ ਤੇ ਉਸ ਬਾਇਓਡਾਇਵਰਸਿਟੀ ਦੀ ਮਦਦ ਲੈਣ ਤੇ ਸਮਾਜ ਵਾਸਤੇ ਕੁਝ ਕਰਤਨ। ਕਿਉਂਕਿ ਜੇ ਆਪਾਂ ਜੀਵ ਜੰਤੂਆਂ ਤੋਂ, ਪੇੜ ਪੌਦਿਆਂ ਤੋਂ ਵਾਕਿਫ ਹੋਵਾਂਗੇ ਤਾਂ ਸਮਾਜ ਵਾਸਤੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਸਗੋਂ ਬਾਇਓਡਾਇਵਰਸਿਟੀ, ਕੁਦਰਤ ਸਾਨੂੰ ਬਹੁਤ ਕੁਝ ਦੇਣ ਨੂੰ ਫਿਰਦੀ ਹੈ ਜੇ ਅਸੀਂ ਅਕਲ ਨਾਲ ਲਈਏ ਤਾਂ ਇਹ ਸਭ ਕੁਝ ਕਿੱਥੇ ਹੁੰਦਾ ਹੈ? ਉਸ ਕੋਰ ਏਰੀਏ ਤੇ ਬਾਹਰ ਜਿੱਥੇ ਰਿਸਰਚ, ਲਿਮਿਟਡ ਟੂਰਿਜ਼ਮ ਜਾਂ ਅਵੇਅਰਨੈਸ ਪ੍ਰੋਗਰਾਮ ਚਲਾਏ ਜਾਂਦੇ ਆ। ਉਸ ਤੋਂ ਜਿਹੜਾ ਸਭ ਤੋਂ ਬਾਹਰਲਾ ਏਰੀਆ ਹੁੰਦਾ ਉਹਨੂੰ ਕਹਿੰਦੇ ਟ੍ਰਾਂਜੀਸ਼ਨ ਜ਼ੋਨ। ਉਹ ਟ੍ਰਾਂਜੀਸ਼ਨ ਜ਼ੋਨ ਦਾ ਕੰਮ ਹੁੰਦਾ ਹੈ ਕਿਉਂਕਿ ਇਸ ਤੋਂ ਬਾਹਰ ਸੜਕਾਂ ਸਭ ਕੁਝ ਆ ਜਾਣਾ ਹੈ, ਇੱਥੇ ਰੈਸਟ ਹਾਊਸ ਸਭ ਕੁਝ ਬਣਦਾ ਹੈ। ਵਜ੍ਹਾ ਤਾਂ ਕਿ ਇਹਨਾਂ ਏਰੀਆ ਦੇ ਵਿੱਚ ਲੋਕ ਥੋੜ੍ਹਾ ਜਿਹਾ ਤੁਰਨ ਫਿਰਨ ਤੇ ਲੋਕਾਂ ਨੂੰ ਪਤਾ ਲੱਗੇ ਕਿ ਜੰਗਲਾਂ 'ਚ ਜਾਣਾ ਕਿਵੇਂ ਆ, ਤੁਰਨਾ ਕਿਵੇਂ ਆ, ਠੀਕ ਆ। ਇੱਥੇ ਜ਼ਿਆਦੀ ਪਾਬੰਦੀ ਨਾ ਹੋਵੇ, ਬਟ ਲੋਕਾਂ ਨੂੰ ਮਾੜਾ ਲਿਮਟਿਡ ਤੁਰਨ ਦਿੱਤਾ ਜਾਵੇ ਤਾਂ ਕਿ ਲੋਕ ਜਿਹੜੇ ਆ ਤੇ ਇੱਥੋਂ ਤੱਕ ਜੰਗਲੀ ਜੀਵ ਇੱਥੋਂ ਨਿਕਲ ਕੇ ਜੇ ਇੱਥੋਂ ਤੱਕ ਜਾਣ ਤਾਂ ਉਹ ਹੌਲੀ ਬਾਹਰ ਨੂੰ ਨਿਕਲਣ। ਉਹਨਾਂ ਨੂੰ ਬਾਹਰ ਜਾਂਦੇ ਅਹਿਸਾਸ ਹੋ ਜਾਏ ਕਿ ਅਸੀਂ ਗਲਤ ਪਾਸੇ ਨੂੰ ਜਾ ਰਹੇ ਹਾਂ ਤੇ ਉਹ ਵਾਪਸ ਆ ਸਕਣ। ਕਈ ਵਾਰੀ ਜੰਗਲੀ ਜੀਵ ਸਿੱਧਾ ਕੋਰ ਏਰੀਏ 'ਚ, ਜੇ ਨਾ ਬਾਹਰ ਟ੍ਰਾਂਜੀਸ਼ਨ ਹੋਵੇ, ਨਾ ਬਫਰ ਹੋਵੇ, ਸਿੱਧਾ ਲੋਕਾਂ ਦੀਆਂ ਸੈਟਲਮੈਂਟਸ ਤੱਕ ਪਹੁੰਚ ਜਾਂਦੇ ਆ। ਤੇ ਫਿਰ ਆਪਾਂ ਸੁਣਦੇ ਨਹੀਂ ਕਿ ਸ਼ੇਰ ਕਿਸੇ ਪਿੰਡ 'ਚ ਵੜ ਗਿਆ, ਉਹ ਚੀਜ਼ਾਂ ਦਾ ਨੁਕਸਾਨ ਨਾ ਹੋਵੇ। ਬਾਹਰ ਨੂੰ ਜਾਂਦੇ ਜੰਗਲ ਹੌਲੀ ਘਟੇ ਤਾਂ ਜੋ ਉਹ ਜੰਗਲੀ ਜੀਵਾਂ ਨੂੰ ਅਹਿਸਾਸ ਹੋਵੇ ਤੇ ਉਹ ਵਾਪਸ ਆ ਜਾਣ। ਇਸੇ ਕਰਕੇ ਟ੍ਰਾਂਜੀਸ਼ਨ ਜ਼ੋਨ ਬਣਾਈ ਗਈ ਆ। ਹਿਊਮਨ ਸੈਟਲਮੈਂਟਸ ਤੇ ਜੰਗਲਾਂ ਦੇ ਵਿੱਚ ਇੱਕ ਟ੍ਰਾਂਜੀਸ਼ਨ ਦਾ ਕੰਮ ਕਰਦੀ ਹੈ ਕਿ ਇੱਥੋਂ ਉੱਧਰ ਦੋਵੇਂ ਪਾਸਿਓਂ। ਬਫਰ ਜ਼ੋਨ ਰਿਸਰਚ ਟੂਰਿਜ਼ਮ ਵਾਸਤੇ ਬਣਾਈ ਗਈ ਹੈ। ਕੋਰ ਬਿਲਕੁਲ ਰਿਸਟ੍ਰਿਕਸ਼ਨਸ ਕਿ ਇੱਥੇ ਇਹ ਬਾਇਓਸਫੇਅਰ ਦਾ ਉਹ ਹਿੱਸਾ ਜਿਹਨੂੰ ਆਪਾਂ ਛੇੜ ਵੀ ਨਹੀਂ ਸਕਦੇ। ਸੋ ਇਸ ਐਂਗਲ ਤੋਂ ਭਾਰਤ 'ਚ ਬਾਇਓਸਫੇਅਰ ਰਿਜ਼ਰਵਸ ਦਾ ਕਨਸੈਪਟ ਜਿਹੜਾ ਹੈ ਉਹ ਆਇਆ ਹੈ। ਫਿਲਹਾਲ ਦੀ ਘੜੀ ਭਾਰਤ ਦੇ ਵਿੱਚ ਇਹ ਮੈਪ ਪ੍ਰੋਗਰਾਮ 1971, ਮੈਂ 73 ਕਹਿ ਰਿਹਾ ਸੀ, ਗਲਤ ਗੱਲ ਆ। ਯੂਨੈਸਕੋ ਵਾਲਿਆਂ ਦਾ ਇਹ ਰਿਸਰਚ ਪ੍ਰੋਗਰਾਮ ਆ। ਇਹਦੇ 'ਚ ਇਹਨਾਂ ਨੇ ਲੋਕਾਂ ਨੂੰ ਕਿਹਾ ਕਿ ਮੈਪ ਪ੍ਰੋਗਰਾਮ 'ਚ ਕੁਦਰਤ ਤੇ ਸੋਸ਼ਲ ਸਾਇੰਸ ਇਹਨਾਂ ਦੋਵਾਂ ਦੀ ਕੰਬੀਨੇਸ਼ਨ ਆ। ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਕਿਵੇਂ ਆਪਾਂ ਇਨਵਾਇਰਮੈਂਟ ਤੋਂ ਕੁਝ ਸਿੱਖਣਾ ਹੈ ਤੇ ਇਨਵਾਇਰਮੈਂਟ ਤੋਂ ਕੀ ਲੈਣਾ ਤੇ ਕੀ ਦੇਣਾ ਹੈ। ਇਹ ਇਨਵਾਇਰਮੈਂਟ ਨਾਲ ਤੁਹਾਡੇ ਲੈਣ ਦੇਣ ਨੂੰ ਕਲੀਅਰ ਕਰਦਾ ਹੈ। ਤੇ ਯੂਨੈਸਕੋ ਨੇ ਇਹ ਵੀ ਗੱਲ ਕਹੀ ਆ ਕਿ ਤੁਸੀਂ ਆਪੋ ਆਪਣੇ ਦੇਸ਼ 'ਚ ਬਾਇਓਸਫੇਅਰ ਰਿਜ਼ਰਵ ਡਿਕਲੇਅਰ ਕਰੋ। ਜਿਹੜੇ ਥੋੜ੍ਹੇ ਜਿਹੇ ਅੰਤਰਰਾਸ਼ਟਰੀ ਪੱਧਰ ਦੇ ਹੋਣਗੇ ਉਹਨਾਂ ਨੂੰ ਅਸੀਂ ਸ਼ਾਬਾਸ਼ ਵੀ ਦੇਵਾਂਗੇ। ਤੁਹਾਡੇ ਦੇਸ਼ ਦੇ ਜਿਹੜੇ ਬਾਇਓਸਫੇਅਰ ਰਿਜ਼ਰਵ ਅੱਛੇ ਹੋਣਗੇ ਉਹਨਾਂ ਨੂੰ ਅਸੀਂ ਵਰਲਡ ਨੈਟਵਰਕ ਆਫ ਬਾਇਓਸਫੇਅਰ ਰਿਜ਼ਰਵਸ ਦੇ ਲਿਸਟ 'ਚ ਵੀ ਸ਼ਾਮਲ ਕਰਾਂਗੇ। ਇਸ ਟਾਈਮ ਇੰਡੀਆ 'ਚ ਭਾਰਤ ਸਰਕਾਰ ਦੁਆਰਾ 18 ਬਾਇਓਸਫੇਅਰ ਰਿਜ਼ਰਵ ਡਿਕਲੇਅਰ ਕੀਤੇ ਜਾ ਸਕੇ। ਕਿਸੇ ਕਾਨੂੰਨ ਦੇ ਤਹਿਤ ਨਹੀਂ ਆਉਂਦੇ, ਇਹ ਯੂਨੈਸਕੋ ਦੇ ਮੈਪ ਪ੍ਰੋਗਰਾਮ ਦੇ ਤਹਿਤ ਆਉਂਦੇ ਆ। ਉਹਨਾਂ ਦੇ ਵਿੱਚੋਂ ਪੰਨਾ ਨੈਸ਼ਨਲ ਪਾਰਕ ਮੱਧ ਪ੍ਰਦੇਸ਼ ਵਾਲੇ ਨੂੰ ਜਦੋਂ ਇਨਕਲੂਡ ਕਰ ਲਿਆ ਜਾਵੇ ਤਾਂ ਇਸ ਟਾਈਮ ਭਾਰਤ ਦੇ ਵਿੱਚ
पन्ना नैशनल पार्क के नाल 12 नैशनल पार्क 12 बायोस्फीयर रिजर्व भारत के UN उहदी लिस्ट च आ चुके हैं। किन्ने भला 12, तो 12 उस लिस्ट का हिस्सा हो चुके हैं। हुण देखो भारत च बायोस्फीयर रिजर्व्स किन्ने आ 18। उन्हां चों जिहड़े मैप जिहड़ा यूनैस्को की एक स्पैशल लिस्ट आ जिस चों वधिया बायोस्फीयर रिजर्व्स नूं शाबाश दिंदे आ ते कहंदे आ वर्ल्ड नैटवर्क ऑफ बायोस्फीयर रिजर्व्स। की भला वर्ल्ड नैटवर्क ऑफ बायोस्फीयर रिजर्व्स। उस लिस्ट च भारत के किन्ने बायोस्फीयर रिजर्व ने भला 12, तो 18 चों 12 उस वर्ल्ड WNBR च शामिल ने। हुण भारत के 18 बायोस्फीयर रिजर्व है किहड़े-किहड़े आ? भारत के 18 बायोस्फीयर रिजर्व जिहड़े आ हुण उन्हां दी आपां गल करदे आ सारियां दे नाम लिखे हुए आ। पर थोड़ा जिहा आपां इस चीज़ नूं जे आपां मैप ते देखना पसंद करिए तो ज़्यादा वधिया रहूगा। माड़ी गल फोटो ही नहीं हैगी ਇਹਦੇ 'ਚ। देखो कोल्ड डेजर्ट, नंदा देवी, कंचनजंगा आसाम दे विच आ, मानस नौकरेक मेघालय च, दिब्रू शिखवा आ उपर अरुणाचल प्रदेश है साडा। इत्थे हैगा दिहांग दिबांग, पूरे का पूरा पहाड़ ही है बायोस्फीयर रिजर्व। इत्थे आ जाओ गल्फ ऑफ कच्छ, आ कच्छ के जंगल है इत्थे पूरा का पूरा बायोस्फीयर है। रेगिस्तान जा टाइप ही है, तो याद रखियो बायोस्फीयर रिजर्व जिहड़ा है कोई जंगल नहीं हुंदा गल्ला, पूरा का पूरा रेगिस्तान है। तो भी बायोस्फीयर ही एक हिसाब का, कुदरत तो उत्थे भी आ देखो गल्फ ऑफ मनार, ये मनार की खाड़ी के नेड़े वाला जंगल, ये भी साडा बायोस्फीयर रिजर्व आ। एक ना तमिलनाडु, आ तमिलनाडु स्टेट आ केरला, ये बॉर्डर पर अगस्त्य मलाई, अगस्त्य मलाई पूरे का पूरा बायोस्फीयर रिजर्व आ। तमिलनाडु आ केरला है, आ करनाटका, ये बॉर्डर पर 15 नंबर नीलगिरी। ये तिन्ना स्टेटां के ट्रांजैक्शन से पूरा वड्डा जंगल, ठीक आ। फिर उस तो बाद कच्छ, आ पंचमढ़ी, पन्ना, आ छत्तीसगढ़ स्टेट, आ मध्य प्रदेश है, दोवां दे बॉर्डर ते आ। अचकंबर अमरकंटक, उड़ीसा दे विच आ सिमलीपाल, वैस्ट बंगाल दे विच आ सुंदरबन। ये साढ़े 18 बायोस्फीयर रिजर्व ने, ਜਾਂ 18 ने। ये मेरी मैनूं लगदा ये 1 2 3 4 5 6 7 8 9 10 11 12 13 14 15 18 ने पूरे, ठीक है। एक आ पूरे का पूरा ग्रेट निकोबार आ जिहड़ा, ये भी अपने आप च एक बायोस्फीयर रिजर्व आ। तो दुनिया ते बायोस्फीयर रिजर्व्स कित्थे क ने, ये तो लोकेशन फिक्स हो गई तुहाडी। तो मैं तुहाडी जानकारी लई दसदा, आ लो जी देखो सब तो पहला साडा नीलगिरी बायोस्फीयर रिजर्व, ये बिल्कुल थल्ले जिहा तमिलनाडु च दिखाया सी ना, तमिलनाडु वाले च नीलगिरी बायोस्फीयर रिजर्व, तमिलनाडु करनाटका ते केरला के ट्रांजैक्शन ते ये पश्चिमी आ जिहड़े वो नहीं कि वैसटर्न घाट, पश्चिमी घाट, दक्षिणी घाट किवें लिखता, पश्चिमी घाट जिहड़े आ उहदे पहाड़ां च आ। तो ये ना अगे जाके जो मैं इन्वायरमेंट च कल्ले कल्ले एरीए बारे आप डिस्कस करांगे ना, तो डिस्कस करना बनता बहुत है। इन्वायरमेंट के करंट अफेयर्स च बहुत आया करूगा। आ तुसीं जिहड़े इन्वायरमेंट के जिहड़े तुहाडे अजकल प्रीलिम्स बूस्टर के करंट अफेयर चल रहे हैं ना, आ जिहड़े तुहानूं मैं करंट अफेयर्स अपने रैगूलर अपने कोल आ रहे हैं, उन्हां करंट अफेयर्स दे विच ना जदों भी कोई इन्वायरमेंट का करंट अफेयर आऊगा तो उत्थे एक चीज़ आ जाऊगी कि नीरताहल खबरां च जी, फिर एक किहड़े जंगल च पाया जाता है, वो जंगल किहड़ा है, वो किहड़ा नैशनल पार्क आ। सो उत्थे ये चीज़ बहुत इंपॉर्टेंट आ, ठीक आ। तो एक बांदर आ लॉन्ग टेल्ड अपना की आ मैक्यो, तो एक नील ताहर, ये बिल्कुल हिरन वर्गा टाइप आ। ये एवं नंदा देवी, नंदा देवी बिल्कुल उपर उत्तराखंड सी, मैप तो देख ही लोगे अपने आप, नंदा देवी उत्तराखंड च। तो उस तो बाद आ गया गल्फ ऑफ मनार, ये गल्फ ऑफ मनार कित्थे आ, बिल्कुल थल्ले मनार की खाड़ी तमिलनाडु के बिल्कुल थल्ले जड़ां च। नौकरेक ये मेघालय च सी, मेघालय के गारो, खासी, जैंतिया 3 पहाड़ियाँ है। नॉर्थ ईस्ट उत्तर पूर्व के ना मेघालय के पहाड़ आ, उत्तर पूर्व के साडे मेघालय के पहाड़ आ रहे इत्थे है जी ये नौकरेक के जंगल, ठीक है। उस तो बाद अगे अपने को आ गया, आ जाओ अगे सुंदरबन, ये वैस्ट बंगाल च,
ਇਹਨਾਂ ਦੇ ਉੱਪਰ ਹਾਈਲਾਈਟ ਕਿਉਂ ਕੀਤਾ ਮੈਂ? ਇਹਨਾਂ ਦੇ ਉੱਪਰ ਹਾਈਲਾਈਟ ਇਸ ਕਰਕੇ ਕੀਤਾ ਹੋਇਆ ਹੈ ਕਿਉਂਕਿ ਇਹ 18 ਦੇ ਵਿੱਚ ਉਹ 12 ਨੇ, ਇਹ 18 ਦੇ ਵਿੱਚ ਉਹ 12 ਨੇ ਜਿਹੜੇ ਵਰਲਡ ਨੈਟਵਰਕ ਆਫ ਬਾਇਓਸਫੀਅਰ ਰਿਜ਼ਰਵ ਦੀ ਲਿਸਟ 'ਚ ਸ਼ਾਮਲ ਨੇ, ਜਿਨ੍ਹਾਂ ਨੂੰ ਰਿਕੋਗਨਾਈਜ਼ ਕੀਤਾ ਗਿਆ। ਤੇ ਲੇਟੈਸਟ ਕਿਹੜਾ ਰਿਕੋਗਨਾਈਜ਼ ਹੋਇਆ ਭਲਾ? ਪੰਨਾ। ਕਿੱਥੋਂ ਵਾਲਾ ਭਲਾ? ਕਿੱਥੋਂ ਵਾਲਾ ਭਲਾ? ਮੱਧ ਪ੍ਰਦੇਸ਼ ਵਾਲਾ। ਤੇ ਮੈਂ ਤੁਹਾਡੀ ਜਾਣਕਾਰੀ ਦੱਸਦਾ, ਮੱਧ ਪ੍ਰਦੇਸ਼ ਦੇ ਸਾਰੇ, ਮੱਧ ਪ੍ਰਦੇਸ਼ ਵਾਲੇ ਸਾਰੇ ਲਿਸਟ 'ਚ ਸ਼ਾਮਲ ਨੇ, ਠੀਕ ਆ। ਤੇ ਦੂਜੀ ਇੱਕ ਹੋਰ ਸ਼ਾਰਟਕਟ ਜਿਵੇਂ ਬਣਾਇਆ ਸੀ, ਐਨ ਵਾਲੇ ਸਾਰੇ ਸ਼ਾਮਲ ਨੇ, ਐਨ ਵਾਲੇ ਸਾਰੇ ਸ਼ਾਮਲ ਨੇ, ਇਹ ਵੀ ਸ਼ਾਮਲ ਨੇ। ਤੇ ਬਸ ਇੱਥੋਂ ਹੀ ਤੁਹਾਡੇ ਨਾਲ ਹੌਲੀ ਹੌਲੀ ਤੁਹਾਨੂੰ ਸਮਝ ਆ ਜਾਊਗਾ ਕਿ ਤੁਸੀਂ ਕਿਵੇਂ ਸ਼ਾਰਟਕਟ ਬਣਾ ਸਕਦੇ ਹੋ ਕਿ ਉਹ 12 ਕਿਹੜੇ ਨੇ ਜਿਹੜੇ ਉਸ ਲਿਸਟ 'ਚ ਸ਼ਾਮਲ ਨੇ। ਆ ਮਾਨਸ ਨੈਸ਼ਨਲ ਬਾਇਓਸਫੀਅਰ ਰਿਜ਼ਰਵ ਹੈਗਾ ਅਸਾਮ 'ਚ, ਠੀਕ ਆ, ਕੰਚਨਜੰਗਾ ਦੇ ਨੇੜੇ ਹੀ ਆ ਮਾਨਸ। ਉਸ ਤੋਂ ਬਾਅਦ ਅੱਗੇ ਆਪਣੇ ਕੋਲ ਆ ਗਿਆ ਉੜੀਸਾ ਦਾ ਸਿਮਲੀਪਾਲ, ਸੁੰਦਰਬਨ, ਸਿਮਲੀਪਾਲ। ਐਸ ਵਾਲੇ ਵੀ ਆਈ ਥਿੰਕ ਸਾਰੇ ਹੀ ਨੇ, ਸ਼ਾਇਦ ਚੈੱਕ ਕਰ ਲਿਓ, ਐਵੇਂ ਦਾ ਹੀ ਕੋਈ ਸ਼ਾਰਟਕਟ ਸੀ। ਆ ਪੰਚਮੜੀ ਕਿਉਂ ਆ? ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਆ। ਮੱਧ ਪ੍ਰਦੇਸ਼ ਇੱਕ ਅਮਰਕੰਟਕ ਵਾਲਾ ਹੈ, ਇੱਕ ਪੰਚਮੜੀ ਵਾਲਾ ਹੈ, ਇੱਕ ਪੰਨਾ ਵਾਲਾ ਹੈ। ਤਿੰਨ ਹੀ ਆ ਮੱਧ ਪ੍ਰਦੇਸ਼ 'ਚ, ਤਿੰਨੇ ਹੀ ਸ਼ਾਮਲ ਨੇ, ਮੱਧ ਪ੍ਰਦੇਸ਼ ਦੇ ਤਿੰਨੇ ਹੀ ਸ਼ਾਮਲ ਨੇ, ਠੀਕ ਆ। ਉਸ ਤੋਂ ਬਾਅਦ ਅੱਗੇ ਆ ਗਿਆ ਅਮਰਕੰਟਕ ਵਾਲਾ ਬਾਇਓਸਫੀਅਰ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਬਾਰਡਰ ਤੇ ਆ, ਇਹ ਮੱਧ ਪ੍ਰਦੇਸ਼ 'ਚ, ਇਹ ਤਾਂ 12 ਦੀ ਲਿਸਟ 'ਚ ਸ਼ਾਮਲ ਆ। ਸੋ ਟੈਕਨੀਕਲੀ ਕੋਈ ਉਹ ਨਹੀਂ। ਰਨ ਆਫ ਕਛ, ਆ ਕਛ ਦੇ ਜੰਗਲ ਰੇਗਿਸਤਾਨ ਹੀ ਆ ਗੁਜਰਾਤ ਦਾ, ਇਹ ਵੀ ਬਾਇਓਸਫੀਅਰ ਰਿਜ਼ਰਵ ਆਪਣੇ ਵਾਸਤੇ। ਕੋਲਡ ਡੈਜ਼ਰਟ ਹਿਮਾਲਿਆ 'ਚ, ਉਹ ਇਹ ਪਤਾ ਕਿੱਥੇ ਆ ਕੋਲਡ ਡੈਜ਼ਰਟ? ਜਿੱਥੋਂ ਆਪਣੀ ਜਿਹੜੀ ਉਹ ਆ, ਤੁਸੀਂ ਨਾ ਜਿਹੜੇ ਟਰੈਵਲਰ ਜੇ ਹੁੰਦੇ ਆ, ਇਹ ਜਿਹੜੇ ਹਿਮਾਚਲ ਪ੍ਰਦੇਸ਼ 'ਚ ਬਿਲਕੁਲ ਉੱਪਰ ਲੇਹ ਲਦਾਖ ਵੱਲ ਚੱਲ ਜਾਂਦੇ, ਉਹਨਾਂ ਨੂੰ ਪੁੱਛੋ ਜਾ ਕੇ ਕਿ ਸੁੱਕਾ ਹੀ ਏਰੀਆ ਹੈ ਬਿਲਕੁਲ, ਤਾਂ ਉਹ ਕੋਲਡ ਡੈਜ਼ਰਟ ਹੀ ਇੱਕ ਹਿਸਾਬ ਦਾ ਪੂਰੇ ਦਾ ਪੂਰਾ ਬਾਇਓ। ਆ ਕੰਚਨਜੰਗਾ ਸਿੱਕਿਮ ਦਾ ਹੈ, ਇਹ ਵੀ ਬਾਇਓਸਫੀਅਰ ਰਿਜ਼ਰਵ ਆ, ਠੀਕ ਆ। ਤੇ ਇਹ ਵੀ ਯੂਨੈਸਕੋ ਦੀ ਲਿਸਟ 'ਚ ਸ਼ਾਮਲ ਆ। ਤੇ ਤੁਹਾਡੀ ਜਾਣਕਾਰੀ ਲਈ ਦੱਸਦਾ, ਆ 12ਵਾਂ ਕਿਹੜਾ ਸੀਗਾ? ਪੰਨਾ। 12ਵੇਂ ਤੋਂ ਪਹਿਲਾਂ 11ਵਾਂ ਇਹੀ ਸੀਗਾ ਜਿਹੜਾ ਸ਼ਾਮਲ ਹੋਇਆ ਸੀ ਉਸ ਲਿਸਟ 'ਚ। ਉਦੋਂ ਇਹ ਕਰੰਟ ਅਫੇਅਰ 'ਚ ਆਉਂਦਾ ਹੁੰਦਾ ਸੀਗਾ, ਠੀਕ ਆ। ਅਗਸਥਿਆ ਮਲਾਈ, ਇਹ ਉੱਥੇ ਆ ਤਾਮਿਲਨਾਡੂ 'ਚ, ਤੇ ਆਈ ਥਿੰਕ ਤਾਮਿਲਨਾਡੂ 'ਚ ਤਿੰਨ ਨੇ, ਤਿੰਨੇ ਹੀ ਸ਼ਾਮਲ ਨੇ। ਇਹ ਵੀ ਗੱਲ ਦੱਸਦਾ, ਅਗਸਥਿਆ ਮਲਾਈ ਵੀ ਸ਼ਾਮਲ ਆ, ਤੇ ਥੱਲੇ ਹੋਰ ਕਿਹੜਾ ਸੀ? ਨੀਲਗਿਰੀ ਵੀ ਸ਼ਾਮਲ ਆ, ਤੇ ਇੱਕ ਮਿੰਟ, ਅਗਸਥਿਆ ਮਲਾਈ ਵੀ ਸ਼ਾਮਲ ਆ। ਤਾਮਿਲਨਾਡੂ 'ਚ ਤਿੰਨ ਨੇ, ਇੱਕ ਗਲਫ ਆਫ ਮਨਾਰ, ਮੈਨੂੰ ਗਲਫ ਆਫ ਮਨਾਰ ਦਾ ਥੋੜ੍ਹਾ ਜਿਹਾ ਡਾਊਟ ਆ ਕਿ ਉਹ ਹੈਗਾ, ਉਹ ਵੀ ਆ। ਤਾਮਿਲਨਾਡੂ 'ਚ ਤਿੰਨ ਹੀ ਨੇ ਨਾ, ਕਿਹੜੇ ਕਿਹੜੇ ਭਲਾ? ਗਲਫ ਆਫ ਮਨਾਰ, ਤੇ ਦੂਜਾ ਕਿਹੜਾ ਹੈ? ਅਗਸਥਿਆ ਮਲਾਈ, ਤੇ ਤੀਜਾ ਕਿਹੜਾ ਹੈ? ਨੀਲਗਿਰੀ। ਤਿੰਨੇ ਇਹ ਤਿੰਨੇ ਮੱਧ ਪ੍ਰਦੇਸ਼ ਦੇ, ਤੇ ਐਨ ਵਾਲੇ ਸਾਰੇ ਤਾਂ ਆਲਮੋਸਟ ਇੱਥੋਂ ਨਾ ਇੱਕ ਦੋ ਨੂੰ ਛੱਡ ਕੇ, ਇੱਕ ਉੜੀਸਾ ਦਾ ਸਿਮਲੀਪਾਲ ਵੀ ਵਿੱਚ ਜੋੜ ਲਿਓ, ਇੱਕ ਸਿੱਕਿਮ ਦਾ ਕੰਚਨਜੰਗਾ ਵਿੱਚ ਜੋੜ ਲਿਓ। ਸਿਮਲੀਪਾਲ ਉੜੀਸਾ ਦਾ ਏ, ਉਹ ਅੱਡ ਜੇ ਆਏ, ਪਰ ਉਹ ਵੀ ਬਾਇਓਸਫੀਅਰ ਰਿਜ਼ਰਵ ਆ, ਉਹ ਵੀ ਯੂਨੈਸਕੋ ਦੀਆਂ 12 ਜਾਣਿਆਂ 'ਚ ਵਿੱਚ। ਤੇ ਇੱਕ ਕੰਚਨਜੰਗਾ ਤੇ ਜੋੜਨਾ ਹੀ ਜੋੜਨਾ ਤੁਸੀਂ, ਵਜ੍ਹਾ ਕਿਉਂਕਿ ਉਹ 11ਵਾਂ ਸੀਗਾ। ਤਾਂ ਐਵੇਂ ਕਰਕੇ ਤੁਹਾਨੂੰ 12 ਵੀ ਯਾਦ ਹੋ ਜਾਣਗੇ, ਤੇ ਓਵਰਆਲ 18 ਦਾ ਤਾਂ ਪਤਾ ਲੱਗਣਾ ਹੀ ਲੱਗਣਾ ਤੁਹਾਨੂੰ। ਸੋ ਇਹ ਭਾਰਤ ਦੇ ਬਾਇਓਸਫੀਅਰ ਰਿਜ਼ਰਵ ਆ ਜਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਗੱਲ ਹੁਣ ਅੱਗੇ ਆਪ ਸਮਝ ਆ ਗਈ ਇਹ ਚੀਜ਼? ਉਹ ਯਾਰ ਬਾਇਓਸਫੀਅਰ ਰਿਜ਼ਰਵਸ ਦਾ ਜਿਹੜਾ ਕਨਸੈਪਟ ਆ, ਇਹ ਸਮਝ ਆ ਗਿਆ ਨਾ ਤੁਹਾਨੂੰ ਕਿ ਬਾਇਓਸਫੀਅਰ ਰਿਜ਼ਰਵਸ ਦਾ ਕਨਸੈਪਟ ਹੈ ਕੀ ਆ। ਹੁਣ ਗੱਲ ਕਰਦੇ ਆ ਟਾਈਗਰ ਰਿਜ਼ਰਵ ਦੀ। ਕਹਿੰਦੇ ਟਾਈਗਰ ਰਿਜ਼ਰਵ ਕੀ ਆ? ਪਹਿਲਾਂ ਤਾਂ ਇੱਕ ਜਾਣਕਾਰੀ ਸੁਣੋ ਕਿ ਭਾਰਤ 'ਚ ਨਾ ਜਿਹੜੇ ਸਾਲ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਆਇਆ ਸੀ, ਕਿਹੜੇ ਸਾਲ ਆਇਆ ਸੀਗਾ? 1970। ਉਸੇ ਤੋਂ ਅਗਲੇ ਸਾਲ ਅਸੀਂ ਪ੍ਰੋਜੈਕਟ ਟਾਈਗਰ ਚਲਾਇਆ ਸੀਗਾ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਟਾਈਗਰਸ ਬਚਾਉਣੇ ਆ। ਟਾਈਗਰਸ ਨੂੰ ਬਚਾਉਣ ਵਾਸਤੇ ਅਸੀਂ ਪ੍ਰੋਜੈਕਟ ਟਾਈਗਰ ਚਲਾਤਾ, ਤੇ ਇਸੇ ਪ੍ਰੋਜੈਕਟ ਟਾਈਗਰ ਦੇ ਤਹਿਤ ਅਸੀਂ ਲਾਂਚ ਕਰਤੇ ਕੀ ਭਲਾ? ਟਾਈਗਰ ਰਿਜ਼ਰਵ ਬਣਾਉਣੇ, ਕਿ ਅਸੀਂ ਟਾਈਗਰਸ ਵਾਸਤੇ ਵੱਖਰੇ ਜੰਗਲ ਬਣਾਉਣੇ ਆ। ਜਿਹੜੇ ਨੈਸ਼ਨਲ ਪਾਰਕ 'ਚ ਵੱਧ ਟਾਈਗਰ ਆ ਉਹਨੂੰ ਟਾਈਗਰ ਰਿਜ਼ਰਵ ਵੀ ਡਿਕਲੇਅਰ ਕਰ ਦਿਓ ਬਈ। ਕੀ ਡਿਕਲੇਅਰ ਕਰ ਦਿਓ? ਟਾਈਗਰ ਰਿਜ਼ਰਵ ਡਿਕਲੇਅਰ ਕਰ ਦਿਓ। ਖੈਰ ਆ ਸਮਝ ਆ ਗਈ ਗੱਲ। ਪਰ ਇਹਦੇ ਨਾਲ ਨਾ ਟਾਈਗਰਸ ਨੂੰ ਲੈ ਕੇ ਵੀ ਵੱਖਰਾ ਕਾਨੂੰਨ ਨਹੀਂ ਸੀਗਾ। 2006 ਆਇਆ, ਫਿਰ ਕਿਹੜਾ ਸਾਲ ਆਇਆ? 2006 ਆ ਗਿਆ। 2006 'ਚ ਜਾ ਕੇ ਅਸੀਂ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਨੂੰ ਥੋੜ੍ਹਾ ਜਿਹਾ ਬਦਲਿਆ, ਅਮੈਂਡ ਕਰਿਆ। ਅਮੈਂਡ ਕਰਨ ਦਾ ਮਤਲਬ ਕੀ ਹੁੰਦਾ? ਬਦਲਿਆ। ਉਹਦੇ 'ਚ ਇੱਕ ਨਵਾਂ ਕਲੌਜ਼ ਐਡ ਕੀਤਾ ਕਿ ਇੱਕ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਹੋਊਗੀ। ਕੀ ਹੋਊਗੀ ਭਲਾ? ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ। ਮੈਂ ਚਾਹੁੰਦਾ ਨਹੀਂ ਕਿ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਸਾਰਾ ਹੁਣੇ ਹੀ ਪੜ੍ਹਾ ਦਾਂ, ਪਰ ਮੈਨੂੰ ਲੱਗਦਾ ਪੜ੍ਹਾਉਣਾ ਹੀ ਪੈਣਾ ਹੈ। ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਹੋਊਗੀ ਜਿਹੜੀ ਟਾਈਗਰਸ ਦੀ ਪ੍ਰੋਟੈਕਸ਼ਨ ਕਰੂਗੀ। ਤੇ ਇਹਦਾ ਪ੍ਰਧਾਨ ਕੌਣ ਹੋਊਗਾ ਭਲਾ? ਹੂ ਵਿਲ ਹੈਡ? ਦੇਸ਼ ਦਾ ਇਨਵਾਇਰਮੈਂਟ ਮਿਨਿਸਟਰ। ਕੌਣ ਭਲਾ? ਦੇਸ਼ ਦਾ ਇਨਵਾਇਰਮੈਂਟ ਮਿਨਿਸਟਰ। ਇੱਥੇ ਆ ਕੇ ਧੋਖਾ ਦੇ ਦਿੰਦੇ ਆ ਕਿ ਪ੍ਰਾਈਮ ਮਿਨਿਸਟਰ ਆਫ ਇੰਡੀਆ ਇਜ਼ ਐਕਸ ਆਫੀਸ਼ੀਓ ਚੇਅਰਮੈਨ ਆਫ। ਪਹਿਲਾ ਆਪਸ਼ਨ ਜੀਐਸਟੀ ਕਾਉਂਸਲ, ਦੂਸਰਾ ਆਪਸ਼ਨ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ, ਤੀਸਰਾ ਆਪਸ਼ਨ ਨੈਸ਼ਨਲ ਬੋਰਡ ਫॉर ਵਾਈਲਡ ਲਾਈਫ, ਚੌਥਾ ਆਪਸ਼ਨ ਨੀਤੀ ਆਯੋਗ। ਬੰਦਾ ਕਹਿੰਦਾ ਕਿ ਪ੍ਰਧਾਨ ਮੰਤਰੀ ਜੀਐਸਟੀ ਕੌਂਸਲ ਦਾ ਚੇਅਰਮੈਨ ਹੋ ਸਕਦਾ ਹੈ, ਪਰ ਗਲਤ ਹੁੰਦਾ ਬੰਦਾ। ਉਹਦਾ ਚੇਅਰਮੈਨ ਹੁੰਦਾ ਦੇਸ਼ ਦਾ ਫਾਈਨਾਂਸ ਮਿਨਿਸਟਰ। ਦੂਜਾ ਬੰਦਾ ਕਹਿੰਦਾ ਕਿ ਉਹਦਾ
ਇਹਦਾ ਤਾਂ ਪੱਕਾ ਹੀ ਹੋਊਗਾ। ਆਪਣਾ ਕੀ ਨਾਮ ਇਹਦਾ, ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ, ਇਹਦਾ ਟਾਈਗਰ ਟੂਈਗਰ ਵਾਲੀ ਆ, ਉਹਦਾ ਵੀ ਇਹ ਨਹੀਂ ਹੁੰਦਾ। ਉਹਦਾ ਕੌਣ ਹੁੰਦਾ ਹੈ? ਇਨਵਾਇਰਨਮੈਂਟ ਮਿਨਿਸਟਰ। ਫਿਰ ਬੰਦਾ ਸੋਚਦਾ ਯਾਰ ਉਹ ਨੈਸ਼ਨਲ ਬੋਰਡ ਫॉर ਵਾਈਲਡ ਲਾਈਫ, ਇਹ ਤਾਂ ਕਦੇ ਸੁਣਿਆ ਹੀ ਨਹੀਂ, ਇਹਦਾ ਪ੍ਰਧਾਨ ਤਾਂ ਨਹੀਂ ਹੋਊਗਾ ਪ੍ਰਧਾਨ ਮੰਤਰੀ, ਪਰ ਬਾਅਦ 'ਚ ਪਤਾ ਲੱਗਦਾ ਕਿ ਉਹਦਾ ਪ੍ਰਧਾਨ ਇਹੀ ਆ। ਫਿਰ ਇੱਕ ਹੋਰ ਕਿਹੜਾ ਬਚਿਆ ਸੀ? ਨੀਤੀ ਆਯੋਗ। ਇੱਕ ਨੀਤੀ ਆਯੋਗ ਦਾ ਹੀ ਜ਼ਿਆਦਿਆਂ ਨੂੰ ਪਤਾ ਹੁੰਦਾ ਹੈ, ਕਿਉਂਕਿ ਉਹ ਬੜਾ ਮਸ਼ਹੂਰ ਹੁੰਦਾ ਹੈ। ਜਿਹੜਾ ਬੰਦਾ ਪੋਲਿਟੀ ਪੜ੍ਹ ਲੈਂਦਾ ਹੈ ਉਹਨੂੰ ਪਤਾ ਹੁੰਦਾ ਹੈ ਕਿ ਨੀਤੀ ਆਯੋਗ ਦਾ ਪ੍ਰਧਾਨ ਦੇਸ਼ ਦਾ ਪ੍ਰਧਾਨ ਮੰਤਰੀ ਹੋਈ ਆ। ਸੋ ਇਹ ਗੱਲਾਂ ਕਨਫਿਊਜ਼ ਕਰ ਜਾਂਦੀਆਂ ਸਾਨੂੰ। ਆ ਜਾਓ ਆਪਾਂ ਕੀ ਲੈਣਾ, ਮਸਲਾ ਸਮਝ ਆ ਗਿਆ। ਤਾਂ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਤੋਂ ਬਾਅਦ ਨਾ ਟਾਈਗਰਸ ਦੀ ਕੰਜ਼ਰਵੇਸ਼ਨ ਨੂੰ ਇੱਕ ਸਟੇਟਸ ਮਿਲ ਗਿਆ, ਕਿਉਂਕਿ ਹੁਣ ਉਸ ਐਕਟ 'ਚ ਬਕਾਇਦਾ ਟਾਈਗਰ ਕੰਜ਼ਰਵੇਸ਼ਨ ਵਾਸਤੇ ਵੀ ਇੱਕ ਅਥਾਰਟੀ ਬਣ ਗਈ, ਜਿਹਦੇ ਕੋਲ ਇੱਕ ਪਾਵਰ ਆ ਸਜ਼ਾ ਦੇਣ ਦੀ, ਜੇ ਕੋਈ ਟਾਈਗਰਸ ਕੰਜ਼ਰਵੇਸ਼ਨ ਨਾਲ ਰਿਲੇਟਡ ਕੰਮ ਸਹੀ ਤਰੀਕੇ ਨਾਲ ਨਾ ਹੋਵੇ ਤਾਂ। ਆ ਪੱਲੇ ਪੈ ਗਈ ਗੱਲ। ਸੋ ਟਾਈਗਰ ਰਿਜ਼ਰਵਸ ਇੱਕ ਇਹੋ ਜਿਹਾ ਕੰਸੈਪਟ ਸੀ, ਉਹਦੇ ਅੰਦਰ ਵੀ ਕੋਰ ਏਰੀਆ, ਬਫਰ ਏਰੀਆ ਦਾ ਕੰਸੈਪਟ ਸੀ। ਉਸ ਤੋਂ ਬਾਅਦ ਇੱਕ ਨਵੀਂ ਚੀਜ਼ ਆਈ, ਦੈਟ ਇਜ਼ ਕੰਜ਼ਰਵੇਸ਼ਨ ਰਿਜ਼ਰਵਸ। ਕੀ ਆ ਗਏ ਭਲਾ? ਕੰਜ਼ਰਵੇਸ਼ਨ ਰਿਜ਼ਰਵ। ਇਹ ਕੰਜ਼ਰਵੇਸ਼ਨ ਰਿਜ਼ਰਵ ਕੀ ਹੁੰਦੇ ਆ? ਠੀਕ ਆ, ਇਹ ਕੰਜ਼ਰਵੇਸ਼ਨ ਰਿਜ਼ਰਵ ਕੀ ਨੇ, ਪਹਿਲਾਂ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 'ਚ, ਠੀਕ ਆ, ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 'ਚ, ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਕਦੋਂ ਆਇਆ ਭਲਾ? 1972। ਉਹਦੇ 'ਚ 30 ਸਾਲ ਜ਼ਿਆਦਾ ਚੇਂਜ ਨਹੀਂ ਹੋਇਆ। 30 ਸਾਲ ਬਾਅਦ 2001 ਆਇਆ, ਤੇ ਕਿਸੇ ਨੇ ਕਿਹਾ ਕਿ ਸਾਡੇ ਦੇਸ਼ 'ਚ ਇਕੱਲੇ ਨੈਸ਼ਨਲ ਪਾਰਕ ਤੇ ਵਾਈਲਡ ਲਾਈਫ ਸੈਂਚਰੀਜ਼ ਥੋੜ੍ਹਾ ਨੇ, ਆ ਜਿਹੜੇ ਪਿੰਡਾਂ ਦੇ ਵਿੱਚ ਲੋਕਾਂ ਦੇ 5-5 ਕਿੱਲਿਆਂ ਦੇ ਵਿੱਚ ਸ਼ਾਮਲਾਟ ਦੇ ਜੰਗਲ ਆ ਸਰਕਾਰੀ ਜ਼ਮੀਨਾਂ ਤੇ, ਇਹਨਾਂ ਨੂੰ ਕਿਹੜੀ ਕੈਟੇਗਰੀ 'ਚ ਰੱਖੀਏ ਆਪਾਂ? ਸਵਾਲ ਸਮਝ ਆਇਆ ਕਿ ਇਹਨਾਂ ਨੂੰ ਕਿਹੜੀ ਕੈਟੇਗਰੀ 'ਚ ਰੱਖੀਏ? ਤਾਂ ਨਾ ਨੈਸ਼ਨਲ ਪਾਰਕ ਨੇ, ਨਾ ਵਾਈਲਡ ਲਾਈਫ ਸੈਂਚਰੀ ਨੇ, ਤਾਂ ਬਹੁਤ ਛੋਟੇ ਨੇ। ਫਿਰ ਕਿਸੇ ਨੇ ਕਿਹਾ ਕਿ ਇੱਕ ਹੋਰ ਚੀਜ਼ ਰਹਿ ਗਈ, ਆ ਜਿਹੜੀਆਂ ਸਾਡੀਆਂ ਨਦੀਆਂ ਨੇ ਨਾ, ਨਦੀਆਂ ਦੇ ਨੇੜੇ ਨੇੜੇ ਵੀ ਬੜੀ ਬੈਲਟ ਹੁੰਦੀ ਹੈ ਜੰਗਲਾਂ ਦੀ, ਇਹਨਾਂ ਨੂੰ ਕਿਹੜੀ ਕੈਟੇਗਰੀ 'ਚ ਰੱਖੀਏ? ਇਹ ਵੀ ਕਿਸੇ ਕੈਟੇਗਰੀ 'ਚ ਨਹੀਂ ਆਉਂਦੇ, ਇਹਨਾਂ ਨੂੰ ਲੋਕ ਕੱਟਦੇ ਆ, ਅਸੀਂ ਕੋਈ ਕਾਨੂੰਨ ਨਹੀਂ ਬਣਾ ਸਕਦੇ ਕਿਉਂਕਿ ਇਹ ਕਿਸੇ ਕਾਨੂੰਨ ਦੇ ਦਾਇਰੇ 'ਚ ਨਹੀਂ ਹੈਗੇ। ਲੋੜ ਪੈਦਾ ਹੋਈ ਤੇ ਉਸ ਲੋੜ 'ਚੋਂ ਨਿਕਲ ਕੇ ਆਏ 2 ਟਾਈਪ ਦੇ ਜੰਗਲ ਹੋਰ, ਜਿਹੜੇ ਏਰੀਏ 'ਚ ਵਾਈਲਡ ਲਾਈਫ ਸੈਂਚਰੀ ਤੋਂ ਵੀ ਛੋਟੇ ਆ। ਇੱਕ ਨੂੰ ਕਿਹਾ ਗਿਆ ਕਮਿਊਨਿਟੀ ਰਿਜ਼ਰਵ, ਤੇ ਇੱਕ ਨੂੰ ਕੀ ਕਿਹਾ ਗਿਆ? ਕੰਜ਼ਰਵੇਸ਼ਨ ਰਿਜ਼ਰਵ। ਕੰਜ਼ਰਵੇਸ਼ਨ ਰਿਜ਼ਰਵ ਤੇ ਕਮਿਊਨਿਟੀ ਰਿਜ਼ਰਵ, ਇਹ ਉਹ 2 ਪ੍ਰਕਾਰ ਦੇ ਜੰਗਲ ਨੇ ਜਿਹੜੇ ਵਾਈਲਡ ਲਾਈਫ ਸੈਂਚਰੀਜ਼ ਤੋਂ ਵੀ ਬਹੁਤ ਛੋਟੇ ਨੇ। ਇਹਨਾਂ ਨੂੰ ਅਮੈਂਡ ਕਰਕੇ, ਵਾਈਲਡ ਲਾਈਫ ਪ੍ਰੋਟੈਕਸ਼ਨ ਨੂੰ ਅਮੈਂਡ ਕਰਕੇ, ਇਹ 2 ਪ੍ਰਕਾਰ ਦੇ ਜੰਗਲ ਵੀ ਜਿਹੜੇ ਨੇ ਇਹ ਇਨ ਸਿਟੂ ਕੰਜ਼ਰਵੇਸ਼ਨ ਦਾ ਹਿੱਸਾ ਬਣਾਏ ਗਏ, ਕਿ ਇਹ ਵੀ ਜੰਗਲ ਨੇ, ਇਹਨਾਂ ਦੇ ਵਿੱਚ ਵੀ ਜੀਵ ਜੰਤੂ ਨੂੰ ਉੱਥੇ ਰੱਖ ਕੇ ਪ੍ਰੋਟੈਕਟ ਕਰਨ ਦੀ ਲੋੜ ਆ। ਇਹਨਾਂ ਨੈਸ਼ਨਲ ਜਿਹੜੇ ਇਹ ਕੰਜ਼ਰਵੇਸ਼ਨ ਰਿਜ਼ਰਵ ਨੇ, ਇਹਨਾਂ ਨੂੰ ਪੰਜਾਬੀ 'ਚ ਕਿਹਾ ਗਿਆ ਰੱਖਿਆ ਸ਼ਰਨ ਸਥਲ। ਕੀ ਕਿਹਾ ਗਿਆ? ਰੱਖਿਆ ਸ਼ਰਨ ਸਥਲ। ਤੇ ਉਸ ਤੋਂ ਬਾਅਦ ਇੱਕ ਕਮਿਊਨਿਟੀ ਰਿਜ਼ਰਵ, ਸਮੂਹਿਕ ਰੱਖਾਂ। ਇਹ 2 ਟਾਈਪ ਦੇ ਜੰਗਲ ਜਿਹੜੇ ਆ ਸਾਈਜ਼ 'ਚ ਬੜੇ ਛੋਟੇ ਨੇ, ਇਹ ਵੀ ਨੈਸ਼ਨਲ ਪਾਰਕ ਤੇ ਵਾਈਲਡ ਲਾਈਫ ਸੈਂਚਰੀ ਵਾਲੀ ਲਿਸਟ 'ਚ 3 ਤੇ 4ਥੇ ਨੰਬਰ ਤੇ ਸ਼ਾਮਲ ਹੋ ਗਏ, ਤੇ 5ਵੇਂ ਨੰਬਰ ਤੇ ਟਾਈਗਰ ਰਿਜ਼ਰਵ ਵੀ ਹੈਗੇ ਆ। ਇਹ ਸਾਰੇ ਇੱਕ ਜੰਗਲੀ ਜੀਵਾਂ ਨੂੰ ਤੇ ਜੰਗਲੀ ਪੌਦਿਆਂ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਸੁਰੱਖਿਆ ਮੁਹੱਈਆ ਕਰਾਉਂਦੇ ਆ। ਇਹਦੇ ਵਾਸਤੇ ਉਹਨਾਂ ਨੂੰ ਉੱਥੋਂ ਪੱਟ ਕੇ ਕਿਤੇ ਹੋਰ ਲੈ ਕੇ ਆਉਣ ਦੀ ਲੋੜ ਹੈਗੀ ਹੈ ਕਿ ਨਹੀਂ? ਨਹੀਂ। ਤਾਂ ਕਮਿਊਨਿਟੀ ਰਿਜ਼ਰਵ ਤੇ ਕੰਜ਼ਰਵੇਸ਼ਨ ਰਿਜ਼ਰਵ ਪੰਜਾਬ 'ਚ ਕਿਹੜੇ ਕਿਹੜੇ ਆ? ਕਹਿੰਦੇ ਕਮਿਊਨਿਟੀ ਰਿਜ਼ਰਵ ਜਿਹੜੇ ਆ ਇਹ ਸਟੇਟ ਗੌਰਮੈਂਟ ਡਿਕਲੇਅਰ ਕਰਦੀ ਆ, ਉਹਨਾਂ ਦੁਆਰਾ ਹੀ। ਤੇ ਇਹ ਨੈਸ਼ਨਲ ਪਾਰਕ ਤੇ ਸੈਂਚਰੀਜ਼ ਦੇ ਕਈ ਵਾਰੀ ਨੇੜੇ ਦਾ ਛੋਟਾ ਜਿਹਾ ਅੱਡ ਏਰੀਆ ਹੁੰਦਾ ਹੈ, ਜਾਂ ਇਹ ਆਪਣੇ ਆਪ 'ਚ ਛੋਟੇ-ਮੋਟੇ ਜੰਗਲ ਹੁੰਦੇ ਆ। ਇਹਨਾਂ ਦੀ ਡੈਕਲੇਰੇਸ਼ਨ ਵਾਸਤੇ ਲੋਕਾਂ ਨੂੰ ਪੁੱਛਣਾ ਪੈਂਦਾ, ਕਿਉਂਕਿ ਉਹਨਾਂ ਦੀ ਜ਼ਿੰਦਗੀ ਨੂੰ ਕਾਫੀ ਪ੍ਰਭਾਵਿਤ ਕਰਦੇ ਹੁੰਦੇ ਆ। ਕਈਆਂ ਦੇ ਵਿੱਚ ਨਾ ਖੇਤ ਵੀ ਹੁੰਦੇ ਇਹਨਾਂ ਦੇ, ਸੋ ਉਹਨਾਂ ਦੀ ਸਲਾਹ ਵੀ ਲੈਣੀ ਪੈਂਦੀ ਆ। ਇਹਦੇ ਅੰਦਰ ਲੋਕਾਂ ਤੇ ਉਹ ਸਖਤੀ ਨਹੀਂ ਹੁੰਦੀ ਜਿਹੜੀ ਵਾਈਲਡ ਲਾਈਫ ਸੈਂਚਰੀਜ਼ 'ਚ ਆ, ਤੇ ਨੈਸ਼ਨਲ ਪਾਰਕ ਦੇ ਅੰਦਰ ਤਾਂ ਸਖਤੀ ਵੀ ਬਹੁਤ ਆ। ਪੰਜਾਬ ਦੇ ਵਿੱਚ ਇਸ ਟਾਈਮ 4 ਕੰਜ਼ਰਵੇਸ਼ਨ ਰਿਜ਼ਰਵ ਨੇ, ਰੱਖ ਸਰਾਈ, ਅਮਾਨਤ ਖਾਨ ਅੰਮ੍ਰਿਤਸਰ ਵਾਲਾ, ਰੋਪੜ ਵਾਲੀ ਤਰਭੂਮੀ, ਰੋਪੜ ਵੈਟਲੈਂਡ ਆ ਜਿਹੜੀ, ਤਰਭੂਮੀ ਨੂੰ ਪੰਜਾਬੀ 'ਚ ਕਹਿ ਦਿੰਦੇ ਆ ਦਲਦਲ ਟਾਈਪ। ਰੋਪੜ ਦੇ ਵਿੱਚ ਜਿਹੜੀ ਤਰਭੂਮੀ ਆ ਸਾਡੀ ਵੈਟਲੈਂਡ ਆ, ਠੀਕ ਆ, ਜਿੱਥੇ ਪਾਣੀ ਤੇ ਮਿੱਟੀ ਦੋਵਾਂ ਦਾ ਮੇਲ ਹੋਵੇ ਉਹਨੂੰ ਤਰਭੂਮੀ ਕਹਿ ਦਿੰਦੇ। ਇੰਗਲਿਸ਼ 'ਚ ਕੀ ਕਹਿ ਦਿੰਦੇ ਆ? ਵੈਟਲੈਂਡ, ਗਿੱਲੀ ਜ਼ਮੀਨ। ਤਾਂ ਉੱਥੇ ਪਾਣੀ ਵੀ ਹੁੰਦਾ ਦਲਦਲ ਜੀ ਟਾਈਪ। ਤਾਂ ਉਹਦੇ ਜਿਹੜੀ ਰੋਪੜ ਵਾਲੀ ਵੈਟਲੈਂਡ ਆ ਉਹ ਵੀ ਆਪਣੇ ਆਪ 'ਚ ਇੱਕ ਕੰਜ਼ਰਵੇਸ਼ਨ ਰਿਜ਼ਰਵ ਆ। ਬਿਆਸ ਦਰਿਆ ਪੂਰੇ ਦਾ ਪੂਰਾ, ਬਿਆਸ ਦਰਿਆ ਤੇ ਉਹਦੇ ਨਾਲ ਚੱਲਦੀਆਂ ਉਹਦੀਆਂ ਟ੍ਰਿਬਿਊਟਰੀਜ਼, ਪੂਰੇ ਪੰਜਾਬ ਦੇ ਵਿੱਚ ਸਾਰੇ ਦੇ ਸਾਰੇ ਬਿਆਸ ਦਰਿਆ ਨੂੰ ਉਹਦੇ ਨੇੜੇ ਲੱਗੇ ਜੰਗਲ ਕਰਕੇ ਕੀ ਡਿਕਲੇਅਰ ਕਰਤਾ ਪੰਜਾਬ ਸਰਕਾਰ ਨੇ? ਕੰਜ਼ਰਵੇਸ਼ਨ ਰਿਜ਼ਰਵ ਡਿਕਲੇਅਰ ਕਰਤਾ। ਤੇ ਇੱਕ ਰਣਜੀਤ ਸਾਗਰ ਡੈਮ ਜਿਹੜੀ ਪਠਾਨਕੋਟ ਰਾਵੀ ਨਦੀ ਤੇ, ਉਹ ਡੈਮ ਦਾ ਪੂਰਾ ਡੈਮ ਹੀ ਕੰਜ਼ਰਵੇਸ਼ਨ ਰਿਜ਼ਰਵ ਆ ਗੱਲ ਸਮਝ ਆ ਗਈ? ਇੱਕ ਹੁੰਦੇ ਆ ਕਮਿਊਨਿਟੀ ਰਿਜ਼ਰਵ, ਜਿਹੜੇ ਪਿੰਡਾਂ ਦੀਆਂ ਸ਼ਾਮਲਾਟਾਂ ਦੇ ਜਾਂ ਸ਼ਹਿਰਾਂ ਦੇ ਬਾਹਰ, ਉਹ ਜੰਗਲ ਜਿਹੜੇ ਜ਼ਿਆਦਾ ਵੱਡੇ ਨਾ ਹੋਣ ਕਰਕੇ ਕਿਹਦੇ ਦਾਇਰੇ 'ਚ ਨਹੀਂ ਆ ਸਕਦੇ? ਸੈਂਚਰੀ ਦੇ ਦਾਇਰੇ 'ਚ ਨਹੀਂ ਆ ਸਕਦੇ। ਇਹ ਵੀ ਕਨਸੈਪਟ ਜਿਹੜਾ ਸੀਗਾ
ਇਹ ਵੀ ਕਨਸੈਪਟ 2001 ਚ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਨੂੰ ਅਮੈਂਡ ਕਰਕੇ ਇੰਟਰੋਡਿਊਸ ਕੀਤਾ ਗਿਆ। ਇਹ ਵੀ ਫਿਲਹਾਲ ਦੀ ਘੜੀ ਪੰਜਾਬ ਚ ਕਮਿਊਨਿਟੀ ਰਿਜ਼ਰਵਸ ਵੀ 4 ਨੇ, ਇੱਕ ਲਾਲਵਾਂ ਵਾਲਾ ਸਮੂਹਿਕ ਰੱਖਾਂ ਹੁਸ਼ਿਆਰਪੁਰ ਚ, ਕੇਸ਼ੋਪੁਰ ਝੰਬ ਜਿਹੜਾ ਹੈ ਗੁਰਦਾਸਪੁਰ ਚ, ਤੇ ਪੰਨੀ ਵਾਲਾ ਹਰੀਪੁਰਾ ਫਜ਼ਲਕਾ ਦੇ ਵਿੱਚ, ਤੇ ਸਿਸਵਾਂ ਇਹ ਬਾਦਲ ਸਾਹਿਬ ਨੂੰ ਪੁੱਛ ਲਓ ਜਾਂ ਕੈਪਟਨ ਸਾਹਿਬ ਨੂੰ ਪੁੱਛ ਲਓ ਕਿ ਸਿਸਵਾਂ ਕਿੱਥੇ ਆ, ਉਹ ਆਪ ਹੀ ਦੱਸ ਦੇਣਗੇ ਕਿ ਮੋਹਾਲੀ ਦੇ ਨਾਲ ਆ। ਠੀਕ ਆ, ਕਿਉਂਕਿ ਅਗਲਿਆਂ ਦੇ ਫਾਰਮ ਹਾਊਸ ਨੇ ਇੱਥੇ। ਤਾਂ ਸਿਸਵਾਂ ਵਾਲਾ ਹੈ SAS ਨਗਰ ਮੋਹਾਲੀ। ਠੀਕ ਆ, ਇੱਥੇ ਤਾਂ ਸਿਸਵਾਂ ਦੀਆਂ ਖੱਡਾਂ ਹੈ ਜਿਨ੍ਹਾਂ ਨੂੰ ਤੋੜਿਆ ਗਿਆ, ਜਿੱਥੇ ਅੱਜ ਕੱਲ੍ਹ ਦੀ ਸਰਕਾਰ ਵਾਲੇ ਕਹਿ ਨਹੀਂ ਰਹੇ ਕਿ ਅਸੀਂ ਜਾ ਕੇ ਕਬਜ਼ੇ ਛਡਾ ਰਹੇ ਹਾਂ ਉੱਥੋਂ ਜ਼ਮੀਨਾਂ ਤੋਂ। ਕਦੀ ਦੇਖਿਆ ਕਰੋ, ਕਦੀ ਵਧੀਆ। ਵੈਸੇ ਚਲੋ ਪੋਲੀਟਿਕਸ 'ਚ ਆਪਾਂ ਇੰਨਾ ਮਾਹੌਲ ਦੇਖਣ ਦੀ ਲੋੜ ਨਹੀਂ। ਠੀਕ ਆ, ਆਪਾਂ ਪੋਲੀਟੀ ਵੀ ਪੜ੍ਹ ਲਈਏ ਓਨੀ ਬਹੁਤ ਆ, ਪਰ ਇਹ ਪੋਲੀਟਿਕਸ ਦੇ ਵਿੱਚ ਪੂਰਾ ਮਾਹੌਲ ਬਣਾਈ ਬੈਠੇ ਆ ਕਿ ਕੁਛ ਨਹੀਂ ਛੱਡਣਾ ਅਸੀਂ। ਠੀਕ ਆ, ਸਭ ਤੋਂ ਪਹਿਲਾਂ ਤਾਂ ਮੋਹਾਲੀ ਦੀਆਂ ਸਿਸਵਾਂ ਦੇ ਨੇੜੇ ਦੀਆਂ ਸਾਰੀਆਂ ਖੱਡਾਂ ਜਾਣੀ ਕਿ ਸਾਰੇ ਏਰੀਏ ਨੂੰ ਖਾਲੀ ਕਰਵਾਉਣਾ ਅਸੀਂ। ਠੀਕ ਆ, ਉੱਥੇ ਬਹੁਤ ਜ਼ਿਆਦਾ ਕਹਿੰਦੇ ਗੜਬੜ ਹੋਈ ਹੈ। ਆਹ ਦੱਸੋ ਜੀ, ਕਹਾਣੀ ਕਲੀਅਰ ਹੋ ਗਈ। ਸੋ ਇਹਦਾ ਮਤਲਬ ਹੁਣ ਮੈਂ ਤੁਹਾਨੂੰ 2 ਗੱਲਾਂ ਹੋਰ ਕਲੀਅਰ ਕਰਤੀਆਂ, ਵਾਟ ਆਰ ਕੰਜ਼ਰਵੇਸ਼ਨ ਰਿਜ਼ਰਵਸ, ਤੇ ਅਗਲੀ ਗੱਲ ਕੀ ਦੱਸਤੀ ਮੈਂ ਤੁਹਾਨੂੰ, ਵਾਟ ਆਰ ਕਮਿਊਨਿਟੀ ਰਿਜ਼ਰਵਸ। ਠੀਕ ਆ, ਉਸ ਤੋਂ ਬਾਅਦ ਇੱਕ ਆ ਵੀ ਚੀਜ਼ ਹੁੰਦੀਆਂ ਸੈਕਰੇਡ ਗਰੂਵਸ। ਇਹ ਸੈਕਰੇਡ ਗਰੂਵਸ ਪਤਾ ਕੀ ਹੁੰਦੀਆਂ ਹੈ? ਸੈਕਰੇਡ ਗਰੂਵਸ ਹੁੰਦੀਆਂ ਹੈ ਉਹ ਗੁਫਾਵਾਂ ਟਾਈਪ ਜਾਂ ਇਹ ਹੁੰਦੀਆਂ ਬੀੜਾਂ। ਵੈਸੇ ਇਹਨੂੰ ਪੰਜਾਬੀ 'ਚ ਪਤਾ ਕੀ ਕਹਿੰਦੇ ਆ? ਜੇ ਮੈਂ ਪੰਜਾਬੀ 'ਚ ਸਮਝਾਤਾ ਤਾਂ ਤੁਹਾਨੂੰ ਆਪੇ ਸਮਝ ਆ ਜਾਣਾ। ਜ਼ਿਆਦਾਤਰ ਇਹ ਪਤਾ ਕੀ ਹੁੰਦੀਆਂ? ਉਹ ਪੀਰਾਂ ਦੀ ਜਗ੍ਹਾ, ਉਹ ਜਿੱਥੇ ਪੁਰਾਣੇ ਪੀਰ ਹੁੰਦੇ ਆ ਤੇ ਸੰਘਣੇ ਜਿਹੇ ਜੰਗਲ ਨਹੀਂ ਲੱਗੇ ਹੁੰਦੇ, ਜਿਨ੍ਹਾਂ ਦੀ ਸ਼ਾਇਦ ਕਈ ਵਾਰੀ ਜਿਨ੍ਹਾਂ ਨੂੰ ਪੱਟਦੇ ਹੀ ਨਹੀਂ, ਉਹਨਾਂ ਨੂੰ ਇੱਕੋ ਹੀ ਰੁੱਖ ਹੁੰਦਾ, ਉਹੀ ਰੁੱਖ ਫੈਲ ਕੇ ਬੜਾ ਜੰਗਲ ਜਿਹਾ ਬਣ ਜਾਂਦਾ ਹੈ। ਉਹਨਾਂ ਨੂੰ ਆਪਾਂ ਕਹਿੰਦੇ ਸੈਕਰੇਡ, ਪਵਿੱਤਰ ਗਰੂਵਸ, ਪਵਿੱਤਰ ਗੁਫਾਵਾਂ। ਸੋ ਉਹ ਚੀਜ਼ ਜਿਹੜੀ ਆ ਨਾ, ਉਹ ਵੀ ਸਾਡੇ ਵਾਸਤੇ ਸਾਡੀ ਬਾਇਓ, ਉੱਥੇ ਦੇ ਰੁੱਖ ਜਾਂ ਉਹਦੇ ਅੰਦਰ ਲੱਗੇ ਪਲਾਂਟਸ ਵੀ ਇੰਨੇ ਘੈਂਟ ਹੁੰਦੇ ਆ ਕਿ ਉਹ ਵੀ ਇੱਕ ਬਾਇਓਡਾਇਵਰਸਿਟੀ ਦਾ ਬਹੁਤ ਵੱਡਾ ਹਿੱਸਾ ਹੈ। ਸੋ ਉਹਨਾਂ ਨੂੰ ਵੀ ਭਾਰਤ ਸਰਕਾਰ ਜਿਹੜੀ ਆ ਉਹ ਕਾਨੂੰਨਾਂ ਦੇ ਦਾਇਰੇ 'ਚ ਲੈ ਕੇ ਆਉਂਦੀ ਆ। ਠੀਕ ਆ, ਉਹਨਾਂ ਨੂੰ ਵੀ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਅੰਦਰ ਕਮਿਊਨਿਟੀ ਰਿਜ਼ਰਵ ਹੀ ਮੰਨਿਆ ਗਿਆ ਹੈ। ਇੰਪੋਰਟੈਂਟ ਗੱਲ, ਉਹਨਾਂ ਨੂੰ ਕੀ ਮੰਨਿਆ ਗਿਆ? ਸੈਕਟਰੀ ਗਰੁੱਪਸ ਨੂੰ ਕਮਿਊਨਿਟੀ ਰਿਜ਼ਰਵਸ ਹੀ ਮੰਨਿਆ ਗਿਆ ਹੈ। ਸਮਝ ਆ ਗਈ ਗੱਲ? ਸੋ ਪੰਜਾਬ ਦੇ ਵਿੱਚ ਵੀ 1-2 ਗਰੁੱਪਸ ਹੈਗੀਆਂ ਇਹੋ ਜਿਹੀਆਂ। ਠੀਕ ਆ, ਸੋ ਖੈਰ ਆਹ ਦੱਸੋ ਜੀ, ਤੁਸੀਂ ਇਹ ਦੱਸੋ ਕਿ ਇੱਕ ਜੀਵ ਨੂੰ ਉਹਦੇ ਘਰ 'ਚ ਹੀ ਸੁਰੱਖਿਆ ਦੇਣ ਦੇ ਮਾਮਲੇ 'ਚ ਅਸੀਂ ਇਨ ਸਿਟੂ ਕੰਜ਼ਰਵੇਸ਼ਨ ਦੇ ਮਾਮਲੇ 'ਚ, ਸਮਝ ਆ ਗਿਆ ਤੁਹਾਨੂੰ ਸਾਰਾ ਚੰਗੀ ਤਰ੍ਹਾਂ? ਹੁਣ ਬਾਹਰੀ ਸੁਰੱਖਿਆ, ਕਿਸੇ ਨੂੰ ਬਾਹਰ ਲਿਜਾ ਕੇ ਐਕਸ ਸਿਟੂ ਕੰਜ਼ਰਵੇਸ਼ਨ। ਠੀਕ ਆ, ਇਹ ਕੀ ਹੁੰਦੀ ਆ? ਕਿਸੇ ਇਲਾਕੇ 'ਚ ਕੋਈ ਪਲਾਂਟ ਐਕਸਟਿੰਕਟ ਹੋ ਰਿਹਾ, ਵਿਲੁਪਤ ਹੋ ਰਿਹਾ, ਉਹਨੂੰ ਉੱਥੋਂ ਪੱਟੋ, ਜਾ ਕੇ ਸੀਡ ਪਲਾਂਟ ਉਹ 'ਚ ਰੱਖ ਦਿਓ ਬੈਂਕ 'ਚ, ਜਾਂ ਉਹਨੂੰ ਜ਼ੂਲੋਜੀਕਲ ਪਾਰਕ 'ਚ ਰੱਖ ਦਿਓ, ਜਾਂ ਕੋਈ ਜੀਵ ਜੰਤੂ ਮਰ ਰਿਹਾ ਹੈ ਉਹਨੂੰ ਚੱਕ ਕੇ ਕਿਸੇ ਜ਼ੂ 'ਚ ਰੱਖ ਦਿਓ। ਇਹ ਜਿਹੜੇ ਜ਼ੂ ਹੁੰਦੇ ਆ, ਠੀਕ ਹੈ, ਚਿੜੀਆ ਘਰ ਹੁੰਦੇ ਆ, ਜਾਂ ਇਹੋ ਜਿਹੀਆਂ ਚੀਜ਼ਾਂ, ਸੀਡ ਬੈਂਕ ਹੁੰਦੇ ਆ, ਜਾਂ ਇਹ ਜ਼ੂਲੋਜੀਕਲ ਪਾਰਕਸ ਹੁੰਦੇ ਆ, ਇਹ ਕੀ ਨੇ ਭਲਾ? ਇਹ ਐਕਸ ਸਿਟੂ ਕੰਜ਼ਰਵੇਸ਼ਨ ਦੀ ਇੱਕ ਜੀਂਦੀ ਜਾਗਦੀ ਐਗਜ਼ਾਮਪਲ ਨੇ। ਠੀਕ ਆ, ਸੋ ਇਹ ਆ। ਹੁਣ ਆ ਜਾਓ ਅੱਗੇ, ਹੁਣ ਆਪਾਂ ਪੰਜਾਬ 'ਚ ਪੜ੍ਹ ਲਈਏ। ਪੰਜਾਬ 'ਚ ਕਿਹੜੇ ਪਸ਼ੂ ਸ਼ਰਨ ਸਥਲ ਨੇ, ਯਾਨੀ ਕਿ ਜ਼ੂਲੋਜੀਕਲ ਪਾਰਕ ਨੇ, ਜਿਹੜੇ ਪੰਜਾਬ 'ਚ ਰਿਕੋਗਨਾਈਜ਼ਡ ਨੇ। ਠੀਕ ਆ, ਆ ਜਾਓ। ਇਹ ਨੇ ਛੱਤਬੀੜ, ਜਿਹਦਾ ਨਾਮ ਆ ਸ਼ਾਇਦ MC ਜ਼ੂਲੋਜੀਕਲ ਪਾਰਕ, ਮਹਿੰਦਰ ਚੌਧਰੀ, ਇਹਦਾ ਸਹੀ ਨਾਮ ਆ ਮਹਿੰਦਰ ਚੌਧਰੀ ਜ਼ੂਲੋਜੀਕਲ ਪਾਰਕ, ਛੱਤਬੀੜ 'ਚ ਆ। ਇਹ ਚੰਡੀਗੜ੍ਹ ਨੂੰ ਜਾਂਦੇ ਰਾਹ 'ਚ ਆਉਂਦਾ ਹੈ। ਲੁਧਿਆਣੇ ਵਾਲਾ ਜ਼ੂ, ਇਹ ਉਹ ਨੇ ਜਿਹੜੇ ਭਾਰਤ 'ਚ ਪੰਜਾਬ ਦੇ ਵਿੱਚ ਐਕਸ ਸਿਟੂ ਕੰਜ਼ਰਵੇਸ਼ਨ ਪੰਜਾਬ ਸਰਕਾਰ ਦੁਆਰਾ ਪ੍ਰਮਾਣਿਤ ਨੇ। ਇਹਨੂੰ ਮੈਂ ਬਦਲ ਨਹੀਂ ਸਕਦਾ, ਇਹ ਸਰਕਾਰੀ ਨੇ ਸਾਰੇ। ਫਿਰ ਆ ਗਿਆ ਡੀਅਰ ਪਾਰਕ ਮੋਤੀ ਬਾਗ ਪਟਿਆਲੇ ਵਾਲਾ, ਡੀਅਰ ਪਾਰਕ ਬੀੜ ਤਲਾਬ ਬਠਿੰਡੇ ਵਾਲਾ। ਠੀਕ ਆ, ਇੱਕ ਡੀਅਰ ਪਾਰਕ ਨੀਲੋਂ ਲੁਧਿਆਣੇ ਵਾਲਾ। ਸੋ ਇਹ ਆਫੀਸ਼ੀਅਲੀ ਜ਼ੂਲੋਜੀਕਲ ਪਾਰਕ ਨੇ, ਇਹ ਐਕਸ ਸਿਟੂ ਕੰਜ਼ਰਵੇਸ਼ਨ ਦੀ ਐਗਜ਼ਾਮਪਲ ਨੇ ਸਾਰੀਆਂ। ਆਹ ਗੱਲ ਦੱਸੋ, ਚੰਗੀ ਤਰ੍ਹਾਂ ਸਮਝ ਆ ਗਈ? ਚੰਗੀ ਤਰ੍ਹਾਂ, ਕਿਸੇ ਨੂੰ ਕੋਈ ਡਾਊਟ ਰਹਿਣੀ ਨਹੀਂ ਚਾਹੀਦੀ ਇਹਦੇ 'ਚ। ਠੀਕ ਆ, ਸੋ ਇਹ ਕਨਸੈਪਟ ਸੀਗਾ ਸਾਡਾ। ਹਾਂ, ਬਾਇਓਡਾਇਵਰਸਿਟੀ ਦਾ ਹਿੱਸਾ ਤੇ ਇੰਨਾ ਕੀ ਆ, ਪਰ ਇੱਕ ਗੱਲ ਹੋਰ ਵੀ ਬਹੁਤ ਹੁੰਦੀ ਆ, ਧਰ ਭੂਮੀਆਂ। ਸੁਣਿਆ ਇਹ ਨਾਮ? ਵੈਟਲੈਂਡਸ, ਧਰ ਭੂਮੀਆਂ, ਜਿੱਥੇ ਪਾਣੀ ਧਰਤੀ ਤੇ ਮੇਲ ਖਾਂਦੇ ਆ, ਦਲਦਲ ਜੀ ਬਣ ਜਾਂਦੀ ਆ। ਜ਼ਿਆਦਾਤਰ ਇਹ ਦਲਦਲ, ਵੈਸੇ ਕੋਈ ਮੈਨੂੰ ਕਵੇ ਧਰ ਭੂਮੀ ਦੀ ਐਗਜ਼ਾਮਪਲ ਤੁਹਾਡੇ ਪਿੰਡ 'ਚ ਹੈਗੀ ਹੈ ਕੋਈ? ਪਿੰਡ ਦਾ ਛੱਪੜ ਜਿਹੜਾ ਹੁੰਦਾ ਉਹ ਧਰ ਭੂਮੀ ਹੁੰਦਾ, ਨਾ ਉਹ ਪਾਣੀ ਹੁੰਦਾ ਹੈ, ਕਿਉਂਕਿ ਸੁਕਾਤ ਅਸੀਂ ਦਿੰਦੇ ਹਾਂ ਉਹਨੂੰ, ਨਾ ਉਹ ਪਾਣੀ ਹੁੰਦਾ ਹੈ, ਨਾ ਉਹ ਮਿੱਟੀ ਹੁੰਦੀ ਹੈ, ਉਹ ਦਲਦਲ ਹੀ ਹੁੰਦੀ ਹੈ ਇੱਕ ਹਿਸਾਬ ਦੀ। ਝੋਨੇ ਦਾ ਖੇਤ, ਸਾਡਾ ਪੈਡੀ ਕ੍ਰੌਪ, ਉਹ ਆਪਣੇ ਆਪ 'ਚ ਇੱਕ ਵੈਟਲੈਂਡ ਹੀ ਆ। ਪਰ ਭਾਰਤ ਦੇ ਵਿੱਚ ਉਹ ਵੈਟਲੈਂਡਸ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਤੇ 1971 'ਚ, ਅੰਤਰਰਾਸ਼ਟਰੀ ਪੱਧਰ ਤੇ 1971 ਦੀ 2 ਫਰਵਰੀ ਨੂੰ ਈਰਾਨ ਦੇ ਸ਼ਹਿਰ ਰਾਮਸਰ ਦੇ ਵਿੱਚ ਹੋਈ ਸੰਧੀ, ਯਾਨੀ ਕਿ ਕਨਵੈਨਸ਼ਨ ਦੇ ਅਕੋਰਡਿੰਗ ਵੈਟਲੈਂਡਸ ਨੇ। ਸਮਝ ਗਏ ਗੱਲ? ਉਹਨਾਂ ਨੂੰ ਕਹਿੰਦੇ ਆ ਵੈਟਲੈਂਡਸ ਆਫ ਇੰਟਰਨੈਸ਼ਨਲ ਇੰਪੋਰਟੈਂਸ, ਅੰਤਰਰਾਸ਼ਟਰੀ ਪੱਧਰ ਦੀਆਂ ਵੈਟਲੈਂਡਸ, ਜਿਹੜੀਆਂ ਕਿਸ ਕਨਵੈਨਸ਼ਨ ਦੇ ਅਕੋਰਡਿੰਗ ਵੈਟਲੈਂਡ ਦੀ ਡੈਫੀਨੇਸ਼ਨ 'ਚ ਆਉਂਦੀਆਂ ਨੇ? ਰਾਮਸਰ ਕਨਵੈਨਸ਼ਨ। ਰਾਮਸਰ ਕਨਵੈਨਸ਼ਨ ਦੀ ਡੈਫੀਨੇਸ਼ਨ ਕੀ ਹੈ? ਮੇਰਾ ਮਕਸਦ ਅੱਜ ਉਹ ਪੜ੍ਹਾਉਣ ਦਾ ਹੈ ਹੀ ਨਹੀਂ,
कि रामसर कन्वेंशन जी ਉਹਦੇ अकॉर्डिंग वैटलैंड्स की डेफिनेशन की होनी चाहिए है। फिलहाल वो तो मैं रामसर कन्वेंशन अड्ड पढ़ानी आ, मैं एक चैप्टर का जिक्र थोड़े नाल करी बैठा कि एक चैप्टर पढ़ाना है इंटरनैशनल कन्वेंशनस रिलेटेड टू इन्वायरमेंट, वो पढ़ाऊँगा मैं। सो उत्थे पढ़ाऊँगा जाके इंटरनैशनल कन्वेंशनस च। फिलहाल की घड़ी का बस ये मान लो कि ਜਿਹੜੀਆਂ उस कन्वेंशन के अकॉर्डिंग वैटलैंड्स ने भारत च वो किन्नियां ने इस टाइम भारत च किन्नियां वैटलैंड्स ने ਜਿਹੜੀਆਂ रामसर के अकॉर्डिंग वैटलैंड्स ने। भारत की आज़ादी के किन्ने साल पूरे हो गए 75, तो मोदी जी ने सिरे लाती इस साल 75 पूरियां करतियां। 75 साल 75 वैटलैंड्स आ इंडिया च इस टाइम, 75 इंटरनैशनल वैटलैंड्स। हुण वो याद यूद करनियां तो बसों बाहर ने। वो हुंदियां की है वैटलैंड्स, एक दिन दूर नहीं जिद्दां सुखना लेक नूं वैटलैंड डिकलेयर कर देणगे, क्योंकि बस जिथे जमीन ते पानी का मेल माड़ी जी ज़्यादातर पता की ने झीलां। जिद्दन मैं प्रधानमंत्री बन गया लिख के लै लो साडे पिंड दे नेड़े मैं 4 वैटलैंड इंटरनैशनल इंपोर्टेंस दी ਜਿਹੜੇ ਹਿਸਾਬ ਨਾਲ ਲੱਗੇ ਹੋਏ ਆ ਵੈਟਲੈਂड्स डिकलेयर कराउण। पर गल चंगी भी है, ਜਿਹੜੀ वैटलैंड ਨੂੰ ਤੁਸੀਂ इंटरनैशनल इंपोर्टेंस ਦੀ डिकलेयर करा दोगे ਉਹਨੂੰ ਬਚਾਉਣ ਦੀ ਕੋਸ਼ਿਸ਼ ਵੀ ਤਾਂ ਕਰੋਗੇ कि इंटरनैशनल ਇਹਦੀ ਇੱਜ਼ਤ ਤਾਂ ਰੱਖ ਲਓ, ਠੀਕ ਆ। ਤਾਂ ਵੈਟਲੈਂड्स ਨੂੰ ਕੰਜ਼ਰਵੇਸ਼ਨ ਦੇ ਦਾਇਰੇ 'ਚ ਲੈ ਕੇ ਆਉਣਾ ਚੰਗੀ ਗੱਲ ਆ। ਇਹਨਾਂ 75 ਚੋਂ 6 ਵੈਟਲੈਂड्स ਅੰਤਰਰਾਸ਼ਟਰੀ ਪੱਧਰ ਦੀਆਂ ਭਾਰਤ ਦੇ ਵਿੱਚ ਨੇ। ਉਹਨਾਂ ਵੈਟਲੈਂड्स ਨੂੰ ਇਹਨਾਂ ਤਰ ਭੂਮੀਆਂ ਨੂੰ ਕਿਹਾ ਪਤਾ ਕੀ ਜਾਂਦਾ ਹੈ, रामसर साइट्स। की कहा जाता है, रामसर स्थान। ये रामसर स्थान इन्हां वास्ते शब्द क्यों वरत्या जाता है, क्योंकि इन्हां नूं बनाउण दी जिहड़ी ट्रीटी सी, संधि सी, कन्वेंशन सी, वो कित्थे बैठ के हुई सी, रामसर। कित्थों दा शहर आ, ईरान दा। कदों हुई सी, 2 फैब किहड़े साल च, 1971। सारे देशों समझौता होया ते 75 चों समझौता पास हो गया। उस तो बाद भारत च लगातार 2, 4, 8, 12, 37 तक तो 37 रामसर कन्वेंशनस तो उदों तक सीगियां जदों तक मैं करोना तो पहलां पढ़ाउंदा सी। अब मोदी ने ऐसी स्पीड खिंची कि करोना भी खत्म तो देश दियां रामसर कन्वेंशन साइट्स भी डबल करतियां। 37 दूनी 74 प्लस 1 75, यही फार्मूला लगूगा। तो 75 हो गई इस टाइम रामसर कन्वेंशन वैटलैंड्स जड़ियाँ। खैर आप अपने मुद्दे पर गल करते हैं, इन्हां चों पंजाब च किहड़ियां ने, ठीक आ। ये वैटलैंड्स जड़ियां ने ये ना तुहानूं मैं दस्सिया ना कि धरती के फेफड़े के तौर पर काम, फेफड़े नहीं किडनीज़ के तौर पर काम करदियां, क्योंकि जिवें फेफड़े सानू साफ हवा दिंदे आ, वैटलैंड्स दे विच ना, वैटलैंड्स समुंदर के जां नदियां के कंढे का एरिया दलदली समुंदर पानी आऊगा गंदा नदियां चों नालियां चों, वो इत्थों फिल्टर हो के अगे जाता है। वो तो अड्ड गल आ कि असीं पानी ही इन्ना गंदा करता कि इन्हां दी कैपेसिटी रही कि साडे वसदा नहीं, चलो ऐं लंघण दो। तां असल च किडनीज़ के काम आउंदियां है। ते भारत पंजाब च इस टाइम किहड़ियां 6 वैटलैंड्स ने। कपूरथले वाली कंजली 2002 च ये बेई नदी के अराउंड सी। हरीके वाली जी वाइल्ड लाइफ सेंचुरी है वो अपने आप च एक वैटलैंड भी है, तरभूमि भी है, ठीक है। रोपड़ वाली रोपड़ वैटलैंड, केशोपुर, नंगल ते ब्यास, 1 2 3 4 5 6 वैटलैंड्स पंजाब च अंतरराष्ट्रीय पद्धर दियां है। इस तो बिना भी पंजाब च ਜਿਹੜੀਆਂ नैशनल इंपोर्टेंस ਜਿਹੜੀਆਂ भारत सरकार द्वारा वैटलैंड्स डिकलेयर कीतियां गई हैं वो भी लिख लो। जे एक अद्धी याद करनी चाहते हो वो भी दसती मैं। पंजाब सरकार ने ਜਿਹੜੀਆਂ 1 2 डिकलेयर कर रखियां वो भी याद कर लियो, जस्टरवार वगैरह। सो पेपर च तिन्ने टाइप दियां आ सकदियां ने। आ दसो जी गल समझ आ गई आ चीज़, किसी को कोई डाउट ये क्लीयर है कंसैप्ट, किसी को कोई डाउट रहना नहीं चाहिए। हुण गल करते हैं, आ देखो जी आ गल क्लीयर। हुण एक चीज़ हो रह गई, इस तो बिना भी पंजाब च ना एक अंबां दा बाग आ जिथे बड़ी वरायटी के अंब आ, हुशियारपुर वाल, ठीक है ना। तो नैशनल पार्क की कैटेगरी च ना वाइल्ड लाइफ सेंचुरी की कैटेगरी च, बस वो इक्को ही गल आ, इन्नी वरायटी ऑफ और मैंगोज इक्को जगह ते वो अपने आप च जींदी जागदी एग्जाम्पल आ बायोडाइवर्सिटी दी कि इक्को इन्ने डाइवर्स किस्म के अंब इक्को जगह ते। तो वो अपने आप च पता की आ, एक इहो जी साइट होगी हैरीटेज साइट ਜਿਹੜੀ ਕਿਹੜੀ ਚੀਜ਼ ਤਰੀਕੇ ਦੀ ਵਿਰਾਸਤ ਦੇ ਰਹੀ ਹੈ ਸਾਨੂੰ, ਬਾਇਓਡਾਇਵਰਸਿਟੀ ਦੀ। ਭਾਰਤ ਦੇ ਵਿੱਚ ਇੱਕ ਕਾਨੂੰਨ ਬਾਇਓਡਾਇਵਰਸਿਟੀ ਨੂੰ ਲੈ ਕੇ ਵੀ ਬਣਿਆ ਹੈ, ਉਹਨੂੰ ਕਹਿੰਦੇ ਆ ਜੈਵਿਕ ਵਿਭਿੰਨਤਾ ਵਿਰਾਸਤੀ ਹਿਰਾਸਤ ਅਧੀਨਿਯਮ 2002, ਬਾਇਓਡਾਇਵਰਸਿਟੀ ਐਕਟ 2002। ਉਹਦੇ ਤਹਿਤ ਭਾਰਤ ਸਰਕਾਰ ਕਹਿੰਦੀ ਆ ਕਿ ਜੇ ਤੁਹਾਨੂੰ ਲੱਗਦਾ ਨਾ ਕਿ ਤੁਹਾਡੀਆਂ ਸਟੇਟਾਂ 'ਚ ਕਿਤੇ ਕੋਈ ਇਹੋ ਜਿਹੀ ਚੀਜ਼ ਆ ਜਿੱਥੇ ਜੈਵਿਕ ਵਿਭਿੰਨਤਾ ਬਾਇਓਡਾਇਵਰਸਿਟੀ ਇੱਕ ਹੈਰੀਟੇਜ ਦੇ ਤੌਰ ਤੇ ਕੰਮ ਕਰ ਸਕਦੀ ਆ, ਤੁਸੀਂ ਆਪਣੀ ਸਟੇਟ 'ਚ ਉਸ ਏਰੀਏ ਨੂੰ ਬਾਇਓਡਾਇਵਰਸਿਟੀ ਹੈਰੀਟੇਜ ਸਾਈਟ ਡਿਕਲੇਅਰ ਕਰ ਦਿਓ। ਤੇ ਤੁਹਾਡੇ 'ਚੋਂ ਜੇ ਕਿਸੇ ਨੇ ਮੈਨੂੰ ਕੱਲ ਇਹ ਕਹਿਤਾ ਕਿ ਬਾਇਓਡਾਇਵਰਸਿਟੀ ਹੈਰੀਟੇਜ ਸਾਈਟ ਜਿਹੜੀਆਂ ਨੇ ਉਹ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਅੰਡਰ ਆਉਂਦੀਆਂ ਹੈ, ਤਾਂ ਫਿਰ ਦੇਖਿਓ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਅੰਡਰ ਨਹੀਂ ਆਉਂਦੀਆਂ ਬਾਇਓਡਾਇਵਰਸਿਟੀ ਹੈਰੀਟੇਜ ਸਾਈਟਸ। ਕਿਹੜੇ ਐਕਟ ਦੇ ਅੰਡਰ ਆਉਂਦੀਆਂ ਹੈ?
ਬਾਇਓਡਾਇਵਰਸਿਟੀ ਐਕਟ 2002 ਦੇ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਦਾਇਰੇ 'ਚ ਸਿਰਫ ਕੀ ਆਉਂਦੇ ਆ? ਨੈਸ਼ਨਲ ਪਾਰਕ, ਵਾਈਲਡ ਲਾਈਫ ਸੈਂਚਰੀਜ਼। ਤੇ 2001 ਦੀ ਅਮੈਂਡਮੈਂਟ ਤੋਂ ਬਾਅਦ ਉਸੇ ਐਕਟ ਨੂੰ ਬਦਲ ਕੇ ਥੋੜਾ ਜਿਹਾ ਠੀਕ ਕਰਤਾ ਸੀ ਉਹ, ਫਿਰ ਉਹਦੇ ਅੰਦਰ ਹੀ ਆ ਗਏ ਨਾ ਕੀ ਭਲਾ? ਕੰਜ਼ਰਵੇਸ਼ਨ ਰਿਜ਼ਰਵ, ਤੇ ਚੌਥੀ ਕੀ ਚੀਜ਼ ਸੀ? ਕਮਿਊਨਿਟੀ ਰਿਜ਼ਰਵ। ਤੇ 2006 'ਚ ਇੱਕ ਚੀਜ਼ ਉਹਦੇ ਅੰਦਰ ਹੋਰ ਦਾਇਰੇ 'ਚ ਲਿਆਂਦੀ ਸੀ, ਕੀ ਭਲਾ? ਟਾਈਗਰ ਰਿਜ਼ਰਵ। ਇਹ 5 ਚੀਜ਼ਾਂ ਤਾਂ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 'ਚ ਆਉਂਦੀਆਂ, ਪਰ ਇਹ ਜਿਹੜੀਆਂ ਬਾਇਓਡਾਇਵਰਸਿਟੀ ਹੈਰੀਟੇਜ ਸਾਈਟਸ ਨੇ ਇਹ ਕਿਹੜੇ ਦਾਇਰੇ 'ਚ ਆਉਂਦੀਆਂ? ਬਾਇਓਲੋਜੀਕਲ ਡਾਇਵਰਸਿਟੀ ਐਕਟ 2002। ਤੇ ਇਹ ਇੱਕ ਇਹੋ ਜਿਹੇ ਛੋਟੇ ਮੋਟੇ ਖੇਤ ਨੇ, ਜਾਂ ਇਹ ਉਹ ਛੋਟੇ ਮੋਟੇ ਪਾਰਕ ਨੇ, ਜਾਂ ਇਹ ਛੋਟਾ ਮੋਟਾ ਕੋਈ ਜੰਗਲ ਆ ਜਾਂ ਕੋਈ ਬਾਗ ਆ ਜਿੱਥੇ ਬਾਇਓਡਾਇਵਰਸਿਟੀ ਬਹੁਤ ਵੱਧ ਪ੍ਰਕਾਰ ਦੀ ਆ, ਪਰ ਇਹ ਉੱਪਰਲੇ ਕਿਸੇ ਦਾਇਰੇ 'ਚ ਨਾ ਫਿੱਟ ਹੋਵੇ ਹਜੇ, ਜਾਂ ਸਰਕਾਰ ਉਹਨੂੰ ਫਿੱਟ ਨਾ ਕਰਨਾ ਚਾਹੁੰਦੀ ਹੋਵੇ, ਤਾਂ ਫਿਰ ਇਹ ਬਾਇਓਡਾਇਵਰਸਿਟੀ ਹੈਰੀਟੇਜ ਸਾਈਟ। ਕਿਉਂਕਿ ਜੇ ਇਹ ਕਮਿਊਨਿਟੀ ਰਿਜ਼ਰਵ ਡਿਕਲੇਅਰ ਕਰਤਾ ਫਿਰ ਤਾਂ ਪੂਰਾ ਸਰਕਾਰ ਦੇ ਕੰਟਰੋਲ 'ਚ ਆ ਜਾਊਗਾ। ਬਾਇਓਡਾਇਵਰਸਿਟੀ ਸਾਈਟ ਡਿਕਲੇਅਰ ਕਰਕੇ ਇਹਦਾ ਕੰਟਰੋਲ ਥੋੜਾ ਬਹੁਤਾ ਉਸ ਬੰਦੇ ਦੇ ਹੱਥ 'ਚ ਵੀ ਹੁੰਦਾ ਜਿਹਦੇ ਤੋਂ ਖੋਇਆ ਗਿਆ ਹੈ। ਇਸ ਕਰਕੇ ਸਰਕਾਰ ਕਈ ਵਾਰੀ ਉਹਦੇ ਨਾਲ ਸੈਟਲਮੈਂਟ ਕਰ ਲੈਂਦੀ ਆ ਤੇ ਇਹਨੂੰ ਕਮਿਊਨਿਟੀ ਰਿਜ਼ਰਵ ਡਿਕਲੇਅਰ ਕਰਨ ਦੀ ਬਜਾਏ ਕੀ ਡਿਕਲੇਅਰ ਕਰਾ ਦਿੰਦੇ ਆ? ਬਾਇਓਡਾਇਵਰਸਿਟੀ ਹੈਰੀਟੇਜ ਸਾਈਟ, ਤਾਂ ਕਿ ਥੋੜਾ ਬਹੁਤਾ ਸੇ ਤੇਰਾ ਵੀ ਰਵੇ। ਇਹ ਸਰਕਾਰੀ ਪੋਲੀਟਿਕਸ ਹੁੰਦੀ ਆ, ਆਪਾਂ ਨੂੰ ਕੋਈ ਚੱਕਰਾਂ 'ਚ ਪੈਣ ਦੀ ਲੋੜ ਨਹੀਂ। ਭਾਰਤ ਦੇ ਵਿੱਚ ਬਾਇਓਡਾਇਵਰਸਿਟੀ ਐਕਟ 2002 ਜਿਹੜਾ ਹੈ, ਜੈਵਿਕ ਵਿਭਿੰਨਤਾ ਅਧੀਨਿਯਮ 2002 ਦੇ ਤਹਿਤ ਜਿੱਥੇ ਬਹੁਤ ਵੈਰਾਈਟੀ ਆਫ ਬਾਇਓਡਾਇਵਰਸਿਟੀ ਮਿਲੇ ਉਹਨਾਂ ਨੂੰ ਕਿਹਾ ਜਾਂਦਾ ਹੈ ਜੈਵਿਕ ਵਿਭਿੰਨਤਾ ਵਿਰਾਸਤੀ ਸਾਈਟ, ਬਾਇਓਡਾਇਵਰਸਿਟੀ ਹੈਰੀਟੇਜ ਸਾਈਟਸ। ਤੇ ਤੁਹਾਡੀ ਜਾਣਕਾਰੀ ਲਈ ਦੱਸਦਾ, ਪੰਜਾਬ 'ਚ ਇਸ ਟਾਈਮ ਇੱਕ ਬੰਗਾ 'ਚ ਇਨਾਮੀ ਬਾਗ ਆ, ਅੰਬਾਂ ਲਈ ਮਸ਼ਹੂਰ। ਇਹ ਭਾਰਤ ਪੰਜਾਬ ਦੀ ਇੱਕ ਬਾਇਓਡਾਇਵਰਸਿਟੀ ਹੈਰੀਟੇਜ ਸਾਈਟ ਆ। ਇੱਕ ਕਾਇਆ ਕਲਪ ਵ੍ਰਿਕਸ਼ ਫਤਿਹਗੜ੍ਹ ਸਾਹਿਬ, ਇਹ ਆਪਣੇ ਆਪ 'ਚ ਇੱਕ ਸੈਕਰੇਟ ਗਰੂਵ ਆ। ਸਰਕਾਰ ਚਾਹੁੰਦੀ ਤਾਂ ਇਸ ਸੈਕਰੇਟ ਗਰੂਵ ਨੂੰ ਕਮਿਊਨਿਟੀ ਰਿਜ਼ਰਵ ਵੀ ਡਿਕਲੇਅਰ ਕਰਾ ਸਕਦੀ ਸੀ, ਪਰ ਨਹੀਂ ਕਰਾਇਆ। ਕੀ ਡਿਕਲੇਅਰ ਕਰਾਤਾ ਇਹਨੂੰ? ਬਾਇਓਡਾਇਵਰਸਿਟੀ ਹੈਰੀਟੇਜ ਸਾਈਟ। ਤੇ ਤੁਹਾਡੀ ਜਾਣਕਾਰੀ ਦੀ ਦੱਸਦਾ, ਚਟਪਟ ਮਾਨੀ ਇਹ ਪਠਾਨਕੋਟ 'ਚ, ਤੇ ਗੋਇੰਦਵਾਲ ਬਿਆਸ ਦੇ ਬਾਹਰ ਗੋਇੰਦਵਾਲ ਵਾਲਾ ਏਰੀਆ ਉਹ ਵੀ ਇੱਕ ਆਹੀ ਆ। ਠੀਕ ਆ, ਆ 4 ਜਗ੍ਹਾ ਨੇ ਜਿਹੜੀਆਂ ਫਿਲਹਾਲ ਪੰਜਾਬ ਦੇ ਵਿੱਚ ਕਿਹੜੀ ਸਾਈਟ ਦੇ ਤੌਰ ਤੇ ਡਿਕਲੇਅਰ ਨੇ ਭਲਾ? ਬਾਇਓਡਾਇਵਰਸਿਟੀ ਸਾਈਟਸ, ਹੈਰੀਟੇਜ ਸਾਈਟਸ। ਤੇ ਮੈਂ ਤੁਹਾਡੀ ਜਾਣਕਾਰੀ ਲਈ ਇੱਕ ਗੱਲ ਦੱਸਦਾ, ਕਨਫਿਊਜ਼ ਨਾ ਹੋ ਜਿਓ। ਜਿਹੜੀ ਚੀਜ਼ ਕਮਿਊਨਿਟੀ ਰਿਜ਼ਰਵ ਆ ਉਹਨੂੰ ਕਮਿਊਨਿਟੀ ਰਿਜ਼ਰਵ ਯਾਦ ਰੱਖਿਓ, ਜਿਹੜੀ ਕੰਜ਼ਰਵੇਸ਼ਨ ਰਿਜ਼ਰਵ ਆ ਉਹ ਕੰਜ਼ਰਵੇਸ਼ਨ ਰਿਜ਼ਰਵ, ਤੇ ਜਿਹੜੀ ਆ ਉਹਨੂੰ ਉੱਥੇ ਰੱਖਿਓ ਯਾਦ। ਆਹ ਗੱਲ ਦੱਸੋ ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਕਲੀਅਰ ਆ ਕਨਸੈਪਟ? ਸੋ ਮੈਂ ਇਹ ਕਹਿ ਸਕਦਾ ਹੁਣ ਕਿ ਹਾਂ ਮੈਂ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਤੁਹਾਨੂੰ ਥੋਰੋਲੀ ਪੜ੍ਹਾਇਆ ਹੈ। ਮਤਲਬ ਐ ਨਹੀਂ ਹੋ ਸਕਦਾ ਕਿ ਮੈਂ ਬਾਇਓਡਾਇਵਰਸਿਟੀ, ਫਿਰ ਬਾਇਓਡਾਇਵਰਸਿਟੀ ਆਫ ਇੰਡੀਆ ਤੇ ਇੱਕ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ, ਇਹਨੂੰ ਇੰਨੀ ਡਿਟੇਲ 'ਚ ਆਪਾਂ ਪੜ੍ਹਾਇਆ ਹੈ। ਮੈਂ ਪਹਿਲਾਂ ਹੀ ਕਹਿ ਦਾਂ ਕਿ ਇਹ ਬੇਸ਼ੱਕ ਆਪਾਂ ਇਹਨੂੰ PCS ਮੇਨਸ ਦੇ ਪੁਆਇੰਟ ਆਫ ਵਿਊ ਨਾਲ ਚੱਲ ਰਹੇ ਹਾਂ, ਪਰ ਇਹ ਲੈਕਚਰ PCS ਮੇਨਸ ਦਾ ਨਹੀਂ ਸੀ। ਇਹਦੇ 'ਚੋਂ PCS ਮੇਨਸ ਦਾ ਟੌਪਿਕ ਹੀ ਨਹੀਂ ਬਣਦਾ। ਇਹ ਸਿਰਫ PCS ਪ੍ਰੀ, PPSC ਤੇ PSSB ਦੇ ਪੇਪਰਾਂ ਨੂੰ ਫੋਕਸ ਕਰਕੇ ਹੀ ਇਹ ਚੀਜ਼ਾਂ ਬਣਦੀਆਂ ਹੈ। ਹਾਂ, ਜੇ ਤੁਸੀਂ ਕਹੋਗੇ ਕਿ ਚੋ PCS ਮੇਨਸ ਦਾ ਕਦੀ ਕੋਈ ਸਵਾਲ ਬਣ ਨਹੀਂ ਸਕਦਾ, ਆਰਾਮ ਨਾਲ ਬਣ ਸਕਦਾ ਹੈ। ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਤੇ ਬਣ ਸਕਦਾ ਹੈ, ਮੈਪ ਪ੍ਰੋਗਰਾਮ ਤੇ, ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਕਿ PCS ਵਾਲਿਆਂ ਨੇ ਪਾਇਆ ਸੀਗਾ ਰਾਈਟ ਅ ਸ਼ਾਟ ਨੋਟ ਔਨ ਕਸਤੂਰੀ ਰੰਜਨ ਐਂਡ ਗਡਗਿਲ ਕਮੇਟੀ ਔਨ ਵੈਸਟਰਨ ਗਾਰਡਸ, ਤਾਂ ਪੇਪਰ 'ਚ ਰਾਈਟ ਅ ਸ਼ਾਰਟ ਨੋਟ ਔਨ ਮੈਪ ਪ੍ਰੋਗਰਾਮ। PPSC ਦਾ PCS ਦੇ ਪੇਪਰ 'ਚ ਇਹ ਸਵਾਲ ਵੀ ਪਾ ਸਕਦੀ ਹੈ, ਤਾਂ ਆਹੀ ਮੈਪ ਪ੍ਰੋਗਰਾਮ ਚੇਪ ਦੇਣਾ ਹੁੰਦਾ ਉੱਥੇ। ਸੋ ਪੂਰੇ ਦਾ ਪੂਰਾ ਹੀ ਇਹ ਪ੍ਰੀ ਓਰੀਐਂਟਡ ਨੀਗਾ, ਮੇਨਸ ਵਾਸਤੇ ਕਈ ਵਾਰੀ ਕਿੱਥੋਂ ਸਵਾਲ ਬਣਾ ਲੈਣ ਇਹ ਆਪਾਂ ਕੁਝ ਕਹਿ ਹੀ ਨਹੀਂ ਸਕਦੇ। ਪਰ ਹਾਂ ਵੈਸੇ ਇਹ ਇਨਵਾਇਰਮੈਂਟ ਦਾ ਉਹ ਹਿੱਸਾ ਹੈ ਜਿਹੜਾ ਆਬਜੈਕਟਿਵ ਇਨਵਾਇਰਮੈਂਟ ਵਾਸਤੇ ਬਹੁਤ ਸਾਰਥਕ ਆ। ਠੀਕ ਆ, ਸੋ ਬਾਇਓਡਾਇਵਰਸਿਟੀ ਤੇ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਕਰਨ ਤੋਂ ਬਾਅਦ ਸਾਡਾ ਇੱਕ ਲੈਕਚਰ ਜਿਹੜਾ ਹੈ ਨਾ, ਇੱਕ ਲੈਕਚਰ ਸਾਡਾ ਰਹਿ ਗਿਆ ਪ੍ਰੋਡਕਟਿਵਿਟੀਜ਼ ਤੇ। ਉਹ ਪਿਛਲੇ ਹੀ ਪਾਰਟ ਦਾ ਇੱਕ ਲੈਕਚਰ ਆ, ਉਹਨੂੰ ਅੱਗੇ ਕੰਪਲੀਟ ਕਰਨਾ ਸੀ ਆਪਾਂ। ਪ੍ਰੋਡਕਟਿਵਿਟੀ ਬਹੁਤ ਸ਼ਾਨਦਾਰ ਲੈਕਚਰ ਆ ਪ੍ਰੋਡਕਟਿਵਿਟੀ ਵਾਲਾ, ਉਹਨੂੰ ਕਵਰ ਕਰਾਂਗੇ। ਤੇ ਜੇ ਉਹ ਕਿਸੇ ਲੈਕਚਰ ਦੇ ਵਿੱਚ ਫਿੱਟ ਹੁੰਦਾ ਹੋਇਆ ਉੱਥੇ ਫਿੱਟ ਕਰੂੰਗਾ, ਅਦਰਵਾਈਜ਼ ਹਾਂ ਉਹਨੂੰ ਮੈਂ ਇੱਕ ਨਾ ਲੈਕਚਰ ਆ ਇਕੁਇਟੀ। ਹੁਣ ਮੈਂ ਈਕੋਸਿਸਟਮ ਪੜ੍ਹਾਉਣੇ ਆ ਤੁਹਾਨੂੰ, ਭਾਰਤ ਦੇ ਪੂਰੇ ਸਾਰੇ ਪ੍ਰਕਾਰ ਦੇ ਦੁਨੀਆ ਦੇ ਤੇ ਭਾਰਤ ਦੇ ਸਾਰੇ ਜੰਗਲ, ਉਹ ਈਕੋਸਿਸਟਮ ਹੁੰਦਾ ਹੈ ਸਾਡਾ। ਤੇ ਉਹਦੇ ਨਾਲ ਇੱਕ ਬੜੀ ਵਧੀਆ ਚੀਜ਼ ਕਵਰ ਹੋ ਜੂਗੀ। ਇੱਕ ਨਾ ਅਸੀਂ ਅਕਸਰ ਪੜ੍ਹਦੇ ਹਾਂ ਵਾਈਲਡ ਲਾਈਫ ਆਫ ਇੰਡੀਆ ਜਾਂ ਨੈਚੁਰਲ ਵੈਜੀਟੇਸ਼ਨ ਆਫ ਇੰਡੀਆ, ਭਾਰਤ 'ਚ ਕਿਸ ਪ੍ਰਕਾਰ ਦੀ ਬਨਸਪਤੀ ਆ, ਕਿਹੜੇ ਪ੍ਰਕਾਰ ਦੇ ਜੰਗਲ ਆ। ਹੁਣ ਉਸ ਲੈਕਚਰ ਨੂੰ ਮੈਂ ਬਹੁਤ ਡਿਟੇਲ 'ਚ ਤਿਆਰ ਕਰੂੰਗਾ। ਜਦੋਂ ਮੈਂ ਭਾਰਤ ਦੇ ਜੰਗਲ ਪੜ੍ਹਾਊਂਗਾ ਨਾ ਕਿ ਟ੍ਰੋਪੀਕਲ ਰੇਨ ਫੋਰੈਸਟ, ਫਿਰ ਡੱਬੇ 'ਚ ਪਾ ਕੇ ਲਿਖੂੰਗਾ ਕਿ ਇਸ ਏਰੀਏ 'ਚ ਫਲਾਣਾ ਨੈਸ਼ਨਲ ਪਾਰਕ ਆ। ਸਮਝ ਗਏ ਗੱਲ? ਫਿਰ ਉੱਥੋਂ ਲਿੰਕ ਜੁੜਨਗੇ ਕਿ ਅੱਛਾ ਇਸ ਪ੍ਰਕਾਰ ਦੇ ਟ੍ਰੋਪੀਕਲ ਰੇਨ ਫੋਰੈਸਟ 'ਚ ਫਲਾਣੇ ਜੰਗਲ ਆ ਸਾਡੇ। ਸੋ ਉੱਥੋਂ ਇੱਕ ਐਂਗਲ ਤੁਹਾਡੇ ਵਾਸਤੇ ਬੜਾ ਵਧੀਆ ਹੋ ਜਾਊਗਾ।
कोशिश है मेरी कि लिंक एवें जोड़े जान कि तुहाडे काम आ सकन, ठीक है। तो जो चाहे तुसी PSSB PPSC PCS की भी तैयारी कर रहे हो ना, तो तुहाडे किते ना किते ये सारे लैक्चर जिहड़े आ वो काम आउण। अज वास्ते इन्ना ही बहुत आ।